ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਹੈਲੋ ਦੋਸਤੋ। ਮੈਂ ਤੁਹਾਡੀ ਹੋਸਟ ਤੇ ਦੋਸਤ ਮਧੂ ਤਨਹਾ ਇੱਕ ਵਾਰ ਫਿਰ ਹਾਜ਼ਰ ਹਾਂ ਅਦਬੀ ਰਾਹਾਂ ਦਾ ਇੱਕ ਹੋਰ ਪ੍ਰੋਗਰਾਮ ਲੈ ਕੇ, ਇੱਕ ਹੋਰ ਲੜੀ ਲੈ ਕੇ, ਜਿਸ ਦੇ ਵਿੱਚ ਅੱਜ ਅਸੀਂ ਅਦਬ ਦੀ ਇੱਕ ਹੋਰ ਵਿਧਾ ਦੀ ਗੱਲ ਕਰਾਂਗੇ ਤੇ ਇਹ ਵਿਧਾ ਹੈ ਜੀ ਮਿੰਨੀ ਕਹਾਣੀਆਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਮੌਕਾ ਲੈਣਾ ਚਾਹੁੰਦੀ ਹਾਂ ਸਾਰਿਆਂ ਦਾ ਧੰਨਵਾਦ ਕਰਨ ਦਾ। ਪੰਜਾਬੀ ਸੱਥ ਮੈਲਬਨ, ਆਸਟ੍ਰੇਲੀਅਨ ਪੰਜਾਬੀ ਚੈਨਲ, AUP ਪੰਜਾਬੀ ਚੈਨਲ, ਇਹਨਾਂ ਦੋਨਾਂ ਜਿਹੜੇ ਹੈਗੇ ਆ ਪ੍ਰੋਗਰਾਮ, ਇਹ ਅਦਬੀ ਰਾਹਾਂ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਜਿਹੜੇ ਸਾਡੀ ਬੈਕਗਰਾਊਂਡ ਟੀਮ ਹੈ, ਜਿਹਦੇ ਵਿੱਚ ਵਿਕਰਮ ਸੇਖੋਂ ਜੀ, ਰਮਾ ਸੇਖੋਂ ਜੀ ਤੇ ਕੁਲਜੀਤ ਕੌਰ ਗਜ਼ਲ ਜੀ ਸਾਡੇ ਨਾਲ ਜੁੜੇ ਹੋਏ ਨੇ। ਤੇ ਨਾਲ ਦੀ ਨਾਲ ਮੈਂ ਮੌਕਾ ਲੈਂਦੀ ਹਾਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਕਰਨ ਦਾ, ਜਿਹੜੇ ਸਾਡੇ ਆਨਲਾਈਨ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਬਹੁਤ ਸਾਰਾ ਸਾਥ ਦਿੰਦੇ ਹੋ, ਪਿਆਰ ਦਿੰਦੇ ਹੋ, ਸ਼ੇਅਰ ਕਰਦੇ ਹੋ, ਸਾਡੇ ਨਾਲ ਗੱਲਾਂ ਬਾਤਾਂ ਕਰਦੇ ਹੋ, ਸਾਡੇ ਨਾਲ ਜੁੜਦੇ ਹੋ। ਜੇ ਤੁਸੀਂ ਹੋ ਤੇ ਅਸੀਂ ਇਹ ਪ੍ਰੋਗਰਾਮ ਜਿਹੜਾ ਹੈਗਾ ਹੋਰ ਵੀ ਉਤਸ਼ਾਹ ਤੇ ਉਦਮ ਦੇ ਨਾਲ ਕਰਦੇ ਹਾਂ। ਤੇ ਸਾਡੇ ਨਾਲ ਜੁੜੇ ਰਹੋ, ਸਾਨੂੰ ਨਾਲ ਨਾਲ ਦੱਸਦੇ ਰਹੋ, ਸਾਡੇ ਹੌਸਲਾ ਵਧਾਉਂਦੇ ਰਹੋ, ਸਾਨੂੰ ਦੱਸਦੇ ਰਹੋ ਕਿ ਅਸੀਂ ਜਿਹੜਾ ਹੈਗਾ ਸਾਡਾ ਪ੍ਰੋਗਰਾਮ ਸਹੀ ਚੱਲ ਰਿਹਾ, ਕੋਈ ਤਕਨੀਕੀ ਖਰਾਬੀ ਤਾਂ ਨਹੀਂ ਆ ਰਹੀ ਹੈਗੀ। ਤੇ ਸਾਡੇ ਤੋਂ ਜੇ ਤੁਹਾਨੂੰ ਕੋਈ ਵੀ ਹੋਰ ਉਮੀਦਾਂ ਨੇ, ਕੋਈ ਪ੍ਰਸ਼ਨ ਨੇ, ਤੇ ਨਾਲ ਦੀ ਨਾਲ ਜਿਹੜਾ ਹੈਗਾ ਪੁੱਛਦੇ ਰਹੋ। ਪ੍ਰੋਗਰਾਮ ਦੇ ਅਖੀਰ ਤੇ ਜਿਹੜਾ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਾਰਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਅੱਜ ਮੈਂ ਥੋੜੀ ਜਿਹੀ ਨਰਵਸ ਹਾਂ ਕਿਉਂਕਿ ਜਿਹੜੀਆਂ ਕਲਮਾਂ ਅੱਜ ਸਾਡੇ ਨਾਲ ਜੁੜੀਆਂ ਨੇ ਉਹ ਪੰਜਾਬੀ ਸਾਹਿਤ ਜਗਤ ਦੀਆਂ ਉਹ ਬਾਬਾ ਬੋੜ ਕਲਮਾਂ ਨੇ, ਜਿਨ੍ਹਾਂ ਨੇ ਜਿਹੜਾ ਹੈਗਾ ਮਿੰਨੀ ਕਹਾਣੀ ਦੇ ਵਿੱਚ ਜਿਨ੍ਹਾਂ ਦਾ ਨਾਮ ਬੋਲਦਾ, ਜਿਨ੍ਹਾਂ ਦਾ ਕੰਮ ਬੋਲਦਾ, ਤੇ ਜਿਨ੍ਹਾਂ ਨੇ ਅਣਗਿਣਤ ਕਿਤਾਬਾਂ ਜਿਹੜੀਆਂ ਹੈਗੀਆਂ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਪਾਈਆਂ ਨੇ। ਤੇ ਇਸ ਲਈ ਇਸ ਨਰਵਸਨੈਸ ਦੇ ਵਿੱਚ, ਇਸ ਜਿਹੜਾ ਹੈਗਾ ਐਂਗਜ਼ਾਇਟੀ ਦੇ ਵਿੱਚ, ਜੇ ਮੈਥੋਂ ਕੋਈ ਗਲਤੀਆਂ ਹੋ ਜਾਣ ਤੇ ਮੈਂ ਪਹਿਲਾਂ ਹੀ ਸਾਰਿਆਂ ਤੋਂ ਮਾਫੀ ਮੰਗ ਲੈਂਦੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਜੀ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਸਾਡੇ ਨਾਲ ਜੁੜੇ ਨੇ ਜਗਦੀਸ਼ ਰਾਏ ਕੁਲਰੀਆਂ ਜੀ, ਨਾਲ ਹੀ ਸਾਡੇ ਨਾਲ ਨੇ ਬਿਕਰਮਜੀਤ ਸਿੰਘ ਨੂਰ ਜੀ। ਇਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਜਗਜੀਤ ਸਿੰਘ ਡੱਲ ਜੀ, ਜਸਵੀਰ ਕੌਰ ਇਨਾਇਤ ਜੀ ਤੇ ਸੰਦੀਪ ਕੌਰ ਇਬਾਰਤ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅਦਬੀ ਰਾਹਾਂ ਦੇ ਪ੍ਰੋਗਰਾਮ ਵਿੱਚ। ਜੀ ਆਇਆਂ ਨੂੰ। ਜੀ ਦੋਸਤੋ, ਆਪਾਂ ਅੱਜ ਆਪਣੇ ਪ੍ਰੋਗਰਾਮ ਦੀ ਜਿਹੜੀ ਹੈਗੀ ਆ ਲੜੀ ਤੋਰਾਂਗੇ ਜਗਜੀਤ ਸਿੰਘ ਡੱਲ ਜੀ ਤੋਂ, ਜੋ ਕਿ ਇੱਕ ਲੇਖਕ ਨੇ ਤੇ ਨਾਲ ਦੀ ਨਾਲ ਇੱਕ ਪੱਤਰਕਾਰ ਨੇ। ਜ਼ਿਲ੍ਹਾ ਤਰਨਤਾਰਨ ਪੰਜਾਬ ਤੋਂ ਬਿਲੋਂਗ ਕਰਦੇ ਜਗਜੀਤ ਸਿੰਘ ਡੱਲ ਜੀ ਸਾਹਿਤਿਕ ਸਫ਼ਰ ਦੇ ਵਿੱਚ ਲਗਭਗ 2 ਸਾਲ ਤੋਂ ਐਕਟਿਵ ਨੇ ਤੇ ਲਗਭਗ ਜਿਹੜੀਆਂ ਹੈਗੀਆਂ 300 ਦੇ ਕਰੀਬ ਜਿਹੜੀਆਂ ਰਚਨਾਵਾਂ ਨੇ ਉਹ ਸਾਹਿਤ ਜਗਤ ਦੀ ਝੋਲੀ ਦੇ ਵਿੱਚ ਪਾ ਚੁੱਕੇ ਨੇ। ਵੱਖ-ਵੱਖ ਅਖਬਾਰਾਂ ਤੇ ਸੋਸ਼ਲ ਮੀਡੀਆ ਦੇ ਥਰੂ, ਫੇਸਬੁੱਕ ਦੇ ਥਰੂ ਆਪਣੇ ਸਰੋਤਿਆਂ ਨਾਲ, ਆਪਣੇ ਪਾਠਕਾਂ ਨਾਲ ਜੁੜੇ ਹੋਏ ਨੇ। ਤੇ ਅੱਜ ਉਹ ਸਾਨੂੰ ਜਿਹੜਾ ਹੈਗਾ ਮਿੰਨੀ ਕਹਾਣੀ ਦਾ ਕਿਹੜਾ ਰੰਗ ਲੈ ਕੇ ਆਉਣਗੇ, ਕੀ ਸੁਣਾਉਣਗੇ, ਆਪਾਂ ਜਿਹੜਾ ਹੈਗਾ ਸਿੱਧਾ ਉਹਨਾਂ ਕੋਲੇ ਚੱਲਦੇ ਹਾਂ ਤੇ ਸੁਣਦੇ ਹਾਂ ਉਹਨਾਂ ਦੀ ਮਿੰਨੀ ਕਹਾਣੀ। ਜਗਜੀਤ ਸਿੰਘ ਡੱਲ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਸਾਰੇ ਹੀ ਸਰੋਤਿਆਂ ਦਾ, ਦੇਖਣ ਵਾਲਿਆਂ ਦਾ, ਤੋਂ ਜੋ ਸਾਡੇ ਨਾਲ ਇੱਥੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਤੇ ਮੈਂ ਤੁਹਾਨੂੰ ਇੱਕ ਜਿਹੜੀ ਅੱਜ ਦੀ ਮਿੰਨੀ ਕਹਾਣੀ ਆ ਹੁਣ ਦੇ ਇਸ ਟਾਈਮ ਦੀ ਉਹ ਸੁਣਾਉਣ ਜਾ ਰਿਹਾ। ਮੋਬਾਇਲ ਖਾ ਗਿਆ ਰਿਸ਼ਤੇਦਾਰੀਆਂ। ਕਈ ਮਹੀਨਿਆਂ ਤੋਂ ਮਾਂ ਕਹਿ ਰਹੀ ਸੀ ਕਿ ਪੁੱਤ ਚੱਲ ਤੇਰੀ ਮਾਸੀ ਤੋਂ ਹੋ ਕੇ ਆਈਏ। ਬਹੁਤ ਟਾਈਮ ਹੋ ਗਿਆ ਮਿਲਿਆਂ ਨੂੰ। ਮੈਂ ਵੀ ਕਹਿ ਦੇਣਾ ਮਾਤਾ ਜਾਵਾਂਗੇ ਜਦੋਂ ਫ੍ਰੀ ਹੋਏ। ਕਈ ਮਹੀਨੇ ਬੀਤ ਗਏ ਇਸ ਚੱਕਰ ਵਿੱਚ ਹੀ, ਪਰ ਜਦੋਂ ਕਦੇ ਮਾਸੀ ਦਾ ਫੋਨ ਆਉਣਾ ਤਾਂ ਹਮੇਸ਼ਾ ਸਾਨੂੰ ਫਿਰੋਜ਼ਪੁਰ ਆਉਣ ਨੂੰ ਜ਼ੋਰ ਦੇਣਾ। ਐਤਵਾਰ ਦੀ ਛੁੱਟੀ ਸੀ। ਮੈਂ ਕਿਹਾ ਚੱਲ ਮਾਤਾ ਅੱਜ ਚੱਲਦੇ ਹਾਂ ਫਿਰੋਜ਼ਪੁਰ, ਮਾਸੀ ਨੂੰ ਅਤੇ ਨਾਲ ਬੱਚਿਆਂ ਨੂੰ ਮਿਲ ਗਿਲ ਆਉਂਦੇ ਹਾਂ। ਦਿਲ ਮੇਲਾ ਵੀ ਬਹੁਤ ਕਰਦਾ ਸੀ ਤਾਂ ਗੱਡੀ ਸਟਾਰਟ ਨਹੀਂ ਸੀ ਹੋ ਰਹੀ। ਧੱਕਾ ਧੁੱਕਾ ਲਗਾ ਕੇ ਗੱਡੀ ਨੂੰ ਸਟਾਰਟ ਕਰਕੇ ਆਪਣੇ ਪਿੰਡ ਡੱਲ ਤੋਂ ਫਿਰੋਜ਼ਪੁਰ ਨੂੰ ਹੋ ਤੁਰੇ। ਰਾਹ ਜਾਂਦਿਆਂ ਬੱਚਾ ਜੋਗਾ ਨਿੱਕ ਸ਼ੁਕ ਅਤੇ ਕੇਲੇ ਵਗੈਰਾ ਖਾਣ ਨੂੰ ਲੈ ਕੇ ਕੋਈ 80-90 ਕਿਲੋਮੀਟਰ ਪੈਂਡਾ ਤੈਅ ਕਰਕੇ ਮਾਸੀ ਦੇ ਦਰਵਾਜ਼ੇ ਤੇ ਪਹੁੰਚ ਗਏ। ਜਾ ਕੇ ਕੋਠੀ ਦੀ ਬੈਲ ਵਜਾਈ। ਪਹਿਲੀ ਬੈਲ ਤੇ ਕੋਈ ਆਇਆ ਨਹੀਂ।
ਫਿਰ ਦੂਜੀ ਬੈਲ ਵਜਾ ਦਿੱਤੀ। ਅੰਦਰੋਂ ਮਾਸੀ ਜੀ ਦੀ ਵੱਡੀ ਨੂੰਹ ਆਈ ਤੇ ਗੇਟ ਖੋਲ ਕੇ ਅੰਦਰ ਆਉਣ ਨੂੰ ਕਿਹਾ ਤੇ ਸਾਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ। ਅਸੀਂ ਵੀ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤਾ। ਅੰਦਰ ਗਏ ਤਾਂ ਪਹਿਲਾਂ ਪਾਣੀ ਫਿਰ ਚਾਹ ਸਾਡੇ ਅੱਗੇ ਰੱਖ ਦਿੱਤੀ। ਅਸੀਂ ਵੀ ਆਪਣੇ ਵੱਲੋਂ ਖੜੇ ਫਲ ਫਰੂਟ ਉਸੇ ਟੇਬਲ ਤੇ ਰੱਖ ਦਿੱਤੇ। ਮਾਸੀ ਜੀ ਦਾ ਪੁੱਛਿਆ ਤਾਂ ਕਿਤੇ ਨਜ਼ਰ ਨਹੀਂ ਆ ਰਹੇ ਤਾਂ ਜਵਾਬ ਮਿਲਿਆ ਦਵਾਈ ਲੈਣ ਗਏ ਬਾਜ਼ਾਰ, ਰਾਤ 7 ਕੁ ਵਜੇ ਆਉਣਗੇ। ਮਾਤਾ ਨੇ ਨੂੰਹ ਤੋਂ ਉਹਨਾਂ ਦੇ ਪੇਕਿਆਂ ਦਾ ਹਾਲ ਚਾਲ ਜਾਣ ਲਿਆ। ਬਸ ਫਿਰ ਅਸੀਂ 3 ਕੁ ਘੰਟੇ ਰੁਕੇ ਪਰ ਕਿਸੇ ਬੱਚੇ ਨੇ ਸੱਤ ਨਹੀਂ ਕੀਤੀ ਸਾਡੇ ਨਾਲ। ਬਸ ਕੋਈ ਨੁੱਕਰੇ ਮੋਬਾਇਲ ਤੇ ਗੇਮ ਖੇਡ ਰਿਹਾ ਸੀ, ਕੋਈ ਕਿਸੇ ਨੁੱਕਰੇ ਲੱਗਾ ਸੀ। ਉਹਨਾਂ ਨੂੰ ਕੋਈ ਨਹੀਂ ਕਿ ਸਾਡਾ ਆਇਆ ਹੈ। ਉਧਰ ਸੁਖਣਾ ਮਾਸੀ ਜੀ ਦੀ ਨੂੰਹ ਵੀ ਆਪਣੇ ਮੋਬਾਇਲ ਤੇ ਐਵੇਂ ਮਗਨ ਸੀ ਜਿਵੇਂ ਇਕੱਲੀ ਬੈਠ ਕੇ ਟਾਈਮ ਪਾਸ ਕਰ ਰਹੀ ਹੋਵੇ। ਕਿਸੇ ਪਰਿਵਾਰ ਦੇ ਮੈਂਬਰ ਨੇ ਸਾਡੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ। ਉਧਰ ਸਾਡੇ ਵੱਲੋਂ ਖੜੇ ਮਹਿੰਗੇ ਭਾਅ ਦੇ ਫਰੂਟ ਵੀ ਸਾਹਮਣੇ ਪਏ ਲਾਹਨਤਾਂ ਪਾ ਰਹੇ ਸੀ ਕਿ ਕਿੱਥੇ ਫਸਾ ਦਿੱਤਾ ਸਾਨੂੰ ਤੁਸੀਂ, ਜਿੱਥੇ ਕੋਈ ਤੱਕਦਾ ਵੀ ਨਹੀਂ ਸਾਡੇ ਵੱਲ। ਬਸ ਸਾਰੇ ਆਪੋ ਆਪਣੇ ਮੋਬਾਇਲ ਤੇ ਗੇਮ ਖੇਡ ਖੁਸ਼ ਹੋ ਰਹੇ ਸੀ ਪਰ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ ਸੀ। ਅੱਕ ਕੇ ਮੈਂ ਮਾਤਾ ਨੂੰ ਇਸ਼ਾਰਾ ਕੀਤਾ ਕਿ ਤੁਰਦੇ ਬਣੀਏ, ਹੁਣ ਬਹੁਤ ਹੋ ਗਈ ਇੱਜ਼ਤ ਆਪਣੀ। ਤੁਰਨ ਲੱਗੀ ਮਾਤਾ ਨੇ ਫਿਰ ਆਪਣੀ ਜੇਬ ਵਿੱਚੋਂ 4-5 100 ਦੇ ਨੋਟ ਕੱਢੇ, ਬੱਚਿਆਂ ਨੂੰ ਦੇਣ ਲੱਗੀ ਪਰ ਕਿਸੇ ਵੀ ਧਿਆਨ ਨਹੀਂ ਦਿੱਤਾ ਮਾਤਾ ਤੇ। ਮਾਂ ਨੇ ਉਹ ਵੀ ਫਰੂਟ ਵਾਲੇ ਟੇਬਲ ਉੱਪਰ ਗਲਾਸ ਰੱਖ ਦਿੱਤਾ। ਜਾਂਦੀ ਵਾਰ ਦੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ। ਉਧਰ ਨੂੰਹ ਰਾਣੀ ਨੇ ਫਿਰ ਆਪਣਾ ਫਰਜ਼ ਅਦਾ ਕੀਤਾ ਅਤੇ ਕਿਹਾ ਬੈਠ ਜਾਓ ਮਾਸੀ ਜੀ, ਰੋਟੀ ਬਣਾ ਲੈਂਦੇ ਆ। ਮੈਂ ਕਿਹਾ ਨਹੀਂ ਭਾਬੀ ਜੀ, ਅੱਗੇ ਰੋਟੀ ਖਾ ਖਾ ਕੇ ਫੂ ਹੋਈ ਪਈ ਆ ਅਤੇ ਚਾਹ ਪੀ ਕੇ ਫਿਰ ਜਦੋਂ ਆਏ ਫਿਰ ਕਦੇ ਖਾਵਾਂਗੇ। ਉਸਨੇ ਦਵਾ ਦਵ ਸਿਆਣੀਆਂ ਨੂੰਹਾਂ ਵਾਲਾ ਫਰਜ਼ ਅਦਾ ਕੀਤਾ, ਪੈਰਾਂ ਨੂੰ ਹੱਥ ਲਗਾ ਤੇ ਫਿਰ ਪਬਜੀ ਗੇਮ ਵੱਲ ਹੋ ਗਈ। ਅਸੀਂ ਵੀ ਇਸ ਪਿਆਰ ਨੂੰ ਦੇਖਦੇ ਤੁਰਦੇ ਬਣੇ। ਸਾਰੇ ਰਾਹ ਇਸ ਖਾਤਰਦਾਰੀ ਦੀਆਂ ਤਾਰੀਫਾਂ ਕਰਦੇ ਆਏ। ਮੈਂ ਹੁਣ ਵੀ ਮਾਤਾ ਨੂੰ ਕਹਿ ਦਿੰਦਾ ਮਜ਼ਾਕ ਨਾਲ, ਚੱਲ ਮਾਤਾ, ਮਾਸੀ ਦੀ ਨੂੰਹ ਨੂੰ ਮਿਲ ਆਈਏ, ਯਾਦ ਕਰਦੀ ਹੋਣੀ ਆ। ਮਾਂ ਅੱਗੋਂ ਕੋਈ ਵੀ ਜਵਾਬ ਨਹੀਂ ਦਿੰਦੀ ਅਤੇ ਹੱਸ ਕੇ ਟਾਲ ਦਿੰਦੀ। ਸੋ ਇਹ ਸੀ ਮੇਰੀ ਮਿੰਨੀ ਕਹਾਣੀ, ਮੋਬਾਇਲ ਖਾ ਗਿਆ ਰਿਸ਼ਤੇਦਾਰੀਆਂ। ਧੰਨਵਾਦ ਜੀ। ਵਾਹ ਵਾਹ ਵਾਹ, ਬਹੁਤ ਖੂਬ ਜਗਦੀਸ਼ ਟਾਲ ਜੀ। ਬਿਲਕੁਲ ਅੱਜ ਦੇ ਸਮੇਂ ਨੂੰ ਦਰਸਾਉਂਦੀ ਜਿਹੜੀ ਹੈ ਕਹਾਣੀ, ਅੱਜ ਦੀ ਜਿਹੜੀ ਤਰਾਸਦੀ ਹੈ, ਸਿਰਫ ਰਿਸ਼ਤੇਦਾਰੀਆਂ 'ਚ ਨਹੀਂ, ਘਰਾਂ ਦੇ ਵਿੱਚ ਵੀ ਜਿਹੜਾ ਹੈਗਾ ਮੋਬਾਇਲ ਨੇ ਤੇ ਸੋਸ਼ਲ ਮੀਡੀਆ ਨੇ ਤੇ ਟੈਕਨੋਲੋਜੀ ਨੇ ਜਿਹੜਾ ਹੈਗਾ ਬਹੁਤ ਸਾਰੇ ਰਿਸ਼ਤੇ, ਬਹੁਤ ਸਾਰੀ ਗੱਲਬਾਤ ਖਾ ਲਈ ਹੈ। ਬਹੁਤ ਹੀ ਸਟੀਕ ਚੋਟ ਤੇ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਤੁਸੀਂ ਮਿੰਨੀ ਕਹਾਣੀ ਕਹੀ। ਪ੍ਰੋਗਰਾਮ ਨੂੰ ਅੱਗੇ ਲਿਜਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਇਹ ਬਹੁਤ ਜ਼ਰੂਰ ਬਹੁਤ ਕਵਾਂਗੀ ਧੰਨਵਾਦ। ਕਿ ਜਿਹੜਾ ਸਾਡਾ ਪੰਜਾਬੀ ਸੱਥ ਮੈਲਬਨ ਤੇ ਆਸਟ੍ਰੇਲੀਅਨ ਪੰਜਾਬੀ ਚੈਨਲ ਦਾ ਜਿਹੜਾ ਅਦਬੀ ਰਾਹਾਂ ਪ੍ਰੋਗਰਾਮ ਹੈ, ਇਹਦੇ ਵਿੱਚ ਸਾਡੀ ਅਕਸਰ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਇਹਦੇ ਵਿੱਚ ਮੱਝੀਆਂ ਹੋਈਆਂ ਕਲਮਾਂ ਆਉਣ, ਉੱਥੇ ਨਾਲ ਨਾਲ ਖੂਬਸੂਰਤ ਤੇ ਨਵੀਆਂ ਕਲਮਾਂ ਜਿਨ੍ਹਾਂ ਦੇ ਵਿੱਚ ਸਾਨੂੰ ਸੰਭਾਵਨਾਵਾਂ ਨਜ਼ਰ ਆਉਂਦੀਆਂ, ਉਹਨਾਂ ਨੂੰ ਵੀ ਅਸੀਂ ਆਪਣੇ ਨਾਲ ਜੋੜੀਏ, ਤਾਂ ਕਿ ਇੱਕ ਤਾਂ ਇਸ ਦਾ ਫਾਇਦਾ ਇਹ ਹੈ ਕਿ ਜਿਹੜੀਆਂ ਮੱਝੀਆਂ ਹੋਈਆਂ ਕਲਮਾਂ ਉਹਨਾਂ ਨੂੰ ਹੁਣ ਜੋ ਨਵਾਂ ਲਿਖਿਆ ਜਾ ਰਿਹਾ ਉਸਦਾ ਮੂੰਹ ਮੁਹਾਂਦਰਾ ਪਤਾ ਲੱਗ ਜਾਏਗਾ ਕਿ ਜਿਹੜਾ ਹੈਗਾ ਪੰਜਾਬੀ ਦਾ ਸਾਹਿਤਕ ਸਫ਼ਰ ਅਗਲੇਰਾ ਕਿਹੋ ਜਿਹਾ ਹੋਣ ਵਾਲਾ ਹੈ। ਤੇ ਨਾਲ ਨਾਲ ਜਿਹੜੇ ਨਵੇਂ ਬੱਚੇ ਜਾਂ ਜਿਹੜੇ ਨਵੀਆਂ ਕਲਮਾਂ ਜੋ ਪੁੰਗਰ ਰਹੀਆਂ ਨੇ, ਇਹਨਾਂ ਨੂੰ ਵੱਡੀਆਂ ਕਲਮਾਂ ਤੋਂ ਕੁਝ ਸਿੱਖਣ ਨੂੰ ਮਿਲੇਗਾ। ਬਹੁਤ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਗੁਰੂ ਮਿਲੇ, ਇਹੋ ਜਿਹੇ ਪ੍ਰੋਗਰਾਮਾਂ ਦੇ ਥਰੂ ਆਪਣੇ ਰਹਿਨੁਮਾ ਮਿਲੇ, ਤੇ ਸਾਡੀਆਂ ਉਮੀਦਾਂ ਰਹਿੰਦੀਆਂ ਨੇ ਕਿ ਇਹੋ ਜਿਹੀਆਂ ਜਿਹੜੀਆਂ ਮੁਲਾਕਾਤਾਂ ਹੈਗੀਆਂ ਉਹ ਨਵੀਆਂ ਕਲਮਾਂ ਨੂੰ ਇੱਕ ਨਵਾਂ ਰਾਹ ਦੇਣਗੀਆਂ। ਮੇਰੀ ਜਿਹੜੀ ਆਪਣੇ ਅਗਲੇ ਮਹਿਮਾਨ ਨੇ, ਉਹ ਇਹੋ ਜਿਹੀ ਹੀ ਇੱਕ ਨਵੀਂ ਕਲਮ ਹੈ ਜਿਹੜੇ ਕਿ ਮੈਲਬਨ ਦੇ ਵਿੱਚ ਤੇ ਕਾਫੀ ਐਕਟਿਵ ਨੇ, ਪਰ ਹਜੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਪੂਰੀ ਖੁੱਲ ਕੇ ਛਾਲ ਮਾਰਨ ਤੋਂ ਹਜੇ ਥੋੜਾ ਜਿਹਾ ਕਿਨਾਰੇ ਤੇ ਖੜੇ ਹੋਏ ਨੇ। ਮੇਰੀ ਮੁਰਾਦ ਹੈ ਜੀ ਜਸਬੀਰ ਕੌਰ ਇਨਾਇਤ ਜੀ ਤੋਂ। ਜਸਬੀਰ ਇਨਾਇਤ ਜੀ ਪੰਜਾਬੀ ਸੱਥ ਮੈਲਬਨ ਦੇ ਨਾਲ ਕਾਫੀ ਚਿਰ ਪਹਿਲਾਂ ਜੁੜੇ ਤੇ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹੇ,
ਪਰ ਉਹ ਬਹੁਤ ਹੀ ਸੋਹਣੀ ਜਿਹੜੀ ਹੈ ਮਿੰਨੀ ਕਹਾਣੀ ਵੀ ਲਿਖਦੇ ਨੇ। ਪਿਛਲੇ 4 ਸਾਲ ਤੋਂ ਜਸਬੀਰ ਕੌਰ ਜੀ ਜਿਹੜੇ ਹੈਗੇ ਆ ਪੂਰੀ ਤਰ੍ਹਾਂ ਜਿਹੜਾ ਕਹਾਣੀ ਨੂੰ ਤੇ ਕਵਿਤਾ ਨੂੰ ਸਮਰਪਿਤ ਨੇ। ਜਦੋਂ ਮੈਂ ਇਹਨਾਂ ਬਾਰੇ ਪੜ੍ਹ ਰਹੀ ਸੀ, ਜਾਣ ਰਹੀ ਸੀ, ਤੇ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਕਹਾਣੀ ਲਿਖਣ ਦਾ ਸ਼ੌਂਕ ਜਿਹੜਾ ਹੈਗਾ ਅਜੀਤ ਅਖਬਾਰ ਦੇ ਮਿੰਨੀ ਕਹਾਣੀਆਂ ਵਾਲੇ ਪੰਨੇ ਤੋਂ, ਸਾਹਿਤ ਜਗਤ ਵਾਲੇ ਪੰਨੇ ਤੋਂ, ਜਿਹੜਾ ਕਿ ਹੁਣ ਵੀ ਛਪਦਾ ਹੈ, ਉਹਦੇ ਤੋਂ ਹੋਇਆ। ਮੈਨੂੰ ਬੜੀ ਵਧੀਆ ਗੱਲ ਲੱਗੀ, ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਹੈਗੀਆਂ ਕਿਤਾਬਾਂ ਦੀ ਪਹੁੰਚ ਹਰੇਕ ਤੱਕ ਨਹੀਂ, ਜਾਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਹਰੇਕ ਨੂੰ ਨਹੀਂ ਹੈ, ਪਰ ਜਿਹੜੇ ਅਖਬਾਰ ਜਾਂ ਜਿਹੜਾ ਮੀਡੀਆ, ਪ੍ਰਿੰਟ ਮੀਡੀਆ ਜਦੋਂ ਇਹੋ ਜਿਹੀਆਂ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦਾ ਤੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਉਤਸ਼ਾਹ ਮਿਲਦਾ ਹੈ ਪੜ੍ਹਨ ਦਾ ਤੇ ਲਿਖਣ ਦਾ। ਆਪਣੇ ਪਾਪਾ ਤੋਂ ਇੰਪ੍ਰੈਸ ਹੋ ਕੇ ਤੇ ਪਾਪਾ ਦੇ ਹੌਸਲਿਆਂ ਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਕਦਮਾਂ ਤੇ ਤੁਰਦੇ ਹੋਏ ਜਿਹੜਾ ਹੈਗਾ ਜਸਬੀਰ ਕੌਰ ਜੀ ਮਿੰਨੀ ਕਹਾਣੀਆਂ ਤੇ ਕਵਿਤਾਵਾਂ ਲਿਖਦੇ ਨੇ। ਡਾਇਰੀ ਰਾਈਟਿੰਗ ਇਹਨਾਂ ਦਾ ਬਹੁਤ ਜਿਹੜਾ ਹੈਗਾ ਸ਼ੌਂਕ ਹੈ, ਤੇ ਉਸੇ ਤੋਂ ਹੀ ਜਿਹੜਾ ਹੈਗਾ ਮਿੰਨੀ ਕਹਾਣੀਆਂ ਤੇ ਗੱਲਾਂ ਬਾਤਾਂ ਤੇ ਵਾਰਤਕ ਤੇ ਕਵਿਤਾ ਜਿਹੜੀ ਆ ਉਮੜ ਜਾਂਦੀ ਹੈ। ਆਪਾਂ ਅੱਜ ਦੇਖਦੇ ਹਾਂ ਕਿ ਜਸਬੀਰ ਕੌਰ ਜੀ ਜਿਹੜਾ ਹੈਗਾ ਆਪਣੇ ਲਈ ਕਿਹੜਾ ਰੰਗ ਲੈ ਕੇ ਆਏ ਨੇ। ਜਸਬੀਰ ਕੌਰ ਇਨਾਇਤ ਜੀ, ਮੰਚ ਤੁਹਾਡਾ ਹੈ ਜੀ। ਬਹੁਤ ਬਹੁਤ ਸ਼ੁਕਰੀਆ ਮਧੂ ਜੀ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਸਾਥੀ ਜਿਹੜੇ ਇੱਥੇ ਪਹੁੰਚੇ ਨੇ ਤੇ ਉਹਨਾਂ ਦਾ ਸਵਾਗਤ ਕਰਦੀ ਹਾਂ ਤੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਹਾਂ। ਤੇ ਪੰਜਾਬੀ ਸੱਤ ਮੈਲਬਰਨ ਔਰ ਆਸਟ੍ਰੇਲੀਆ ਪੰਜਾਬੀ ਟੀਵੀ ਵਾਲਿਆਂ ਦਾ ਮੈਂ ਸ਼ੁਕਰੀਆ ਅਦਾ ਕਰਨੀ ਆ, ਜਿਨ੍ਹਾਂ ਨੇ ਸਾਨੂੰ ਨਵੀਆਂ ਕਲਮਾਂ ਨੂੰ ਇਹ ਮੌਕਾ ਦਿੱਤਾ। ਤੇ ਅੱਜ ਜਿਹੜੀ ਮੈਂ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ, ਉਹਦਾ ਨਾਮ ਜੀ ਮੈਂ ਰੱਖਿਆ ਸੀ ਸਰਬੱਤ ਦਾ ਭਲਾ। ਕਹਾਣੀ ਸ਼ੁਰੂ ਕਰਦੀ ਹਾਂ ਜੀ। ਅੱਜ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ। ਵੱਡੇ ਸਰਦਾਰਾਂ ਦਾ ਮੁੰਡਾ ਡਾਕਟਰ ਬਣ ਕੇ ਕਿੰਨੇ ਵਰਿਆਂ ਬਾਅਦ ਅੱਜ ਪਿੰਡ ਪਰਤ ਰਿਹਾ ਸੀ। ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਰਖਵਾਇਆ ਗਿਆ ਸੀ। ਸਾਰੇ ਰਿਸ਼ਤੇਦਾਰ ਅਤੇ ਪਿੰਡ ਵਾਲੇ ਹੁੰਮ ਹੁਮਾ ਕੇ ਪਹੁੰਚੇ ਸੀ। ਪਿੰਡ ਵਿੱਚ ਕੋਈ ਵੀ ਡਾਕਟਰ ਨਹੀਂ ਸੀ। ਸਰਕਾਰੀ ਹਸਪਤਾਲ ਵੀ ਪਿੰਡ ਤੋਂ ਕੁਝ ਮੀਲ ਦੂਰੀ ਤੇ ਸੀ। ਅੱਜ ਪਿੰਡ ਦਾ ਹਰ ਬੁੱਢਾ ਤੇ ਜਵਾਨ ਖੁਸ਼ ਸੀ, ਕਿਉਂਕਿ ਡਾਕਟਰੀ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਸਰਦਾਰਾਂ ਦਾ ਮੁੰਡਾ ਪਿੰਡ ਵਾਲਿਆਂ ਨੂੰ ਭਰੋਸਾ ਦੇ ਕੇ ਗਿਆ ਸੀ ਕਿ ਮੈਂ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਆ ਕੇ ਪਿੰਡ ਆਪਣਿਆਂ ਦਾ ਸੇਵਾ ਕਰਾਂਗਾ। ਉਸਦੇ ਵਿਚਾਰ ਸੀ ਕਿ ਸਤਿਗੁਰ ਨੇ ਮੈਨੂੰ ਇਸ ਪੜ੍ਹਾਈ ਲਈ ਤਾਂ ਹੀ ਚੁਣਿਆ ਹੈ ਕਿ ਮੈਂ ਡਾਕਟਰ ਬਣ ਕੇ ਸਰਬੱਤ ਦੇ ਭਲੇ ਦੇ ਯਤਨ ਕਰ ਸਕਾਂ। ਅੱਜ ਜਦੋਂ ਪਾਠ ਚੱਲ ਰਿਹਾ ਸੀ ਤਾਂ ਸਾਰਿਆਂ ਦੇ ਮਨਾਂ ਵਿੱਚ ਇਹੀ ਆਸ ਸੀ ਕਿ ਹੁਣ ਉਹ ਪਿੰਡ ਤੇ ਪਿੰਡ ਵਾਲਿਆਂ ਦੀ ਸੇਵਾ ਕਰੇਗਾ। ਪਰ ਘਰਦਿਆਂ ਦੇ ਵਿਚਾਰ ਕੁਝ ਹੋਰ ਹੀ ਸੀ। ਉਹ ਤਾਂ ਆਪ ਦੇ ਮੁੰਡੇ ਨੂੰ ਵਡੇਰੀ ਪੜ੍ਹਾਈ ਲਈ ਬਾਹਰ ਭੇਜਣਾ ਚਾਹੁੰਦੇ ਸੀ, ਤਾਂ ਕਿ ਉਹ ਬਾਕੀ ਦੇ ਭੈਣ ਭਰਾਵਾਂ ਨੂੰ ਵੀ ਬਾਅਦ ਵਿੱਚ ਆਪ ਦੇ ਕੋਲ ਬੁਲਾ ਸਕੇ ਤੇ ਫਿਰ ਆਪਣੇ ਬੱਚਿਆਂ ਦੇ ਬਹਾਨੇ ਉਹ ਵੀ ਬਾਹਰ ਸੈੱਟ ਹੋ ਜਾਣ। ਪਰ ਪਿੰਡ ਦੇ ਲੋਕ ਇਸ ਗੱਲ ਤੋਂ ਜਾਣੂ ਨਹੀਂ ਸਨ। ਪਾਠ ਦੀ ਸਮਾਪਤੀ ਤੋਂ ਬਾਅਦ ਅਰਦਾਸ ਲਈ ਬਾਬਾ ਜੀ ਅੱਗੇ ਆਏ ਤਾਂ ਡਾਕਟਰ ਮੁੰਡੇ ਦਾ ਚਾਚਾ ਬੜੀ ਹੀ ਕਾਹਲੀ ਨਾਲ ਅੱਗੇ ਆਇਆ ਅਤੇ ਇੱਕ ਵੱਡਾ ਕਾਗਜ਼ ਦਾ ਟੁਕੜਾ ਬਾਬਾ ਜੀ ਦੇ ਹੱਥ ਦੇ ਕੇ ਚਲਾ ਗਿਆ। ਇਸ ਵਿੱਚ ਉਹਨਾਂ ਸਾਰੇ ਰਿਸ਼ਤੇਦਾਰਾਂ ਦੇ ਨਾਮ ਸਨ ਜੋ ਆਪਣੇ ਨਾਵਾਂ ਤੇ ਵੱਖਰੀ ਵੱਖਰੀ ਅਰਦਾਸ ਚਾਹੁੰਦੇ ਸਨ। ਚਾਹੇ ਉਹ ਪਾਠ ਦੇ ਵਿੱਚ ਉੱਥੇ ਬੈਠੇ ਸਨ ਕਿ ਨਹੀਂ ਬੈਠੇ ਸਨ, ਪਰ ਅਰਦਾਸ ਦੇ ਸਮੇਂ ਉਹ ਸਾਰੇ ਉੱਥੇ ਹੀ ਪਹੁੰਚ ਗਏ। ਉਹ ਚਾਹੁੰਦੇ ਸੀ ਕਿ ਪਰਮਾਤਮਾ ਇੱਕ ਅਰਦਾਸ ਵਿੱਚ ਹੀ ਸਾਰਿਆਂ ਦੀ ਜਿਹੜੀਆਂ ਖੁਆਇਸ਼ਾਂ ਨੇ ਉਹ ਪੂਰੀਆਂ ਕਰ ਦੇਵੇ। ਚਾਚਾ ਜੀ ਨੇ ਇੱਕ ਇੱਕ ਜੀ ਦਾ ਨਾਮ ਬੜੇ ਹੀ ਖਿਆਲ ਨਾਲ ਲਿਖਿਆ ਸੀ ਕਿ ਕੋਈ ਰਹਿ ਨਾ ਜਾਵੇ। ਬਾਬਾ ਜੀ ਨੇ ਵੀ ਆਪਣੇ ਘਰਦਿਆਂ ਦੀ ਲੋੜਾਂ ਪੂਰੀਆਂ ਕਰਨ ਲਈ ਪਾਠ ਦੀ ਰਕਮ ਐਡਵਾਂਸ ਚ ਲੈ ਲਈ ਸੀ। ਹੁਣ ਉਹਨਾਂ ਨੂੰ ਨਵੇਂ ਬਣੇ ਡਾਕਟਰ ਦੇ ਘਰਦਿਆਂ ਦੇ ਹਰ ਕਹਿਣੇ ਨੂੰ ਮੰਨਣਾ ਪੈਣਾ ਸੀ। ਘਰ ਦੇ ਹਾਲਾਤ ਖਰਾਬ ਹੋਣ ਕਾਰਨ ਕੋਈ ਨਾ ਕੋਈ ਛੋਟੀ ਬਿਮਾਰੀ ਵੱਡੀ ਬਿਮਾਰੀ ਤੋਂ ਘੱਟ ਨਹੀਂ ਜਾਪਦੀ ਸੀ ਤੇ ਉਹਨਾਂ ਨੂੰ ਵੀ ਡਾਕਟਰ ਤੋਂ ਬਹੁਤ ਉਮੀਦ ਸੀ। ਇਹ ਸਭ ਸੋਚਦਿਆਂ ਬਾਬਾ ਜੀ ਨੇ ਅਰਦਾਸ ਦਾ ਆਰੰਭ ਕੀਤਾ। ਅਰਦਾਸ ਆਰੰਭ ਤਾਂ ਹੋ ਗਈ, ਪਰ ਸਮਾਪਤੀ ਦਾ ਸਮਾਂ ਕਾਫੀ ਲੰਬਾ ਹੋ ਗਿਆ। ਚਾਚਾ ਜੀ ਦੀ ਨਾਵਾਂ ਦੀ ਸੂਚੀ ਕਾਫੀ ਲੰਬੀ ਸੀ। ਇਸ ਦਾ ਭਲਾ ਹੋਵੇ, ਉਸ ਦਾ ਭਲਾ ਹੋਵੇ, ਕਿਸੇ ਦੇ ਬਾਹਰ ਜਾਣ ਦੀ ਅਰਦਾਸ ਤੇ ਕਿਸੇ ਦੇ 4 ਕੁੜੀਆਂ ਪਿੱਛੋਂ ਮੁੰਡੇ ਪਾਉਣ ਦੀ ਅਰਦਾਸ। ਅਰਦਾਸ ਦੇ ਚਲਦਿਆਂ ਬੱਚੇ ਤੇ ਬਜ਼ੁਰਗ ਦੇ ਹਾਲਾਤ ਖਰਾਬ ਹੋਣ ਲੱਗੇ। ਬੱਚਿਆਂ ਨੂੰ ਅਰਦਾਸ ਤੋਂ ਬਾਅਦ ਮਿਲਣ ਵਾਲੇ ਕੜਾਹ ਅਤੇ ਲੰਗਰ ਲਈ ਕਾਲ ਸੀ ਤੇ ਬਜ਼ੁਰਗਾਂ ਨੂੰ ਆਪਣੇ ਗੋਡਿਆਂ ਤੋਂ ਪਰੇਸ਼ਾਨੀ ਹੋ ਰਹੀ ਸੀ। ਅਰਦਾਸ ਖਤਮ ਹੁੰਦਿਆਂ ਮੁੰਡੇ ਨੂੰ ਬਾਹਰ ਭੇਜਣ ਦਾ ਘਰਦਿਆਂ ਦਾ ਰਾਜ ਵੀ ਸਭ ਦੇ ਸਾਹਮਣੇ ਆ ਗਿਆ। ਸਭ ਬਹੁਤ ਹੈਰਾਨ ਸੀ। ਸ਼ਾਂਤੀ ਦਾ ਮਾਹੌਲ ਅਚਾਨਕ ਹੀ ਉਦਾਸੀ 'ਚ ਤਬਦੀਲ ਹੋਣ ਲੱਗਾ। ਡਾਕਟਰ ਵੀ ਅਰਦਾਸ ਵਿੱਚ ਅੱਖਾਂ ਬੰਦ ਕਰ ਹੱਥ ਜੋੜ ਖੜਾ ਸੀ। ਸਭ ਦੀਆਂ ਨਜ਼ਰਾਂ ਉਸ ਵੱਲ ਸਨ। ਸ਼ਾਇਦ ਇਸ ਨੂੰ ਆਪ ਦੇ ਕਈ ਸ਼ਬਦ ਯਾਦ ਹੋਣ ਕਿ ਉਹ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਿੰਡ ਵਾਲਿਆਂ ਦੀ ਤੇ ਪਿੰਡ ਦੀ ਸੇਵਾ ਕਰੇਗਾ। ਕਿੰਨੀ ਆਸ ਦੀ ਭਰੀ ਨਜ਼ਰਾਂ ਨਾਲ
ਤੇ ਅੱਖਾਂ ਦੇ ਵਿੱਚ ਕਈ ਸਵਾਲ ਲੈ ਕੇ ਪਿੰਡ ਵਾਲੇ ਮੁੰਡੇ ਵੱਲ ਦੇਖ ਰਹੇ ਸਨ। ਅਰਦਾਸ ਦੇ ਪੂਰੇ ਹੁੰਦਿਆਂ ਕੁਝ ਬਜ਼ੁਰਗ ਗੱਲਾਂ ਕਰ ਰਹੇ ਸਨ ਕਿ ਅੱਜ ਕੱਲ ਉਹ ਅਰਦਾਸਾਂ ਨਹੀਂ ਰਹਿ ਗਈਆਂ ਜਿਸ ਵਿੱਚ ਸਰਬੱਤ ਦਾ ਭਲਾ ਹੀ ਸਭ ਦਾ ਭਲਿਆ ਮੰਨਿਆ ਜਾਂਦਾ ਸੀ। ਹਰ ਇੱਕ ਜੀ ਦਾ ਵੱਖਰਾ ਨਾਂ ਅਤੇ ਖੁਆਇਸ਼ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ ਸੀ ਤੇ ਨਾ ਹੀ ਉਹ ਵੇਲੇ ਰਹਿ ਗਏ ਹਨ ਜਦੋਂ ਕੋਈ ਆਪਣੀ ਜ਼ੁਬਾਨ ਤੇ ਟਿਕਿਆ ਰਹੇ। ਆਖੇ ਸਰਬੱਤ ਦਾ ਭਲਾ, ਇਹ ਸਾਰਾ ਟੱਬਰ ਆਪਣਾ ਹੀ ਭਲਾ ਲੋਚਦਾ ਹੈ। ਚਲੋ ਚਲੀਏ ਆਪਣੇ ਆਪਣੇ ਘਰਾਂ ਨੂੰ। ਇਹ ਕਹਿੰਦੇ ਪਿੰਡ ਦੇ ਲੋਕ ਆਪਣੇ ਘਰਾਂ ਨੂੰ ਤੁਰ ਪਏ। ਸ਼ੁਕਰੀਆ ਜੀ। ਇਹ ਮੇਰੀ ਕਹਾਣੀ ਸੀ ਸਰਬੱਤ ਦਾ ਭਲਾ। ਬਹੁਤ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਿਹੜਾ ਹੈਗਾ ਪੇਸ਼ ਕੀਤੀ ਆਪਣੀ ਕਹਾਣੀ ਜਸਵੀਰ ਜੀ, ਤੇ ਬਹੁਤ ਸੋਹਣਾ ਜਿਹੜਾ ਬਹੁਤ ਹੈਗਾ ਸ਼ੁਕਰੀਆ ਜੀ। ਮੁੱਦਾ ਵੀ ਚੱਕਿਆ। ਵਾਕਈ ਹਾਂਜੀ ਬਹੁਤ ਸਾਡੇ ਚੋਂ ਆਪਾਂ ਨੂੰ ਮੈਨੂੰ ਲੱਗਦਾ ਕਿ ਅਸੀਂ ਜਿੰਨੇ ਸ਼ਾਇਦ ਲੋਕ ਬਾਹਰ ਬੈਠੇ ਆ, ਅਸੀਂ ਵੀ ਕਿਸੇ ਨਾ ਕਿਸੇ ਮੋੜ ਤੇ ਇਹ ਸੋਚ ਕੇ ਆਪਦੀਆਂ ਪੜ੍ਹਾਈਆਂ ਕੀਤੀਆਂ ਸੀ ਕਿ ਅਸੀਂ ਜਿਹੜਾ ਆਪਦੇ ਦੇਸ਼ ਦੀ, ਆਪਦੇ ਸਮਾਜ ਦੀ, ਆਪਣੇ ਮੁਲਕ ਦੀ ਸੇਵਾ ਕਰਾਂਗੇ। ਪਰ ਸ਼ਾਇਦ ਜਿਹੜੀ ਜ਼ਮੀਨੀ ਹਕੀਕਤ ਹੁੰਦੀ ਹੈ ਉਹ ਹੋਰ ਹੁੰਦੀ ਹਾਂਜੀ ਹੈ। ਰੋਟੀ ਕੱਪੜਾ ਮਕਾਨ ਦੀਆਂ ਲੜਾਈਆਂ ਲੜਦੇ ਅਸੀਂ ਜਿਹੜੀ ਹੈਗੀ ਆ ਸੇਵਾ ਭਾਵਨਾ ਵਾਲੀ ਸ਼ਾਇਦ ਜਿਹੜਾ ਭਾਵ ਹੈ ਉਹ ਕਿਤੇ ਪਿੱਛੇ ਹਾਂਜੀ ਛੁੱਟ ਜਾਂਦਾ। ਪਹਿਲਾਂ ਆਪਣਾ ਹਾਂਜੀ ਘਰ ਤੇ ਆਪਣੇ ਜਿਹੜੇ ਹੈਗੇ ਸੁਪਨੇ ਨਜ਼ਰ ਆਉਣ ਲੱਗ ਜਾਂਦੇ ਆ। ਬਹੁਤ ਬਿਲਕੁਲ ਜੀ। ਸੋਹਣਾ ਸੋਹਣਾ ਕਿਹਾ ਤੁਸੀਂ। ਪਰ ਬਹੁਤ ਲੋਕ ਹੁੰਦੇ ਨੇ ਜਿਹੜੇ ਚੱਲਦੇ ਰਹਿੰਦੇ ਨੇ ਸੇਵਾ ਭਾਵ ਦੇ ਨਾਲ ਵੀ। ਹਾਂਜੀ ਬਿਲਕੁਲ, ਆਪਾਂ ਫੇਰ ਆਵਾਂਗੇ ਜੀ ਤੁਹਾਡੇ ਕੋਲੇ ਤੁਹਾਡੀ ਹੋਰ ਰਚਨਾ ਨੂੰ ਪੜ੍ਹਨ ਲਈ। ਹੁਣ ਆਪਾਂ ਅੱਗੇ ਵੱਲ ਵੱਧਦੇ ਹਾਂ। ਜੀ ਪੰਜਾਬੀ ਜ਼ਰੂਰ। ਸੱਥ ਮੈਲਬਰਨ ਹਮੇਸ਼ਾ ਇਹ ਮਾਣ ਰਿਹਾ ਕਿ ਬਹੁਤ ਸਾਰੀਆਂ ਕੁੜੀਆਂ, ਬਹੁਤ ਸਾਰੇ ਮੁੰਡੇ, ਬਹੁਤ ਸਾਰੀਆਂ ਕਲਮਾਂ ਜਿਹੜੀਆਂ ਪਹਿਲੀ ਵਾਰੀ ਸਟੇਜ ਤੇ ਜਾਂ ਸਾਹਿਤ ਜਗਤ ਦੇ ਵਿੱਚ ਪੈਰ ਧਰਿਆ ਪੰਜਾਬੀ ਸੱਥ ਮੈਲਬਰਨ ਦੇ ਜ਼ਰੀਏ। ਤੇ ਅੱਜ ਅਸੀਂ ਪੰਜਾਬੀ ਸੱਥ ਮੈਲਬਰਨ ਫਿਰ ਤੋਂ ਇਹ ਮਾਣ ਲੈ ਰਹੀ ਹੈ ਕਿ ਸਾਹਿਤ ਜਗਤ ਦੇ ਵਿੱਚ ਅਸੀਂ ਇੱਕ ਹੋਰ ਜਿਹੜਾ ਨਵੀਂ ਪੈੜ ਨੂੰ, ਨਵੀਂ ਕਲਮ ਨੂੰ ਲੈ ਕੇ ਆ ਰਹੇ ਹਾਂ, ਜਿਹੜੀ ਕਿ ਅੱਜ ਆਪਣੀ ਪਹਿਲੀ ਪੁਲਾਂਘ ਪੁੱਟੇਗੀ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ। ਤੇ ਸਾਨੂੰ ਉਮੀਦ ਹੈ ਕਿ ਇਹਦੀ ਪਹਿਲੀ ਪੁਲਾਂਘ ਜਿਹੜੀ ਹੈਗੀ ਹੈ ਇਹ ਛੜੱਪੇ ਵਾਂਗ ਜਾਏਗੀ ਤੇ ਜਿਹੜਾ ਹੈਗਾ ਬਹੁਤ ਅੱਗੇ, ਬਹੁਤ ਡੂੰਘੀਆਂ, ਬਹੁਤ ਵੱਡੀਆਂ ਜਿਹੜੀਆਂ ਮੰਜ਼ਿਲਾਂ ਤੱਕ ਪਹੁੰਚੇਗੀ। ਤੇ ਅਸੀਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਨਾਲ ਪੰਜਾਬੀ ਸੱਥ ਮੈਲਬਰਨ ਤੇ ਆਸਟ੍ਰੇਲੀਅਨ ਪੰਜਾਬੀ ਚੈਨਲ ਵੱਲੋਂ ਤੁਹਾਡੇ ਸਾਰਿਆਂ ਦੇ ਰੂਬਰੂ ਸਾਡਾ ਅਗਲਾ ਮਹਿਮਾਨ ਕਰ ਰਹੇ ਹਾਂ, ਜਿਸ ਦਾ ਨਾਮ ਹੈ ਜੀ ਸੰਦੀਪ ਕੌਰ ਇਬਾਰਤ। ਸੰਦੀਪ ਕੌਰ ਜੀ ਜਿਹੜੇ ਹੈਗੇ ਨੇ ਉਹ ਪੰਜਾਬ ਮੁਕਤਸਰ ਤੋਂ ਬਿਲੋਂਗ ਕਰਦੇ ਨੇ ਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈਗਾ ਉਹ ਰਜਿਸਟਰਡ ਨਰਸ ਦੇ ਤੌਰ ਤੇ ਕੰਮ ਕਰ ਰਹੇ ਨੇ, ਜੋ ਕਿ ਬਹੁਤ ਹੀ ਸੇਵਾ ਭਾਵਨਾ ਵਾਲਾ ਤੇ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਆਸਟ੍ਰੇਲੀਆ ਦੇ ਵਿੱਚ। ਇਸ ਤੋਂ ਬਿਨਾਂ ਉਹ ਬੈਲਾਰਾਟ ਦੇ ਵਿੱਚ ਵਿਰਾਸਤ ਪੰਜਾਬ ਨਾਮ ਦਾ ਇੱਕ ਆਰਗੇਨਾਈਜੇਸ਼ਨ ਹੈ, ਉਹਦੇ ਵਿੱਚ ਬਹੁਤ ਐਕਟਿਵ ਮੈਂਬਰ ਨੇ, ਜਿੱਥੇ ਕਿ ਉਹ ਗਿੱਧਿਆਂ, ਭੰਗੜੇ ਤੇ ਹੋਰ ਜਿਹੜੇ ਕਲਚਰਲ ਸੱਭਿਆਚਾਰਕ ਐਕਟੀਵਿਟੀਜ਼ ਹੈ ਉਹਦੇ ਵਿੱਚ ਜਿਹੜਾ ਭਾਗ ਲੈਂਦੇ ਰਹਿੰਦੇ ਨੇ। ਤੇ ਇਸ ਤੋਂ ਬਿਨਾਂ ਉਹਨਾਂ ਨੂੰ ਜਿਹੜਾ ਹੈਗਾ ਨੱਚਣ ਟੱਪਣ ਦਾ ਬਹੁਤ ਸ਼ੌਂਕ ਹੈ। ਤੇ ਪਿਛਲੇ ਦਿਨੀ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਹੋਏ, ਮੈਲਬਰਨ ਦੇ ਵਿੱਚ ਹੋਏ ਸਾਵਨ ਕੁਈਨ ਦੇ ਵਿੱਚ ਜਿਹੜਾ ਹੈਗਾ ਮਿਸ ਸਾਵਨ ਕੁਈਨ ਰਨਰ ਅਪ ਦਾ ਖਿਤਾਬ ਵੀ ਜਿੱਤਿਆ, ਜਿਹਦੇ ਵਿੱਚ ਉਹਨਾਂ ਨੇ ਕਾਫੀ ਵਧੀਆ ਪ੍ਰਾਈਜ਼ ਮਨੀ ਜਿੱਤੀ ਹੈ। ਤੇ ਜਿਹੜਾ ਹੈਗਾ ਬਹੁਤ ਬਹੁਤ ਹੀ ਖੂਬਸੂਰਤ ਜਿਹੜੀਆਂ ਪਰਫਾਰਮੈਂਸਿਸ ਦਿੱਤੀਆਂ। ਅਸੀਂ ਸਾਰੇ ਬਹੁਤ ਜਿਹੜਾ ਪ੍ਰਸ਼ੰਸਕ ਹੋ ਗਏ ਉਹਨਾਂ ਦੇ ਵੱਲੋਂ। ਤੇ ਸਾਰੇ ਤੋਂ ਵੱਡੀ ਗੱਲ ਜਿਸ ਕਰਕੇ ਉਹ ਅੱਜ ਇੱਥੇ ਸਾਡੇ ਵਿੱਚ ਬੈਠੇ ਨੇ ਉਹ ਹੈ ਕਿ ਉਹ ਕਹਾਣੀਆਂ ਲਿਖਦੇ ਨੇ ਤੇ ਗੀਤ ਲਿਖਦੇ ਨੇ। ਤੇ ਹਜੇ ਉਹਨਾਂ ਦੀਆਂ ਕਹਾਣੀਆਂ ਅਸੀਂ ਨਹੀਂ ਪੜ੍ਹੀਆਂ, ਤੁਸੀਂ ਨਹੀਂ ਪੜ੍ਹੀਆਂ। ਅੱਜ ਆਪਾਂ ਖੁਦ ਦੇਖਾਂਗੇ ਕਿ ਉਹ ਕਿਹੋ ਜਿਹਾ ਰੰਗ ਲਿਖਦੇ ਨੇ, ਕੀ ਲਿਖਦੇ ਨੇ, ਤੇ ਉਹਦੇ ਤੋਂ ਅਸੀਂ ਦੇਖਾਂਗੇ ਕਿ ਜਿਹੜਾ ਕਿਹੋ ਜਿਹੇ ਵਿਸ਼ਿਆਂ ਦੇ ਵਿੱਚ ਜਿਹੜੀਆਂ ਨਵੀਆਂ ਕਲਮਾਂ ਨੇ ਉਹ ਲਿਖ ਰਹੀਆਂ ਨੇ। ਪੰਜਾਬੀ ਸਾਹਿਤ ਦਾ ਭਵਿੱਖ ਤੁਹਾਡੇ ਸਾਰਿਆਂ ਦੇ ਰੂਬਰੂ ਕਰਨ ਦਾ ਜਿਹੜਾ ਹੈਗਾ ਮਾਣ ਲੈ ਰਹੀ ਹੈ ਪੰਜਾਬੀ ਸੱਥ ਮੈਲਬਰਨ। ਤੁਹਾਡੇ ਸਾਰਿਆਂ ਦੇ ਰੂਬਰੂ ਨੇ ਜੀ ਸੰਦੀਪ ਕੌਰ ਇਬਾਰਤ ਜੀ। ਸੰਦੀਪ ਜੀ। ਹਾਂਜੀ, ਸ਼ੁਕਰੀਆ ਮਧੂ ਦੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ। ਤੇ ਅੱਜ ਜਿਹੜੀ ਮੇਰੀ ਕਹਾਣੀ ਦਾ ਵਿਸ਼ਾ ਆ, ਉਹਦਾ ਵਿਸ਼ਾ ਆ ਜੀ ਤੀਜੀ ਕੁੜੀ। ਜਦੋਂ ਉਹਦਾ ਜਨਮ ਹੋਇਆ ਤਾਂ ਘਰ ਵਿੱਚ ਸੋਗ ਜਿਹਾ ਪੈ ਗਿਆ। ਕੋਈ ਰੱਬ ਨੂੰ ਕੋਸ ਰਿਹਾ ਸੀ ਤੇ ਕੋਈ ਪੱਥਰ ਕਹਿ ਕੇ ਆਪਣੀ ਭੜਾਸ ਜਿਹੀ ਕੱਢ ਰਿਹਾ ਸੀ। ਦੋ ਕੁੜੀਆਂ ਪਹਿਲਾਂ ਹੀ ਹੋਣ ਕਰਕੇ ਪੱਥਰ ਦਾ ਭਾਰ ਕੁਝ ਜ਼ਿਆਦਾ ਹੀ ਮਹਿਸੂਸ ਹੋ ਰਿਹਾ ਸੀ। ਸ਼ਾਇਦ ਬੇਵਸ ਮੰਜੇ ਤੇ ਪਈ ਮਾਂ ਨੂੰ ਵੀ ਕੁਝ ਚੁਭਨ ਮਹਿਸੂਸ ਹੋਈ, ਜਿਵੇਂ ਸਾਰੀ ਗਲਤੀ ਉਸਦੀ ਹੀ ਸੀ। ਪਿਓ ਨੇ ਵੀ ਅਣਦੇਖਿਆ ਜਿਹਾ ਕਰਕੇ ਉਹਦੇ ਅਤੇ ਰੱਬ ਨਾਲ ਗੁੱਸਾ ਜਿਹਾ ਜ਼ਾਹਰ ਕਰ ਲਿਆ, ਤੇ ਇਸ ਤਰ੍ਹਾਂ ਕਿਸੇ ਨੇ ਵੀ ਉਸ ਬੇਲੋੜੇ ਪੱਥਰ ਨੂੰ ਚੁੱਕਣਾ ਜ਼ਰੂਰੀ ਨਾ ਸਮਝਿਆ, ਤੇ ਉਹ ਮਾਸੂਮ ਉਵੇਂ ਹੀ ਮੰਜੇ ਤੇ ਪਈ ਵਿਲਕਦੀ ਰਹੀ।
ਅਖੀਰ ਦਿਲ ਅਤੇ ਸਿਆਣਪ ਦੇ ਅਮੀਰ ਦਾਦਾ ਜੀ ਹਿੰਮਤ ਕਰਕੇ ਅੱਗੇ ਵਧੇ ਅਤੇ ਇਹ ਕਹਿੰਦਿਆਂ ਨਿਆਣੀ ਨੂੰ ਗੋਦੀ ਵਿੱਚ ਚੱਕ ਲਿਆ। ਉਹ ਭਲਿਆ ਲੋਕਾ, ਕਿਉਂ ਫਿਕਰ ਕਰਦਾ? ਧੀਆਂ ਤਾਂ ਆਪਣੇ ਹਿੱਸੇ ਦਾ ਨਾਂ ਲੈ ਕੇ ਆਉਂਦੀਆਂ। ਚਲੋ ਜੋ ਵੀ ਸੀ, ਹੈ ਤਾਂ ਘਰ ਦਾ ਜੀ ਸੀ, ਸੋ ਹੌਲੀ-ਹੌਲੀ ਸਭ ਨੇ ਅਪਣਾਉਣਾ ਸ਼ੁਰੂ ਕਰ ਲਿਆ। ਪਰ ਦਾਦੀ ਨੂੰ ਹਲੇ ਵੀ ਧੱਕੇ ਨਾਲ ਪਿੱਛੇ ਪਈ ਚੁੜੇਲ ਜਾਪਦੀ। ਉਮਰ ਅਤੇ ਕੱਦ ਵਿੱਚ ਛੋਟੀ ਹੋਣ ਕਰਕੇ ਅਕਸਰ ਭੈਣ ਭਰਾਵਾਂ ਦੇ ਉੱਚੇ ਹੋਏ ਕੱਪੜਿਆਂ ਨਾਲ ਉਹਦਾ ਡੰਗ ਜਿਹਾ ਸਾਰ ਦਿੱਤਾ ਜਾਂਦਾ, ਪਰ ਉਹ ਮਾਸੂਮੀਅਤ ਲਈ ਉਹ ਕੱਪੜੇ ਨਵੇਂ ਹੀ ਹੁੰਦੇ। ਕਦੇ-ਕਦੇ ਨਿਆਣੀ ਆਪਣੇ ਭੂਆ ਅਤੇ ਚਾਚੇ ਦੀਆਂ ਕੁੜੀਆਂ ਨੂੰ ਦੇਖ ਕੇ ਕਦੇ ਕਿਸੇ ਚੀਜ਼ ਲਈ ਜਿੱਦ ਵੀ ਕਰਦੀ ਤਾਂ ਮਾਂ ਦੀਆਂ ਝਿੜਕਾਂ ਤੋਂ ਸਿਵਾਏ ਉਹਦੇ ਪੱਲੇ ਕੁਝ ਨਾ ਪੈਂਦਾ। ਮਾਂ ਨੇ ਉਹਨੂੰ ਕਿੰਨੀ ਵਾਰੀ ਸਮਝਾਇਆ ਵੀ ਸੀ ਕਿ ਉਹ ਉਹਨਾਂ ਵਾਂਗੂ ਘਰ ਦੀ ਇੱਕੋ ਇੱਕ ਧੀ ਨਹੀਂ, ਉਹ ਘਰ ਦੀ ਤੀਜੀ ਕੁੜੀ ਆ। ਖੈਰ ਉਸ ਵੇਲੇ ਇੰਨੀ ਸਮਝ ਤਾਂ ਨਹੀਂ ਸੀ, ਪਰ ਸ਼ਾਇਦ ਕੁਝ ਨਾ ਕੁਝ ਤਾਂ ਉਹ ਸਮਝ ਹੀ ਗਈ ਸੀ ਤੇ ਹੌਲੀ-ਹੌਲੀ ਉਹਨੇ ਆਪਣੀ ਜਿੱਦ ਨੂੰ ਬਦਲ ਕੇ ਚਾਅ ਅਤੇ ਸਧਰਾਂ ਨੂੰ ਲੁਕੋ ਕੇ ਸਬਰ ਦਾ ਘੁੱਟ ਭਰਨਾ ਸਿੱਖ ਲਿਆ। ਘਰ ਦੇ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਸੀ, ਕਿਉਂਕਿ ਘਰ ਵਿੱਚ ਖਾਣ ਵਾਲੇ ਜ਼ਿਆਦਾ ਪਰ ਕਮਾਉਣ ਵਾਲੇ ਸਿਰਫ ਉਹਦੇ ਪਿਤਾ ਹੀ ਸਨ। ਇਸ ਕਰਕੇ ਉਹ ਆਪਣੇ ਪਿਤਾ ਲਈ ਕੁਝ ਕਰਨਾ ਚਾਹੁੰਦੀ ਸੀ। ਪਿਓ ਦੇ ਮੱਥੇ ਤੇ ਪਈਆਂ ਬੋਝ ਦੀਆਂ ਲਕੀਰਾਂ ਨੂੰ ਮਿਟਾਉਣ ਬਾਰੇ ਸੋਚਦੀ ਰਹਿੰਦੀ। ਸੋ ਇਸੇ ਕਰਕੇ ਮਿਹਨਤ ਨਾਲ ਜਮਾਤ ਵਿੱਚੋਂ ਅਵੱਲ ਆਉਣ ਦੀ ਅਸਲ ਖੁਸ਼ੀ ਉਹਨੂੰ ਉਦੋਂ ਹੀ ਹੁੰਦੀ ਜਦੋਂ ਉਹ ਪਸੀਨੇ ਨਾਲ ਭਿੱਜੇ ਆਪਣੇ ਪਿਤਾ ਦੇ ਚਿਹਰੇ ਉੱਤੇ ਖੁਸ਼ੀ ਦੀ ਚਮਕ ਦੇਖਦੀ ਤੇ ਉਹ ਪਲ ਪਿਓ ਧੀ ਲਈ ਕੋਈ ਜੰਨਤ ਤੋਂ ਘੱਟ ਨਾ ਹੁੰਦੇ। ਬੇਸ਼ੱਕ ਘਰ ਦੀ ਪੂੰਜੀ ਦੇ ਹਿਸਾਬ ਨਾਲ ਉਹਨੂੰ ਪਿੰਡ ਦੇ ਇੱਕ ਆਮ ਜਿਹੇ ਸਕੂਲ ਵਿੱਚ ਪੜ੍ਹਨੇ ਪਾਇਆ, ਪਰ ਮਿਹਨਤੀ ਸੁਭਾਅ ਤੇ ਸੂਝ-ਬੂਝ ਦੀ ਸਿਆਣੀ ਹੋਣ ਕਰਕੇ ਉਹਨੇ ਸਕੂਲ ਵਿੱਚ ਵੀ ਆਪਣੀ ਪਹਿਚਾਣ ਬਣਾ ਲਈ। ਖੇਡਾਂ, ਨਾਟਕਾਂ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਉਹ ਅਕਸਰ ਹਿੱਸਾ ਲੈਂਦੀ। 10ਵੀਂ ਦੀ ਪੜ੍ਹਾਈ ਉਹਨੇ ਸਰਕਾਰੀ ਸਕੂਲ ਵਿੱਚੋਂ ਹੀ ਕੀਤੀ, ਪਰ ਮਨੋ-ਮਨੀ ਉਹ ਅਗਲੀ ਪੜ੍ਹਾਈ ਕਿਸੇ ਚੰਗੇ ਸਕੂਲ ਜਾਂ ਕਾਲਜ ਤੋਂ ਕਰਨਾ ਲੋਚਦੀ ਰਹਿੰਦੀ ਤੇ ਰੱਬ ਨੇ ਇਹ ਲੋਚਨਾ ਜਿਵੇਂ ਨੇੜੇ ਹੋ ਕੇ ਸੁਣ ਲਈ ਹੋਵੇ। ਖੇਤੀਬਾੜੀ 'ਚੋਂ ਕੁਝ ਨਾ ਬਚਦਾ ਦੇਖ ਕੇ ਪਿਤਾ ਨੇ ਸ਼ਹਿਰ ਵਿੱਚ ਆਪਣਾ ਕੰਮ ਸ਼ੁਰੂ ਕੀਤਾ, ਜੋ ਸ਼ਾਇਦ ਨਿਆਣੀ ਦੇ ਕਰਮਾਂ ਨੂੰ ਚੰਗਾ ਚੱਲ ਪਿਆ। ਪਰਿਵਾਰ ਵੀ ਸ਼ਹਿਰ ਚਲਾ ਗਿਆ। ਘਰ ਦੇ ਹਾਲਾਤ ਵੀ ਸੁਧਰਨ ਲੱਗੇ ਤੇ ਉਹਨੂੰ ਇੱਕ ਚੰਗੇ ਨਰਸਿੰਗ ਕਾਲਜ ਵਿੱਚ ਦਾਖਲਾ ਮਿਲ ਗਿਆ। ਪਿੰਡ ਦੀ ਪੜ੍ਹਾਈ ਜ਼ਿਆਦਾ ਵਧੀਆ ਨਾ ਹੋਣ ਕਰਕੇ ਸਾਇੰਸ ਅਤੇ ਮੈਡੀਕਲ ਦੀ ਪੜ੍ਹਾਈ ਉਹਨੂੰ ਪਹਾੜ ਜਾਪਦੀ। ਬਹੁਤ ਜ਼ਿਆਦਾ ਅਖਿਆਈ ਹੋਣ ਕਰਕੇ ਕਈ ਵਾਰਾਂ ਉਹ ਰਜਾਈ ਵਿੱਚ ਮੂੰਹ ਲਪੇਟ ਕੇ ਰੋਂਦੀ ਵੀ ਰਹਿੰਦੀ। ਆਖਿਰ ਦਿਨ ਰਾਤ ਦੀ ਮਿਹਨਤ ਤੇ ਪਿਓ ਦੀ ਦਿੱਤੀ ਹੱਲਾਸ਼ੇਰੀ ਰੰਗ ਲੈ ਕੇ ਆਈ। ਉਹਨੇ ਜਮਾਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਰੱਬ ਦਾ ਸ਼ੁਕਰ ਮਨਾਇਆ ਤੇ ਹੁਣ ਉਹ ਅੱਗੇ ਵੀ ਹਿੰਮਤ ਨਾਲ ਵਧਣ ਲੱਗੀ ਤੇ ਅਗਲੀ ਡਿਗਰੀ ਵੀ ਚੰਗੇ ਕਾਲਜ ਤੋਂ ਪ੍ਰਾਪਤ ਕਰ ਲਈ। ਬੇਸ਼ੱਕ ਉਹਨੂੰ ਆਪਣੀ ਪੜ੍ਹਾਈ ਕਰਕੇ ਘਰ-ਬਾਰ ਤੋਂ ਬਾਹਰ ਰਹਿਣਾ ਪਿਆ, ਪਰ ਆਪਣੇ ਚਰਿੱਤਰ ਨੂੰ ਹਮੇਸ਼ਾ ਉੱਚਾ ਰੱਖਣ ਦੀ ਕੋਸ਼ਿਸ਼ ਕਰਦੀ। ਭੈਣ ਭਰਾਵਾਂ ਦਾ ਵਿਆਹ ਹੋ ਚੁੱਕਾ ਸੀ, ਸਭ ਆਪਣੀ ਥਾਂ ਖੁਸ਼ ਸਨ। ਸੋ ਹੁਣ ਸਭ ਰਿਸ਼ਤੇਦਾਰ ਇਹ ਤੀਜੀ ਕੁੜੀ ਦਾ ਵਿਆਹ ਕਰਕੇ ਸਿਰ ਉੱਪਰੋਂ ਇਸ ਭਾਰ ਨੂੰ ਲਾਹੁਣ ਦੀ ਸਲਾਹ ਦੇਣ ਲੱਗੇ। ਬਾਕੀ ਤਾਂ ਚਲੋ ਠੀਕ ਸੀ, ਪਰ ਆਹ ਭਾਰ ਵਾਲੀ ਗੱਲ ਉਹਦੇ ਦਿਲ ਨੂੰ ਜਿਵੇਂ ਠੋਕਰ ਹੀ ਲਾ ਗਈ। ਵੈਸੇ ਭਾਰ ਵਾਲੀ ਗੱਲ ਸੱਚੀ ਵੀ ਸੀ, ਕਿਉਂਕਿ ਕੁੜੀ ਨੂੰ ਵਿਆਹੁਣ ਲਈ ਤੇ ਦਾਜ ਦੇਣ ਲਈ ਪੈਸਿਆਂ ਦੀ ਭਾਰੀ ਪੰਡ ਵੀ ਚਾਹੀਦੀ ਸੀ। ਸੋਚਾਂ ਵਿੱਚ ਡੁੱਬੇ ਆਪਣੇ ਬੇਵੱਸ ਪਿਓ ਨੂੰ ਦੇਖ ਕੇ ਉਹਦਾ ਮਨ ਭਰ ਆਇਆ। ਹੁਣ ਉਹਨੂੰ ਸੱਚਮੁੱਚ ਆਪਣਾ ਆਪ ਇੱਕ ਪੱਥਰ ਹੀ ਲੱਗਿਆ, ਜਿਹਦੇ ਭਾਰ ਦੇ ਬੋਝ ਥੱਲੇ ਸਭ ਦਾ ਸਾਹ ਘੁੱਟਣ ਲੱਗਿਆ ਸੀ। ਦਿਨ ਰਾਤ ਜੀ ਤੋੜ ਮਿਹਨਤ ਕਰਕੇ ਉਹਨੇ ਪੜ੍ਹਾਈ, ਚੰਗਾ ਸੁਭਾਅ, ਰਹਿਣ-ਸਹਿਣ ਦਾ ਸਲੀਕਾ ਵਰਗੇ ਗੁਣਾਂ ਦੀ ਕਮਾਈ ਤਾਂ ਕਰ ਲਈ ਸੀ, ਪਰ ਦਾਜ ਇਕੱਠਾ ਕਰਨਾ ਤਾਂ ਸ਼ਾਇਦ ਉਹ ਭੁੱਲ ਹੀ ਗਈ ਸੀ। ਬਹੁਤ ਸੋਚ ਵਿਚਾਰ ਤੋਂ ਬਾਅਦ ਉਹਨੇ ਫਿਰ ਤੋਂ ਮਿਹਨਤ ਕੀਤੀ ਅਤੇ ਕੁਝ ਅੜਚਨਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਆਪਣੀ ਅਗਲੀ ਪੜ੍ਹਾਈ ਲਈ ਬਾਹਰਲੇ ਮੁਲਕ ਦੀ ਨਾਮਵਰ ਵਿੱਦਿਅਕ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋ ਗਈ। ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਚੰਗੀ ਨੌਕਰੀ ਤੇ ਲੱਗ ਆਪਣੇ ਪੈਰਾਂ ਸਿਰ ਖੜੀ ਹੋ ਗਈ। ਹੁਣ ਬਾਹਰਲੇ ਦੇਸ਼ ਵਿੱਚ ਵੱਡੀ ਨੌਕਰੀ ਅਤੇ ਪੱਕੇ ਪੈਰੀ ਪਈ ਕੁੜੀ ਦੇਖ ਕੇ ਬਾਹਰ ਜਾਣ ਦੇ ਲਾਲਚ ਵਿੱਚ ਚੰਗੇ ਵੱਡੇ ਘਰਾਂ ਦੇ ਬਹੁਤ ਸਾਰੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ। ਕੁਝ ਕੁ ਤਾਂ ਪੈਸੇ ਅਤੇ ਖਰਚਾ ਆਪਣੇ ਪੱਲਿਓਂ ਦੇਣ ਲਈ ਵੀ ਤਿਆਰ ਸੀ ਅਤੇ ਹੁਣ ਜਦੋਂ ਉਹ ਆਪਣੇ ਪਾਪਾ ਨੂੰ ਰਿਸ਼ਤੇ ਚੁਣਦਿਆਂ ਤੇ ਨਖਰੇ ਕਰਦਿਆਂ ਦੇਖਦੀ ਤਾਂ ਅੰਦਰੋਂ ਅੰਦਰੀ ਖੁਸ਼ ਹੁੰਦੀ ਤੇ ਉਹਨੂੰ ਲੱਗਿਆ ਜਿਵੇਂ ਉਹਨੇ ਹੁਣ ਦਾਜ ਵਾਲੀ ਪੰਡ ਵੀ ਕਮਾ ਲਈ ਹੋਵੇ ਤੇ ਅੱਜ ਉਹ ਪੱਥਰ ਦਾ ਭਾਰ ਵੀ ਸਭ ਨੂੰ ਫੁੱਲ ਵਾਂਗੂ ਹਲਕਾ ਜਾਪ ਰਿਹਾ ਸੀ। ਅੱਜ ਵੀ ਉਹਦੀਆਂ ਅੱਖਾਂ ਨਮ ਸੀ, ਪਰ ਇਹ ਹੰਝੂ ਖੁਸ਼ੀ ਦੇ ਸਨ। ਉਹ ਆਪਣੇ ਦਾਦਾ ਜੀ ਨੂੰ ਵਾਰ-ਵਾਰ ਯਾਦ ਕਰ ਰਹੀ ਸੀ, ਜਿਨ੍ਹਾਂ ਨੇ ਉਸ ਨਿਮਾਣੀ ਦਾ ਇਸ ਦੁਨੀਆ ਵਿੱਚ ਆਉਣ ਤੇ ਸਭ ਤੋਂ ਪਹਿਲਾਂ ਸਵਾਗਤ ਕੀਤਾ ਸੀ ਤੇ ਕਿਹਾ ਸੀ,
ਉਹ ਭਲਿਆ ਲੋਕਾ ਕਿਉਂ ਫਿਕਰ ਕਰਦਾ, ਧੀਆਂ ਤਾਂ ਆਪਣੇ ਹਿੱਸੇ ਦਾ ਨਾਲ ਲੈ ਕੇ ਆਉਂਦੀਆਂ। ਧੰਨਵਾਦ ਜੀ। ਬਹੁਤ ਸੋਹਣਾ Very ਸੰਦੀਪ nice. ਜੀ, ਬਹੁਤ ਖੂਬਸੂਰਤ। खूब ਅਕਸਰ ਦਿਲ ਭਾਰਾ ਹੋ ਗਿਆ, ਮੇਰੇ ਸ਼ਬਦ ਆ ਜਿਹੜੇ ਥੋੜੇ ਜਿਹੇ ਗੁੰਮ ਗਏ, ਕਿਉਂਕਿ ਅਕਸਰ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਅਸੀਂ ਆਪਣੇ ਸਮਾਜ ਦੇ ਚਾਰੇ ਪਾਸੇ ਦੇਖਦੇ ਹੀ ਰਹਿੰਦੇ ਆ ਤੇ ਵਿਚਰਦੇ ਹੀ ਰਹਿੰਦੇ ਆ, ਇਹੋ ਜਿਹੇ ਚਰਿੱਤਰ ਦੇਖਦੇ ਰਹਿੰਦੇ ਆ, ਇਹੋ ਜਿਹੇ ਦੁੱਖ ਦੇਖਦੇ ਰਹਿੰਦੇ ਆ। ਸ਼ਾਇਦ ਗਲਤੀ ਮਾਪਿਆਂ ਦੀ ਵੀ ਨਹੀਂ ਹੁੰਦੀ, ਅਸੀਂ ਉਹ ਸਮਾਜ ਹੀ ਨਹੀਂ ਸਿਰਜ ਸਕੇ ਜਿਹੜਾ ਔਰਤ ਨੂੰ ਜਾਂ ਕੁੜੀ ਨੂੰ ਖੁੱਲ੍ਹ ਦਿਲੀ ਨਾਲ ਸਵੀਕਾਰ ਸਕੇ। ਖੈਰ, ਬਹੁਤ ਕੁਝ ਬਦਲ ਗਿਆ, ਬਹੁਤ ਕੁਝ ਬਦਲ ਰਿਹਾ ਹੈ ਤੇ ਉਮੀਦ ਹੈ ਕਿ ਬਦਲਦਾ ਰਹੇਗਾ। ਤੁਹਾਡੀ ਕਲਮ ਨੂੰ ਬਹੁਤ ਸਾਰੀਆਂ ਦੁਆਵਾਂ ਤੇ ਆਪਾਂ ਆਪਣੇ ਪ੍ਰੋਗਰਾਮ ਦੇ ਜਿਹੜਾ ਹੈਗਾ ਅਗਲੇ ਪੜਾਅ ਵੱਲ ਵੱਧਦੇ ਹਾਂ। ਅੱਗੇ ਸਾਡੇ ਨਾਲ ਜੁੜੇ ਨੇ ਜੀ, ਇਹਨਾਂ ਨੂੰ ਇੰਟਰੋਡਿਊਸ ਕਰਦਿਆਂ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ, ਕਿਉਂਕਿ ਮੇਰੇ ਏਰੀਆ ਤੋਂ ਨੇ, ਗਿੱਦੜਬਾਹਾ ਬਠਿੰਡਾ ਤੋਂ ਸਾਡੇ ਨਾਲ ਜੁੜੇ ਨੇ ਜੀ ਬਿਕਰਮਜੀਤ ਸਿੰਘ ਨੂਰ ਜੀ। ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਇੰਨੀਆਂ ਵੱਡੀਆਂ ਤੇ ਉੱਚ ਕੋਟੀ ਦੀਆਂ ਕਲਮਾਂ ਨੂੰ ਤੁਹਾਡੇ ਸਾਰਿਆਂ ਦੇ ਰੂਬਰੂ ਕਰ ਰਹੀ ਹਾਂ। ਲਗਭਗ 18 ਕਿਤਾਬਾਂ ਲਿਖ ਚੁੱਕੇ ਬਿਕਰਮਜੀਤ ਸਿੰਘ ਨੂਰ ਜੀ ਨਾ ਸਿਰਫ ਮਿੰਨੀ ਕਹਾਣੀਆਂ ਬਲਕਿ ਗਜ਼ਲ, ਕਵਿਤਾ, ਨਾਵਲ, ਕਹਾਣੀ ਸੰਗ੍ਰਹਿ, ਜੀਵਨੀ ਤੇ ਨਾਲ ਅਨੁਵਾਦ ਨਾਲ ਜੁੜੇ ਹੋਏ ਨੇ। ਨਾਲ ਹੀ ਉਹ ਜਿਹੜਾ ਹੈਗਾ ਤ੍ਰੈਮਾਸਿਕ ਮਿੰਨੀ ਜਿਹੜਾ ਹੈਗਾ ਮੈਗਜ਼ੀਨ, ਉਸਦੀ ਸਹਿ ਸੰਪਾਦਨਾ ਵੀ ਕਰਦੇ ਨੇ। ਉਹਨਾਂ ਦੀਆਂ ਜਿਹੜੀਆਂ 7 ਦਰਜਨ ਦੇ ਕਰੀਬ ਸੰਪਾਦਿਤ ਪੁਸਤਕਾਂ ਦੇ ਵਿੱਚ ਵੀ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਛਪ ਚੁੱਕੀਆਂ ਨੇ। ਇਸ ਤੋਂ ਬਿਨਾਂ ਉਹਨਾਂ ਦੀਆਂ ਕਹਾਣੀਆਂ ਅਕਸਰ ਜਿਹੜਾ ਹੈਗਾ ਆਲ ਇੰਡੀਆ ਰੇਡੀਓ ਬਠਿੰਡਾ ਤੇ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਰਿਕਾਰਡ ਤੇ ਪ੍ਰਸਾਰਿਤ ਹੁੰਦੀਆਂ ਰਹਿੰਦੀਆਂ ਨੇ। ਇੱਕ ਅਧਿਆਪਕ ਵਜੋਂ ਕੰਮ ਕਰਦੇ ਬਿਕਰਮਜੀਤ ਸਿੰਘ ਨੂਰ ਜੀ ਆਪਣੀ ਝੋਲੀ ਦਰਜਨਾਂ ਹੀ ਸਨਮਾਨ ਤੇ ਮਾਣ ਪਾ ਚੁੱਕੇ ਨੇ। ਤੇ ਆਪਾਂ ਹੁਣ ਅੱਜ ਦੇਖਦੇ ਹਾਂ ਕਿ ਵੈਸੇ ਤਾਂ ਉਹਨਾਂ ਨੇ ਅਲੱਗ-ਅਲੱਗ ਵਿਸ਼ਿਆਂ ਤੇ ਹਰ ਵਿਸ਼ੇ ਤੇ, ਸਮਾਜ ਦੇ ਹਰ ਵਿਸ਼ੇ ਤੇ ਜਿਹੜਾ ਹੈਗਾ ਲਿਖਿਆ ਹੈ। ਤੇ ਆਪਾਂ ਦੇਖਦੇ ਹਾਂ ਕਿ ਅੱਜ ਆਪਣੀ ਮਹਿਫਲ ਦੇ ਵਿੱਚ ਉਹ ਜਿਹੜਾ ਹੈਗਾ ਕਿਹੜਾ ਰੰਗ ਲੈ ਕੇ ਆਉਂਦੇ ਨੇ। ਬਿਕਰਮਜੀਤ ਸਿੰਘ ਨੂਰ ਜੀ, ਤੁਹਾਡਾ ਸਵਾਗਤ ਹੈ ਜੀ। हाँ हाँ जी, बहुत बहुत शुक्रिया जी। ਜਿਹੜਾ ਆਪਣਾ ਅਦਬੀ ਰਾਹਾਂ ਮੈਲਬਰਨ ਤੇ ਖਾਸ ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਆ ਜਿਹੜੇ ਤੁਸੀਂ ਸੰਚਾਲਨ ਕਰ ਰਹੇ ਹੋ ਮਧੂ ਤਨਹਾ ਜੀ, ਤੁਸੀਂ ਹੋ ਗਏ ਤੇ ਤੁਹਾਡੇ ਨਾਲ ਜਿਹੜੇ ਗਜ਼ਲ ਹੋ ਗਏ, ਤੇ ਗਜ਼ਲ ਤੇ ਤਨਹਾ ਤਾਂ ਆਪਣੇ ਆਪ ਦੇ ਵਿੱਚ ਇੱਕ ਦੂਜੇ ਦੇ ਪੂਰਕ ਹੋ ਗਏ। ਤੇ ਇਹਨਾਂ ਦਾ ਜਿਹੜਾ ਤੁਹਾਡਾ ਖੁਦ ਦਾ ਨਾਂ ਵੀ ਸਾਹਿਤਕ ਹੈ, ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਹੁਣੇ ਸਾਡੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਸਾਡੀ ਬੇਟੀ ਨੇ ਇੱਕ ਬਹੁਤ ਮਾਰਮਿਕ ਰਚਨਾ ਪੜ੍ਹੀ ਹੈ। ਤੇ ਸਾਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਲ ਕਰਨ ਲਈ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ। ਜਿਵੇਂ ਕਿ ਤੁਸੀਂ ਜਾਣ ਪਛਾਣ ਕਰਵਾਈ ਹੈ ਕਿ ਮਿੰਨੀ ਤ੍ਰੈਮਾਸਿਕ ਨਾਲ ਜੁੜੇ ਹੋਏ ਹਾਂ। ਮੇਰੇ ਨਾਲ ਸਾਡੇ ਜਿਹੜੇ ਸਭ ਤੋਂ ਸੀਨੀਅਰ ਸਾਡੇ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਤੇ ਜਗਦੀਸ਼ ਰਾਏ ਕੁਲਰੀਆਂ ਜੀ, ਇਹ ਸਾਡੇ ਇਹ ਅਦਾਰੇ ਦੀ ਜਿੰਦ ਜਾਨ ਹਨ। ਤੇ ਮੈਂ ਵੀ ਇਸ ਅਦਾਰੇ ਦੇ ਵਿੱਚ ਪਿਛਲੇ 25-30 ਸਾਲ ਤੋਂ ਕੰਮ ਕਰਦਾ ਰਿਹਾ। ਮੇਰੀਆਂ 8 ਕਿਤਾਬਾਂ ਮਿੰਨੀ ਕਹਾਣੀ ਦੀਆਂ ਆ ਚੁੱਕੀਆਂ ਹਨ। ਤੇ ਅੱਜ ਜਿਹੜੀ ਮੈਂ ਕਹਾਣੀ ਪੇਸ਼ ਕਰਨ ਜਾ ਰਿਹਾ ਹਾਂ ਉਸ ਦਾ ਸਿਰਲੇਖ ਹੈ ਪਾਣੀ ਤੋਂ ਵੀ ਪਤਲੇ। ਤਾਂ ਪਾਣੀ ਤੋਂ ਵੀ ਪਤਲੇ ਮਿੰਨੀ ਕਹਾਣੀ ਹੈ। ਮੈਂ ਸ਼ੁਰੂ ਕਰਦਾ। ਮਹਾਨਗਰ ਵਰਗੇ ਸ਼ਹਿਰ ਦੇ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਇੱਕ ਤੰਗ ਜਿਹੀ ਥਾਂ ਤੇ ਰਹਿੰਦੇ ਆਪਣੇ ਛੋਟੇ ਭਰਾ ਭਰਜਾਈ ਕੋਲ ਰਾਣੀ ਬੇਸ਼ੱਕ 2 ਘੰਟੇ ਦਾ ਸਫ਼ਰ ਕਰਕੇ ਦੁਪਹਿਰ ਤੋਂ ਪਹਿਲਾਂ ਜਿਹੇ ਪਹੁੰਚ ਗਈ ਸੀ, ਪਰ ਭਾਬੀ ਦੇ ਪੁੱਛਣ ਤੇ ਦੀਦੀ ਰੋਟੀ ਤੋਂ ਇਨਕਾਰ ਕਰਦਿਆਂ ਭੁੱਖ ਲੱਗੀ ਹੋਣ ਦੇ ਬਾਵਜੂਦ ਵੀ ਨਹੀਂ, ਚਾਹ ਨਾਲ ਹੀ ਸਾਰ ਲਵਾਂਗੀ ਹੀ ਬੋਲ ਦਿੱਤਾ, ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ। ਵੈਸੇ ਵੀ ਰਿਕਸ਼ੇ ਤੋਂ ਉਤਰਦਿਆਂ ਰਾਣੀ ਕੋਲ ਭਾਰੀ ਬੈਗ ਦੇਖ ਕੇ ਭਾਬੀ ਦੇ ਮੱਥੇ ਤੇ ਵੱਟ ਪੈ ਗਿਆ ਸੀ। ਕਿਤੇ ਕੁਝ ਦਿਨ ਲਈ ਰਹਿਣ ਹੀ ਨਾ ਆ ਗਈ ਹੋਵੇ। ਭਾਬੀ ਦੇ ਮਨ ਅੰਦਰ ਪੈਦਾ ਹੋਇਆ ਇਹ ਪ੍ਰਸ਼ਨ ਰਾਣੀ ਤੋਂ ਗੁੱਝਾ ਨਹੀਂ ਸੀ ਰਿਹਾ। ਰਾਣੀ ਵੀ ਆਖਿਰ ਕੀ ਕਰੇ। ਉਸ ਦੇ ਵਿਆਹ ਨੂੰ ਅਜੇ ਸਾਲ ਵੀ ਨਹੀਂ ਸੀ ਹੋਇਆ ਕਿ ਪਹਿਲਾਂ ਮਾਂ ਤੁਰ ਗਈ ਤੇ ਪਿੱਛੇ ਬਾਪ। ਵੱਡਾ ਭਰਾ ਪਹਿਲਾਂ ਹੀ ਪਰਦੇਸੀ ਹੋ ਗਿਆ ਸੀ। ਇਹ ਛੋਟਾ ਬੇਸ਼ੱਕ ਸ਼ੁਰੂ ਤੋਂ ਹੀ ਖੁਸ਼ਕ ਸੁਭਾਅ ਦਾ ਸੀ, ਪਰ ਆਖਿਰ ਪੇਕਿਆਂ ਦਾ ਮੋਹ ਵੀ ਤਾਂ ਕੋਈ ਅਰਥ ਰੱਖਦਾ ਹੁੰਦਾ ਹੈ।
ਰਾਣੀ ਇਸ ਤੋਂ ਪਹਿਲਾਂ ਵੀ ਕਦੇ-ਕਦੇ ਗੇੜਾ ਮਾਰਦੀ, ਪਰ ਉਹ 1-2 ਘੰਟਿਆਂ ਬਾਅਦ ਵਾਪਸ ਮੁੜ ਜਾਂਦੀ। ਉਹ ਆਪਣੇ 6-7 ਸਾਲ ਦੇ ਭਤੀਜੇ ਨੂੰ ਬਹੁਤ ਪਿਆਰ ਕਰਦੀ। ਉਸ ਵਾਸਤੇ ਜ਼ਰੂਰ ਕੁਝ ਨਾ ਕੁਝ ਲੈ ਕੇ ਆਉਂਦੀ। ਅੱਜ ਵੀ ਰਿਮੋਟ ਵਾਲੀ ਵੱਡੀ ਕਾਰ ਲੈ ਕੇ ਆਈ ਸੀ, ਜਿਸ ਨਾਲ 4 ਸਾਲ ਦੀ ਉਸ ਦੀ ਆਪਣੀ ਬੇਟੀ ਤੇ ਭਤੀਜਾ ਮਸਤੀ ਨਾਲ ਖੇਡਣ ਲੱਗ ਪਏ ਸਨ। ਅੱਜ ਛੁੱਟੀ ਦਾ ਦਿਨ ਸੀ, ਭਰਾ ਵੀ ਘਰ ਹੀ ਸੀ। ਮੇਰਾ ਥੋੜੇ ਦਿਨਾਂ ਨੂੰ ਇੱਧਰ ਚੱਕਰ ਲੱਗੂਗਾ। ਫੋਨ ਤੇ ਰਾਣੀ ਨੇ ਜਾਣਕਾਰੀ ਤਾਂ ਜ਼ਰੂਰ ਦਿੱਤੀ ਸੀ, ਪਰ ਅੱਜ ਇੰਜ ਅਚਾਨਕ ਆ ਜਾਣਾ ਭਰਾ ਭਰਜਾਈ ਨੂੰ ਕੁਝ ਅਜੀਬ ਜਿਹਾ ਲੱਗਾ। ਰਸੋਈ ਵਿੱਚ ਕੰਨ ਜੋੜ ਕੇ ਖੜਿਆਂ ਦੀ ਖੁਸਰ ਫੁਸਰ ਇਸ ਗੱਲ ਦਾ ਸਪਸ਼ਟ ਸੰਕੇਤ ਦਿੰਦੀ ਨਜ਼ਰ ਆ ਰਹੀ ਸੀ। ਰੋਟੀ ਆ ਦਾ ਕੰਮ ਨਿਬੇੜਦੇ ਕਰਦੇ ਸ਼ਾਮ ਦੇ 5 ਵੱਜ ਗਏ। ਅੱਛਾ ਰਾਜੇ, ਮੈਂ ਹੁਣ ਚੱਲੀ ਐ। ਕਿਉਂ, ਕਿੱਥੇ? ਪਤਾ ਨਹੀਂ ਕਿਸ ਤਰ੍ਹਾਂ ਜਲਦੀ ਜਲਦੀ ਭਾਬੀ ਦੇ ਮੂੰਹੋਂ ਇਕੱਠਿਆਂ ਹੀ ਇਹਨਾਂ ਇੱਕ ਸ਼ਬਦੀ 2 ਸਵਾਲਾਂ ਦਾ ਉਚਾਰਨ ਹੋ ਗਿਆ। ਮੇਰੀ ਇੱਕ ਪੁਰਾਣੀ ਸਹੇਲੀ ਰਹਿੰਦੀ ਇੱਥੇ, ਉਹਦੇ ਦਿਓਰ ਦਾ ਵਿਆਹ ਹੈ। ਮੈਂ ਆਵਾਂ ਛੱਡ ਕੇ? ਭਰਾ ਵੱਲੋਂ ਕੀਤੇ ਸਵਾਲ ਵਿੱਚ ਵੀ ਕਾਹਲੀ ਦੀ ਕਮੀ ਨਹੀਂ ਸੀ। ਨਹੀਂ, ਰਾਣੀ ਨੇ ਕਿਹਾ, ਸਹੇਲੀ ਖੁਦ ਹੀ ਆ ਰਹੀ ਹੈ ਮੈਨੂੰ ਲਿਜਾਣ ਵਾਸਤੇ। ਰਾਣੀ ਉੱਠੀ, ਭਤੀਜੇ ਦੇ ਸਿਰ ਤੇ ਹੱਥ ਫੇਰਿਆ, ਸੱਜੇ ਹੱਥ ਵਿੱਚ ਬੈਗ ਤੇ ਖੱਬੇ ਨਾਲ ਕੁੜੀ ਦੀ ਉਂਗਲ ਫੜੀ, ਤੇਜ਼ੀ ਨਾਲ ਅੰਦਰੋਂ ਬਾਹਰ ਨਿਕਲ ਕੇ ਸੜਕ ਤੇ ਜਾ ਖੜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਵਾਹ 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 ਨੂਰ ਸਰ, ਮੈਨੂੰ ਉਹ ਗਾਣੇ ਦੀ ਯਾਦ ਆ ਗਈ ਸੁਣਦੇ ਸੁਣਦੇ ਕਿ ਮਾਂ ਮੈਂ ਮੁੜਨੀ ਪੇਕੇ ਜਾਣਾ, ਪੇਕੇ ਹੁੰਦੇ ਮਾਵਾਂ ਨਾਲ, ਹਨਾ। ਬਹੁਤ ਸਾਰੀਆਂ ਸਾਂਝਾਂ, ਬਹੁਤ ਸਾਰੀਆਂ ਰਿਸ਼ਤੇਦਾਰੀਆਂ ਸ਼ਾਇਦ ਇੱਕ ਮੋੜ ਤੇ ਆ ਕੇ ਰੁਕ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਦਿਲ ਭਾਰਾ ਭਾਰਾ ਜਿਹਾ ਹੋ ਗਿਆ ਮੇਰਾ ਸੁਣ ਕੇ। ਬਹੁਤ ਖੂਬਸੂਰਤ ਅੰਦਾਜ਼ ਤੇ ਬਹੁਤ ਹੀ ਜਿਹੜੀ ਸੀ ਦਿਲ ਨੂੰ ਛੂਹ ਲੈਣ ਵਾਲੀ ਤੁਹਾਡੀ ਮਿੰਨੀ ਕਹਾਣੀ ਸੀ। ਮੇਰਾ ਗੱਚ ਭਰ ਆਇਆ। ਪਰ ਚਲੋ, ਕਹਿੰਦੇ ਆ ਸ਼ੋ ਮਸਟ ਗੋ ਔਨ, ਹਨਾ। ਤੇ ਇਹਨਾਂ ਭਾਵਨਾਵਾਂ ਵਿੱਚੋਂ ਨਿਕਲਦੇ ਹੋਏ ਆਪਾਂ ਆਪਣੇ ਪ੍ਰੋਗਰਾਮ ਨੂੰ ਅਗਲੇ ਪੜਾਅ ਵੱਲ ਲੈ ਕੇ ਚੱਲਦੇ ਹਾਂ। ਬਹੁਤ ਹੀ ਅਦਬ ਤੇ ਮਾਣ ਦੇ ਨਾਲ ਮੈਂ ਆਪਣੇ ਅਗਲੇ ਮਹਿਮਾਨ ਨੂੰ ਤੁਹਾਡੇ ਨਾਲ ਰੂਬਰੂ ਕਰਾਉਣਾ ਚਾਹ ਰਹੀ ਹਾਂ। ਤੇ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੇ ਨਾਲ ਨਾਲ ਜਿਹੜੇ ਹੈਗੇ ਉਹਨਾਂ ਦੇ ਸ਼ਰੀਕੇ ਹਯਾਤ ਵੀ ਬੈਠ ਕੇ ਪ੍ਰੋਗਰਾਮ ਦੇਖ ਰਹੇ ਨੇ ਤੇ ਸਾਡੇ ਨਾਲ ਜਿਹੜਾ ਹੈਗਾ ਸ਼ਾਮਲ ਹੋਏ ਨੇ, ਤੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਮੇਰੀ ਮੁਰਾਦ ਹੈ ਜੀ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਤੋਂ। ਜਿਵੇਂ ਕਿ ਪਹਿਲਾਂ ਨੂਰ ਸਰ ਨੇ ਵੀ ਕਿਹਾ ਕਿ ਉਹ ਬਹੁਤ ਹੀ ਜਿਹੜੇ ਸੀਨੀਅਰ ਰਾਈਟਰ ਨੇ, ਲਗਭਗ 30 ਕਿਤਾਬਾਂ ਜਿਹੜੀਆਂ ਹੈਗੀਆਂ ਉਹ ਅੱਡ ਅੱਡ ਸੋਸ਼ਲ ਤੇ ਮੈਡੀਕਲ ਇਸ਼ੂਜ਼ ਦੇ ਉੱਪਰ ਉਹ ਲਿਖ ਚੁੱਕੇ ਨੇ। ਮਾਣ ਵਾਲੀ ਗੱਲ ਹੈ ਕਿ MBBS ਤੇ MD ਕਮਿਊਨਿਟੀ ਮੈਡੀਸਨ ਕਰਨ ਦੇ ਬਾਵਜੂਦ ਵੀ ਉਹ ਜਿਹੜਾ ਹੈਗਾ ਸਾਹਿਤ ਵਰਗੀ ਸੂਖਮ ਵਿਧਾ ਨਾਲ ਜੁੜੇ ਹੋਏ ਨੇ, ਮਿੰਨੀ ਕਹਾਣੀ ਵਰਗੀ ਕਵਿਤਾ ਵਰਗੀ ਸੂਖਮ ਵਿਧਾ ਦੇ ਨਾਲ ਜੁੜੇ ਹੋਏ ਨੇ। ਮੈਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਅਕਸਰ ਜਿਹੜਾ ਹੈਗਾ ਡਾਕਟਰ ਨੂੰ ਬਹੁਤ ਸਖਤ ਦਿਲ ਦਾ, ਖਾਸ ਕਰਕੇ MBBS ਤੇ ਮੈਡੀਸਨ ਨਾਲ ਜੁੜੇ ਬੰਦੇ ਨੂੰ ਜਿਹੜਾ ਹੈਗਾ ਬਹੁਤ ਸਖਤ ਦਿਲ ਦਾ ਮੰਨਿਆ ਜਾਂਦਾ ਹੈ। ਤੇ ਮੇਰੀ ਜਾਣ ਪਛਾਣ ਦੇ ਵਿੱਚ ਬਹੁਤ ਘੱਟ ਇਹੋ ਜਿਹੇ MBBS ਡਾਕਟਰ ਹੋਣਗੇ ਜਿਹੜੇ ਕਿ ਸਾਹਿਤ ਵਰਗੀ ਵਿਧਾ ਨਾਲ ਜੁੜੇ ਹੋਏ ਹੋਣਗੇ। ਪਹਿਲਾਂ ਮੈਂ ਸੋਚਿਆ ਸੀ ਕਿ ਡਾਕਟਰ ਜਿਹੜਾ ਸਿਰਫ ਸਾਹਿਤ ਦੇ ਵਿੱਚ ਡਾਕਟਰ ਉਹ ਲਾਉਂਦੇ ਨੇ ਜਿਨ੍ਹਾਂ ਨੇ PhD ਕਰ ਲਈ ਹੁੰਦੀ ਹੈ ਜਾਂ ਜਿਨ੍ਹਾਂ ਨੂੰ ਆਨਰੇਰੀ ਜਿਹੜਾ ਹੈਗਾ ਡਿਗਰੀਆਂ ਮਿਲੀਆਂ ਹੁੰਦੀਆਂ। ਪਰ ਮੈਨੂੰ ਲੱਗਦਾ ਸ਼ਾਮ ਸੁੰਦਰ ਦੀਪਤੀ ਜੀ ਜਿਹੜੇ ਹੈਗੇ ਨੇ ਉਹ MBBS ਡਾਕਟਰ ਨੇ ਜਿਨ੍ਹਾਂ ਨੇ ਸਾਹਿਤ ਨੂੰ ਵੀ ਜਿਹੜਾ ਹੈਗਾ ਇੱਕ ਵੱਖਰੀ ਪਹਿਚਾਣ ਦਿੱਤੀ ਹੈ, ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਸਾਇੰਸ ਨਾਲ ਤੇ ਮੈਡੀਕਲ ਇਸ਼ੂਜ਼ ਦੇ ਨਾਲ ਬਹੁਤ ਸਾਰਾ ਉਹਨਾਂ ਨੂੰ ਲੈ ਕੇ ਬਹੁਤ ਸਾਰਾ ਸਾਹਿਤ ਰਚਿਆ। ਮਿੰਨੀ ਕਹਾਣੀਆਂ ਦੀਆਂ ਕਿਤਾਬਾਂ ਤੇ ਜਿਹਦੇ ਵਿੱਚ ਬੇੜੀਆਂ, ਇੱਕੋ ਹੀ ਸਵਾਲ, ਗੈਰ ਹਾਜ਼ਰ ਰਿਸ਼ਤਾ, ਤਰਕ ਦੇ ਸੁਰ ਤੇ ਬਾਲ ਮਨੋਵਿਗਿਆਨ ਸੰਬੰਧੀ ਮਿੰਨੀ ਕਹਾਣੀਆਂ ਇਹਨਾਂ ਦੀ ਜਿਹੜੀ ਹੈਗੀ ਆ ਮੁੱਖ ਧਾਰਾ ਰਹੀ ਆ। ਮੈਗਜ਼ੀਨ ਜਿਹੜਾ ਹੈਗਾ ਮਿੰਨੀ, ਜਿਹਦੀ ਆਪਾਂ ਪਹਿਲਾਂ ਵੀ ਗੱਲ ਕੀਤੀ, ਪਿਛਲੇ 32 ਸਾਲ ਤੋਂ ਜਿਹੜਾ ਹੈਗਾ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਇਸ ਦਾ ਸੰਪਾਦਨ ਕਰ ਰਹੇ ਨੇ। ਇਹ ਮੈਗਜ਼ੀਨ ਤਿਮਾਹੀ ਛਪਦਾ ਤੇ ਬਹੁਤ ਹੀ ਸੋਹਣਾ ਕੰਮ ਇਹਨਾਂ ਦੀ ਟੀਮ ਜਿਹੜੀ ਹੈਗੀ ਆ ਉਹ ਕਰ ਰਹੀ ਹੈ। ਇਸ ਤੋਂ ਇਲਾਵਾ ਇੱਕ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਇਸ ਵਰ੍ਹੇ ਤੋਂ ਜਿਹੜਾ ਹੈਗਾ ਇੱਕ ਨਵਾਂ ਮੈਗਜ਼ੀਨ ਵੀ ਸ਼ੁਰੂ ਕਰ ਰਹੇ ਨੇ ਡਾਕਟਰ ਸਾਹਿਬ, ਜਿਸ ਦਾ ਨਾਮ ਹੈ ਜੀ ਗੁਫ਼ਤਗੂ। ਤੇ ਮੈਂ ਤੁਹਾਡਾ ਹੋਰ ਬਿਲਕੁਲ ਵੀ ਸਮਾਂ ਜਾਇਆ ਨਹੀਂ ਕਰਾਂਗੀ, ਆਪਾਂ ਬਹੁਤ ਜਲਦੀ ਡਾਕਟਰ ਦੀਪਤੀ ਜੀ ਕੋਲ ਪਹੁੰਚਦੇ ਹਾਂ। ਉਸ ਤੋਂ ਪਹਿਲਾਂ ਮੈਂ ਉਹਨਾਂ ਸਾਰੇ ਸਰੋਤਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜੇ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ, ਜਿਹਦੇ ਵਿੱਚ ਪਾਕਿਸਤਾਨ ਤੋਂ ਨਦੀਮ ਅਫਜ਼ਲ ਜੀ, ਮੈਲਬਨ ਤੋਂ ਰਮਨ ਮਾਰੂਪਰ ਜੀ, ਰਵੀ ਪ੍ਰਭਾਕਰ ਜੀ,
ਸਾਡੇ ਨਾਲ ਜੁੜੇ ਹੋਏ ਨੇ ਸੁਰਜੀਤ ਸੇਡੀ ਜੀ, ਹਰਜੋਤ ਰੰਧਾਵਾ ਆਲੂਵਾਲੀਆ ਜੀ, ਤੇ ਲਿਰਿਕਸ ਸੋਨੂ ਮਹੇ ਜੀ, ਲਵ ਅਲਾਸਕਾ, ਤੇ ਹੋਰ ਬਾਕੀ ਜਿੰਨੇ ਵੀ ਦੋਸਤ ਜਿਨ੍ਹਾਂ ਦੇ ਨਾਮ ਹੈ ਜਿਹੜੇ ਉੱਪਰ ਚਲੇ ਗਏ, ਜਿਨ੍ਹਾਂ ਚੋਂ ਮੈਨੂੰ ਯਾਦ ਹੈ ਕਿ ਦਰਸ਼ਨ ਬਰੇਟਾ ਜੀ ਸਾਡੇ ਨਾਲ ਜੁੜੇ ਹੋਏ ਸੀਗੇ, ਤੇ ਪ੍ਰੀਤ ਖਿੰਡਾ ਜੀ ਸਾਡੇ ਨਾਲ ਜੁੜੇ ਹੋਏ ਸੀ, ਮਨਦੀਪ ਜੀ ਸਾਡੇ ਨਾਲ ਜੁੜੇ ਹੋਏ ਸੀ। ਤੇ ਇਹਨਾਂ ਸਾਰੇ ਦੋਸਤਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਹੋ, ਸਾਨੂੰ ਬਹੁਤ ਸੋਹਣੇ ਸੋਹਣੇ ਕਮੈਂਟ ਦੇ ਰਹੇ ਹੋ, ਮਿੰਨੀ ਕਹਾਣੀਆਂ ਨੂੰ ਇੰਜੋਏ ਕਰ ਰਹੇ ਹੋ, ਐਪਰੀਸ਼ੀਏਟ ਕਰ ਰਹੇ ਹੋ ਕਿ ਅਸੀਂ ਸਾਹਿਤ ਨੂੰ ਕਵਿਤਾ ਦੇ ਲਾਈਵ ਪ੍ਰੋਗਰਾਮਾਂ ਤੋਂ ਬਾਹਰ ਲੈ ਕੇ ਜਿਹੜਾ ਹੈਗਾ ਮਿੰਨੀ ਕਹਾਣੀਆਂ ਦੇ ਇੱਕ ਵੱਖਰੇ ਪ੍ਰੋਗਰਾਮ ਵੱਲ ਲੈ ਕੇ ਆਏ ਹਾਂ। ਤੁਹਾਡਾ ਜਿਹੜਾ ਮੁਹੱਬਤ ਹੈ, ਪਿਆਰ ਹੈ, ਇਹੀ ਸਾਨੂੰ ਕੁਝ ਨਵਾਂ ਕਰਨ ਦੀ ਜਾਂਚ ਦਿੰਦਾ, ਹੌਸਲਾ ਦਿੰਦਾ। ਤੇ ਚਲੋ ਹੁਣ ਆਪਾਂ ਸਿੱਧਾ ਚੱਲਦੇ ਹਾਂ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਕੋਲ ਤੇ ਸੁਣਦੇ ਹਾਂ ਉਹਨਾਂ ਦੇ ਤਜਰਬੇ ਤੋਂ ਉਹਨਾਂ ਦੀ ਮਿੰਨੀ ਕਹਾਣੀ। ਤੁਹਾਡਾ ਸਵਾਗਤ ਹੈ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਤੇ ਮੈਮ ਤੁਹਾਡਾ ਵੀ ਸਵਾਗਤ ਹੈ ਜੀ। ਅਦਬੀ ਰਾਹਾਂ ਦੇ ਪੂਰੀ ਟੀਮ ਅਤੇ ਇਸ ਪ੍ਰੋਗਰਾਮ ਨਾਲ ਜੁੜੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵੀ ਤੇ ਉਹਦੇ ਫੇਸਬੁੱਕ ਲਾਈਵ ਤੇ ਵੀ ਜੁੜੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਤੇ ਮੈਂ ਆਪਣੀ ਮਿੰਨੀ ਕਹਾਣੀ ਪੜ੍ਹਦਾ। ਪਹਿਲੀ ਵਾਰ ਅੱਜ ਉਸ ਦੀ ਪਿੱਠ ਵਿੱਚ ਦਰਦ ਸੀ। ਵਿਆਹ ਦੀਆਂ ਰਸਮਾਂ ਵਿੱਚ ਉਹਨੇ 2 ਗੋਲੀਆਂ ਖਾ ਕੇ ਪੂਰੀਆਂ ਕੀਤੀਆਂ ਸੀ। ਉਹ ਉਸਦੀ ਰੂਟੀਨ ਸੀ ਮਾਹਵਾਰੀ ਦੀ। ਇਹਨਾਂ ਦਿਨਾਂ ਦੌਰਾਨ ਉਹ 2-3 ਦਿਨ ਅਕਸਰ ਢਿਡਾਲ ਪਈ ਰਹਿੰਦੀ। ਇੱਕ ਦਿਨ ਤਾਂ ਜਿਵੇਂ ਬਿਸਤਰੇ ਨਾਲ ਉੱਠ ਹੀ ਨਾ ਸਕਦੀ। ਉਸਨੇ ਆਪਣੇ ਵਿਆਹ ਦੀ ਤਰੀਕ ਤੈਅ ਹੋਣ ਤੇ ਅੰਦਾਜ਼ਾ ਲਾਇਆ ਸੀ ਕਿ ਇਹ ਦਿਨ ਠੀਕ ਨਹੀਂ ਹੈ। ਉਸਨੇ ਮਾਂ ਨੂੰ ਤਰੀਕ ਬਦਲਣ ਲਈ ਵੀ ਕਿਹਾ ਸੀ। ਮਾਂ ਉਸਦੇ ਦਰਦ ਨੂੰ ਜਾਣਦੀ ਸੀ, ਪਰ ਰਿੰਪੀ ਦੇ ਪਿਤਾ ਨੂੰ ਕੌਣ ਸਮਝਾਵੇ। ਤੇ ਨਾਲੇ ਤਰੀਕ ਤਾਂ ਪੰਡਤ ਵੱਲੋਂ ਕੱਢੀ ਗਈ ਸੀ, ਨਾਲੇ ਹੋਰ ਤਰੀਕ ਨਿਕਲ ਵੀ ਸਕਦੀ ਸੀ, ਪਰ ਇਹ ਤਰੀਕ ਮੁੰਡੇ ਵਾਲਿਆਂ ਨੂੰ ਪਸੰਦ ਸੀ ਤੇ ਉਹਨਾਂ ਨੂੰ ਵੀ ਕੀ ਦੱਸਿਆ ਜਾਵੇ, ਕਿਵੇਂ ਦੱਸਿਆ ਜਾਵੇ। ਰਿੰਪੀ ਦਾ ਡਰ ਵੱਧ ਰਿਹਾ ਸੀ ਤੇ ਦਰਦ ਵੀ। ਉਸਦਾ ਮਨ ਕਰ ਰਿਹਾ ਸੀ ਕਿ ਕੋਈ ਦਰਦ ਦੀ ਇੱਕ ਗੋਲੀ ਹੀ ਲਿਆ ਦੇਵੇ, ਪਰ ਇੱਥੇ ਇਸ ਤਰ੍ਹਾਂ ਕੌਣ ਕਰੇਗਾ। ਉਹ ਤਾਂ ਸਵੇਰ ਤੋਂ ਹੀ ਘਿਰੀ ਬੈਠੀ ਹੈ ਤੇ ਹੁਣ ਇਕੱਲੀ ਰਮੇਸ਼ ਦਾ ਇੰਤਜ਼ਾਰ ਕਰ ਰਹੀ ਹੈ। ਰਮੇਸ਼ ਅੰਦਰ ਆ ਗਿਆ ਤੇ ਉਸਨੇ ਦਰਦ ਨਾਲ ਸੁੰਗੜੀ ਹੋਈ ਰਿੰਪੀ ਨੂੰ ਦੇਖਿਆ। ਰਮੇਸ਼ ਬੈੱਡ ਤੇ ਆ ਕੇ ਉਸਦੇ ਕੋਲ ਹੋਇਆ ਤਾਂ ਰਿੰਪੀ ਨੇ ਹਿੰਮਤ ਇਕੱਠੀ ਕਰਦਿਆਂ ਕਿਹਾ, ਅੱਜ ਮੇਰੇ ਨੇੜੇ ਨਾ ਆਉਣਾ, ਅੱਜ ਮੈਂ ਠੀਕ ਨਹੀਂ ਹਾਂ। ਕੀ ਗੱਲ? ਇਸ ਦਿਨ ਦੇ ਲਈ ਤਾਂ ਕਿ ਰਮੇਸ਼ ਨੇ ਉਸਦੇ ਇਕੱਠੇ ਹੋਏ ਗੋਡਿਆਂ ਤੇ ਹੱਥ ਰੱਖਦੇ ਕਿਹਾ, ਨਹੀਂ, ਅੱਜ ਮੈਂ ਪਿੱਟੀ ਹੋਈ ਹਾਂ। ਰਿੰਪੀ ਦਰਦ ਦੇ ਮਾਰੇ ਇੰਨਾ ਕੁਝ ਕਹਿ ਸਕੀ। ਰਮੇਸ਼ ਵੀ ਇਸ ਇਸ਼ਾਰੇ ਨੂੰ ਸਮਝਦਾ ਸੀਗਾ ਤੇ ਰਮੇਸ਼ ਨੇ ਉਹਦੇ ਚਿਹਰੇ ਨੂੰ ਸਿੱਧਾ ਕਰਦਿਆਂ ਕਿਹਾ, ਤੂੰ ਬਹੁਤ ਖੂਬਸੂਰਤ ਲੱਗ ਰਹੀ ਹੈ ਅੱਜ। ਫਿਰ ਉਸਦੇ ਚਿਹਰੇ ਵੱਲ ਦੇਖਦਿਆਂ ਕਹਿਣ ਲੱਗਿਆ, ਰਿੰਪੀ, ਦਰਅਸਲ ਮੈਂ ਵੀ ਇਹੀ ਸੋਚ ਕੇ ਆਇਆ ਸੀ ਕਿ ਅੱਜ ਪਹਿਲੀ ਰਾਤ ਆਪਾਂ ਜੀ ਭਰ ਕੇ ਗੱਲਾਂ ਕਰਾਂਗੇ। ਫਿਰ ਥੋੜਾ ਜਿਹਾ ਹਲਕੇ ਜਿਹੇ ਅੰਦਾਜ਼ ਵਿੱਚ ਕਹਿਣ ਲੱਗਿਆ, ਤੈਨੂੰ ਦੱਸਾਂ, ਦੋਸਤਾਂ ਨੇ ਆਉਂਦੇ ਹੋਏ 2 ਪੈਗ ਲਵਾਤੇ। ਮੈਂ ਬੜਾ ਮਨਾ ਕੀਤਾ। ਅੱਗੋਂ ਪਤਾ ਕੀ ਕਹਿੰਦੇ, ਮਜ਼ਾਕ ਜਿਹਾ ਕਰਦੇ ਬੋਲਦੇ, ਯਾਰ ਅੱਜ ਤਾਂ ਲੋੜ। ਰਿੰਪੀ ਨੂੰ ਥੋੜਾ ਆਰਾਮ ਮਹਿਸੂਸ ਹੋਇਆ ਤੇ ਰਮੇਸ਼ ਜੁੱਤੇ ਲਾਉਂਦਾ ਲਾਉਂਦਾ ਰੁਕ ਗਿਆ ਤੇ ਚੱਲ ਬਾਹਰ ਛੱਤ ਤੇ ਚੱਲਦੇ ਆ, ਉੱਥੇ ਚੰਨ ਤਾਰਿਆਂ ਦੀ ਛਾਵੇਂ ਗੱਲਾਂ ਕਰਾਂਗੇ। ਬਾਹਰ ਅਸਮਾਨ ਵੱਲ ਚੰਦ ਪੂਰੇ ਸ਼ਬਾਬ ਤੇ ਸੀ। ਰਮੇਸ਼ ਬੋਲਿਆ, ਮੈਂ ਬਹੁਤ ਦਿਨਾਂ ਬਾਅਦ ਅੱਜ ਪੂਰਾ ਚੰਨ ਦੇਖਿਆ ਹੈ। ਰਿੰਪੀ ਰਮੇਸ਼ ਵੱਲ ਦੇਖਦਿਆਂ ਬੋਲੀ, ਮੈਂ ਤਾਂ ਪਹਿਲੀ ਵਾਰ ਦੇਖਿਆ ਹੈ। ਪਤਾ ਸਾਰਿਆਂ ਦਾ ਬਹੁਤ ਵਾਹ, ਬਹੁਤ ਖੂਬਸੂਰਤ ਸ਼ਾਮ ਸੁੰਦਰ ਦੀਪਤੀ ਜੀ। ਬਿਲਕੁਲ ਉਹ ਵਿਸ਼ਾ ਛੂਹਿਆ ਜਿਹਦੇ ਬਾਰੇ ਜਿਹੜਾ ਹੈਗਾ ਸਾਡੇ ਸਮਾਜ ਦੇ ਵਿੱਚ ਬਹੁਤ ਘੱਟ ਗੱਲਬਾਤ ਕੀਤੀ ਜਾਂਦੀ ਹੈ ਜਾਂ ਇਸਨੂੰ ਛੂਹਿਆ ਜਾਂਦਾ, ਤੇ ਇਹਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ ਤੁਸੀਂ ਪਰੋ ਕੇ ਸਾਡੇ ਸਾਹਮਣੇ ਰੱਖਿਆ। ਵਾਕਈ ਇੱਕ ਡਾਕਟਰ ਤੇ ਇੱਕ ਕਲਮ ਦਾ ਧਨੀ ਮਿਲ ਕੇ ਹੀ ਇਹ ਖੂਬਸੂਰਤ ਕਮਾਲ ਕਰ ਸਕਦਾ। ਤੇ ਇਸ ਟੌਪਿਕ ਤੇ ਜ਼ਰੂਰ ਕਿਸੇ ਹੋਰ ਦਿਨ ਆਪਾਂ ਜਿਹੜਾ ਹੈਗਾ ਖੁੱਲੀ ਗੱਲਬਾਤ ਕਰਾਂਗੇ ਕਿ ਕੀ ਕੀਤਾ ਜਾਣਾ ਚਾਹੀਦਾ। ਕਿ ਜਿਹੜਾ ਕੁੜੀ ਦਾ ਪਿਓ ਸੀ ਉਹ ਸਮਝਦਾ ਹੁੰਦਾ, ਦੀਪਤੀ ਦਾ ਪਿਓ ਸਮਝਦਾ ਹੁੰਦਾ ਕਿ ਉਸਦਾ ਪੁੱਛਣਾ ਜਾਂ ਉਸਦੀ ਸਿਹਤ ਦਾ ਠੀਕ ਹੋਣਾ ਵੀ ਜ਼ਰੂਰੀ ਆ ਵਿਆਹ ਵਾਲੇ ਦਿਨ। ਅਕਸਰ ਬਹੁਤ ਕੁੜੀਆਂ ਨਾਲ ਅਜਿਹਾ ਹੁੰਦਾ ਹੈ ਨਾ। ਤੇ ਆਪਾਂ ਫਿਰ ਕਰਾਂਗੇ ਇਸ ਟੌਪਿਕ ਤੇ ਗੱਲ ਕਿਸੇ ਦਿਨ। ਹੁਣ ਆਪਾਂ ਜਿਹੜਾ ਹੈਗਾ ਆਪਣੇ ਪ੍ਰੋਗਰਾਮ ਨੂੰ ਅੱਗੇ ਵੱਲ ਲੈ ਕੇ ਚੱਲਦੇ ਹਾਂ ਤੇ ਬਹੁਤ ਹੀ ਮਾਣ ਦੇ ਨਾਲ, ਬਹੁਤ ਹੀ ਪਿਆਰ ਦੇ ਨਾਲ ਜਿਹੜਾ ਹੈਗਾ ਮੈਂ ਅਗਲੇ ਸਾਡੇ ਮਹਿਮਾਨ ਨੂੰ ਤੁਹਾਡੇ ਰੂਬਰੂ ਕਰ ਰਹੀ ਹਾਂ ਜੀ। ਸਾਡੇ ਅਗਲੇ ਮਹਿਮਾਨ ਨੇ ਜੀ ਜਗਦੀਸ਼ ਰਾਏ ਕੁਲਰੀਆ ਜੀ।
ਜਦੋਂ ਜਦੋਂ ਵੀ ਮਿੰਨੀ ਕਹਾਣੀ ਦੀ ਗੱਲ ਹੁੰਦੀ ਹੈ ਤੇ ਜਗਦੀਸ਼ ਰਾਏ ਕੁਲਰੀਆ ਜੀ ਦੇ ਜਿਹੜੇ ਐਫਰਟਸ ਨੇ, ਜਿਹੜੇ ਉਹਨਾਂ ਦੇ ਉਦਮ ਨੇ ਪੰਜਾਬੀ ਕਹਾਣੀ ਨੂੰ ਲੈ ਕੇ, ਉਹ ਸਾਰਿਆਂ ਦੇ ਸਾਹਮਣੇ ਜਿਹੜੇ ਹੈਗੇ ਆ ਆਉਂਦੇ ਨੇ। ਸਾਰਿਆਂ ਨੂੰ ਹੀ ਪਤਾ ਹੈ ਕਿ ਉਹ ਕਿੰਨੇ ਜਿਹੜਾ ਹੈਗਾ ਖੁੱਲ੍ਹਦਿਲੀ ਨਾਲ ਤੇ ਕਿੰਨੀ ਮਿਹਨਤ ਦੇ ਨਾਲ ਜਿਹੜਾ ਹੈਗਾ ਪੰਜਾਬੀ ਮਿੰਨੀ ਕਹਾਣੀ ਨੂੰ ਜਿਹੜਾ ਅੱਗੇ ਪਹੁੰਚਾਉਣ ਲਈ ਕੰਮ ਕਰ ਰਹੇ ਨੇ। ਬਹੁਤ ਸਾਰੀਆਂ ਕਿਤਾਬਾਂ ਦਾ ਜਿਹੜਾ ਸੰਪਾਦਨ ਤੇ ਸਹਿ ਸੰਪਾਦਨ ਕਰ ਚੁੱਕੇ ਨੇ ਤੇ ਬਹੁਤ ਸਾਰੀਆਂ ਆਲੋਚਨਾ ਦੀਆਂ ਜਿਹੜੀਆਂ ਹੈਗੀਆਂ ਕਿਤਾਬਾਂ ਲਿਖ ਚੁੱਕੇ ਨੇ। 1995 ਤੋਂ ਜਿਹੜਾ ਹੈਗਾ ਉਹ ਕਹਾਣੀ ਲਿਖਣ ਵੱਲ ਆਏ ਹੋਏ ਨੇ ਤੇ ਜਿਹੜੀਆਂ ਮੌਲਿਕ ਪ੍ਰਕਾਸ਼ਨਾਵਾਂ ਨੇ ਉਹਨਾਂ ਦੀ ਮੈਂ ਜ਼ਰੂਰ ਗੱਲ ਕਰਾਂਗੀ, ਜਿਹਦੇ ਬਾਰੇ ਕਾਫੀ ਗੱਲਾਂ ਹੋ ਚੁੱਕੀਆਂ, ਜਿਹਦੇ ਵਿੱਚ ਹਾਸ਼ੀਏ ਤੋਂ ਮੁੜਦੀ ਜ਼ਿੰਦਗੀ ਨਾਟਕ ਜਿਹੜਾ ਹੈਗਾ ਉਸਦੀ ਕਾਫੀ ਚਰਚਾ ਹੋ ਚੁੱਕੀ ਹੈ। ਇਸ ਤੋਂ ਬਿਨਾਂ ਸੰਵਾਦ ਤੇ ਸਿਰਜਣਾ ਦੇ 2 ਭਾਗ ਜਿਹੜੇ ਕਿ ਮਿੰਨੀ ਕਹਾਣੀ ਹੈ ਉਹ ਛਪ ਚੁੱਕੇ ਨੇ। ਰਿਸ਼ਤਿਆਂ ਦੀ ਨੀਂਹ ਮਿੰਨੀ ਕਹਾਣੀ ਤੇ ਜਦੋਂ ਇਤਿਹਾਸ ਬਣਦਾ ਹੈ ਮਿੰਨੀ ਕਹਾਣੀ ਸੰਗ੍ਰਹਿ ਵੀ ਜਿਹੜਾ ਹੈਗਾ ਛਪ ਚੁੱਕਿਆ। ਬਹੁਤ ਸਾਰੇ ਜਿਹੜੇ ਮਾਨ ਸਨਮਾਨ ਹੈ ਇਹਨਾਂ ਦੀ ਝੋਲੀ ਦੇ ਵਿੱਚ ਪੈ ਚੁੱਕੇ ਨੇ ਤੇ ਜਿਹੜਾ ਹੈਗਾ ਇਹ ਮਹਿਮਾਨ ਸੰਪਾਦਨ ਨੇ, ਸੰਪਾਦਕ ਹੈਗੇ ਨੇ ਪ੍ਰਤਿਮਾਨ ਮੈਗਜ਼ੀਨ ਪਟਿਆਲਾ ਦੇ। ਤੇ ਇਸ ਤੋਂ ਬਿਨਾਂ ਜਿਹੜਾ ਹੈਗਾ ਮੈਗਜ਼ੀਨ ਮਿੰਨੀ ਤੇ ਮਿੰਨੀ ਕਹਾਣੀ, ਛਿਣ, ਸ਼ਬਦ ਤ੍ਰਿੰਜਣ ਤੇ ਮਹਿਰਮ, ਉਹਦੇ ਵੀ ਜਿਹੜੇ ਹੈਗੇ ਨੇ ਮਹਿਮਾਨ ਸੰਪਾਦਨ ਤੇ ਸਹਿ ਸੰਪਾਦਨ ਜਿਹੜੇ ਹੈਗੇ ਨੇ ਸੰਪਾਦਕ ਉਹ ਰਹਿ ਚੁੱਕੇ ਨੇ। ਬਲਕਿ ਨਾਲ ਨਾਲ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਡਾਕਟਰ ਦੀਪਤੀ ਜੀ ਨਾਲ ਇੱਕ ਟੀਮ ਦੇ ਵਜੋਂ ਇੱਕ ਟੀਮ ਬਣਾ ਕੇ ਜਿਹੜਾ ਹੈਗਾ ਜਗਦੀਸ਼ ਕੁਲਰੀਆ ਜੀ ਮਿੰਨੀ ਮੈਗਜ਼ੀਨ ਦੇ ਉੱਪਰ ਕੰਮ ਕਰਦੇ ਨੇ ਤੇ ਬਹੁਤ ਖੂਬਸੂਰਤੀ ਨਾਲ ਬਹੁਤ ਸਾਰੇ ਸਮਾਜਿਕ ਵਿਸ਼ਿਆਂ ਨੂੰ ਆਪਣੀਆਂ ਮਿੰਨੀ ਕਹਾਣੀਆਂ ਦਾ ਪਲਾਟ ਬਣਾਉਂਦੇ ਨੇ। ਉਹਨਾਂ ਦੇ ਪਾਤਰ ਸਾਡੇ ਸਮਾਜ ਦੇ ਵਿੱਚ ਬਹੁਤ ਸਾਡੇ ਨੇੜੇ ਹੋ ਕੇ ਵਿਚਰਦੇ ਨੇ ਤੇ ਅੱਜ ਆਪਾਂ ਦੇਖਦੇ ਹਾਂ ਕਿ ਜਗਦੀਸ਼ ਰਾਏ ਕੁਲਰੀਆ ਜੀ ਕਿਹੜੀ ਮਿੰਨੀ ਕਹਾਣੀ ਸਾਡੇ ਲਈ ਲੈ ਕੇ ਆਉਂਦੇ ਨੇ ਤੇ ਉਸ ਮਿੰਨੀ ਕਹਾਣੀ ਦੇ ਕਿਹੜੇ ਕਿਹੜੇ ਪਾਤਰ ਸਾਨੂੰ ਸਾਡੇ ਨੇੜਿਓਂ ਹੋ ਕੇ ਗੁਜ਼ਰਦੇ ਮਹਿਸੂਸ ਹੁੰਦੇ ਨੇ। ਤੁਹਾਡਾ ਸਵਾਗਤ ਹੈ ਜਗਦੀਸ਼ ਰਾਏ ਕੁਲਰੀਆ ਜੀ, ਮੰਚ ਤੁਹਾਡਾ ਹੈ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਅਦਬੀ ਰਾਹਾਂ ਅਤੇ ਪੰਜਾਬੀ ਸੱਥ ਮੈਲਬੌਰਨ ਦਾ, ਜਿਨ੍ਹਾਂ ਨੇ ਅੱਜ ਸਬੱਬ ਬਣਾਇਆ ਤੁਹਾਡੇ ਸਭ ਨਾਲ ਗੱਲਬਾਤ ਕਰਨ ਦਾ ਤੇ ਆਪਣੀਆਂ ਮਿੰਨੀ ਕਹਾਣੀਆਂ ਸੁਣਾਉਣ ਦਾ। ਮੇਰੀ ਮਿੰਨੀ ਕਹਾਣੀ ਦਾ ਸਿਰਲੇਖ ਹੈ ਜੀ, ਪਤਨੀ ਕਈ ਦਿਨਾਂ ਤੋਂ ਪਿੱਛੇ ਪਈ ਹੋਈ ਸੀ ਕਿ ਉਸਨੇ ਸਹੇਲੀ ਦਾ ਪਤਾ ਲੈਣ ਜਾਣਾ ਹੈ। ਕੋਈ ਆਪਰੇਸ਼ਨ ਹੋਇਆ ਉਹਦਾ। ਅੱਜ ਦਫ਼ਤਰੋਂ ਅੱਧੀ ਛੁੱਟੀ ਲੈ ਉਸਨੂੰ ਸਹੇਲੀ ਕੋਲ ਲਿਜਾਉਣ ਵਿੱਚ ਸਫਲ ਹੋ ਹੀ ਗਿਆ ਹਾਂ। ਦਫ਼ਤਰੋਂ ਛੁੱਟੀ ਕਿਹੜਾ ਮਿਲਦੀ ਹੈ, ਕੇਰਾਂ ਦਫ਼ਤਰ ਚਲੇ ਜਾਓ ਫਿਰ ਤਾਂ ਨਿਕਲਿਆ ਹੀ ਨਹੀਂ ਜਾਂਦਾ। ਪਤਨੀ ਦੀ ਸਹੇਲੀ ਘਰ ਬੈਠਿਆਂ ਚਾਹ ਪੀਂਦੇ ਇਹ ਗੱਲਾਂ ਦਿਮਾਗ 'ਚ ਘੁੰਮਦੀਆਂ ਨੇ। ਮੇਰੀ ਪਤਨੀ ਆਪਣੀ ਸਹੇਲੀ ਦਾ ਚਾਲ ਪੁੱਛਦੇ ਹੋਏ ਉਸਨੂੰ ਹਦਾਇਤਾਂ ਦੇ ਰਹੀ ਹੈ, ਦੇਖ ਭੈਣੇ, ਖਿਆਲ ਰੱਖੀ ਆਪਣਾ, ਮਹੀਨਾ ਭਰ ਰੈਸਟ ਕਰ ਲਈ, ਭਾਰਾ ਕੰਮ ਨਾ ਕਰੀ। ਸਿੱਲੇ ਮੌਸਮ 'ਚ ਟਾਂਕੇ ਠੀਕ ਹੋਣ 'ਚ ਸਮਾਂ ਲੱਗਦਾ ਹੈ। ਸਾਵਧਾਨੀ ਵਰਤੀ, ਨਹੀਂ ਤਾਂ ਫਿਰ ਸਾਰੀ ਜ਼ਿੰਦਗੀ ਤੰਗ ਹੋਣਾ ਪੈਂਦਾ ਹੈ। ਘਰ ਦੇ ਕੰਮ ਤਾਂ ਹੁੰਦੇ ਰਹਿਣਗੇ। ਮੈਂ ਸੋਚਦਾ ਵੀ ਜਦੋਂ ਕੋਈ ਕਿਸੇ ਦਾ ਪਤਾ ਲੈਣ ਜਾਂਦਾ ਹੈ ਤਾਂ ਹਰ ਆਉਣ ਜਾਣ ਵਾਲਾ ਬੜੀਆਂ ਸਲਾਹਾਂ ਤੇ ਸਾਵਧਾਨੀਆਂ ਦੱਸ ਕੇ ਜਾਂਦਾ ਹੈ। ਇਹ ਸੁਣ ਕੇ ਮਰੀਜ਼ ਵਿਚਾਰਾ ਤਾਂ ਉਹੀਓ ਸ਼ਸ਼ੋ ਪੰਚ ਪੈ ਜਾਂਦਾ ਹੈ ਕਿ ਕਿਹਦੀ ਸਲਾਹ ਮੰਨੇ। ਚਾਹ ਦੇ ਖਾਲੀ ਕੱਪ ਪਲੇਟਾਂ ਮੇਰੀ ਪਤਨੀ ਆਪ ਹੀ ਚੁੱਕ ਕੇ ਸਹੇਲੀ ਦੇ ਮਨਾ ਕਰਨ ਦੇ ਬਾਵਜੂਦ ਵੀ ਰਸੋਈ 'ਚ ਧਰਨ ਚਲੀ ਜਾਂਦੀ ਹੈ। ਮੈਂ ਫਿਰ ਸੋਚਦਾ ਕਿ ਭਾਂਡੇ ਰਸੋਈ 'ਚ ਧਰ ਕੇ ਆਉਣ ਸਾਰ ਹੀ ਆਗਿਆ ਲੈ ਕੇ ਚੱਲਦੇ ਹਾਂ, ਪਰ ਉਹ ਕਿੰਨਾ ਸਮਾਂ ਹੀ ਰਸੋਈ 'ਚੋਂ ਨਾ ਮੁੜੀ। ਮੈਂ ਬਸ ਸਿਹਤ ਬਾਰੇ ਉਰਲੀਆਂ ਪਰਲੀਆਂ ਗੱਲਾਂ ਮਾਰ ਕੇ ਹੀ ਟਾਈਮ ਪਾਸ ਕਰਦਾ ਹਾਂ। ਸੱਚ ਪੁੱਛੋ ਤਾਂ ਮੈਥੋਂ ਐਵੇਂ ਝੂਠ ਮੂਠ ਦੇ ਸ਼ਬਦ ਨਹੀਂ ਬੋਲੇ ਜਾਂਦੇ। ਪਤਨੀ ਦੇ ਮੁੜਨ ਤੇ ਵਿਦਾ ਹੋ ਕੇ ਘਰ ਨੂੰ ਰਵਾਨਾ ਹੁੰਦੇ ਹਾਂ। ਰਸਤੇ ਵਿੱਚ ਪੁੱਛਦਾ, ਇਹ ਮਾਨਸੇ, ਭਾਂਡੇ ਧਰ ਕੇ ਆਉਣ 'ਚ ਇੰਨਾ ਟਾਈਮ? ਤੈਨੂੰ ਕਿਹਾ ਸੀ ਕਿ ਛੇਤੀ ਮੁੜਨਾ, ਆਪੀ ਚੱਕ ਕੇ ਲੈ ਜਾਂਦੇ ਕੱਪ, ਤੈਨੂੰ ਦੱਸ ਕੀ ਲੋੜ ਸੀ। ਆਪਾਂ ਉਹਨਾਂ ਦਾ ਦੁੱਖ ਬਣਾਉਣ ਗਏ ਸੀ, ਵਧਾਉਣ ਨਹੀਂ। ਨਾਲੇ ਜੇ ਕੱਪ ਚੱਕ ਕੇ ਧਰ ਆਈ ਤਾਂ ਕੀ ਹੋ ਗਿਆ, ਉਸਨੇ ਕਿਹਾ। ਫਿਰ ਇੰਨਾ ਟਾਈਮ ਮੈਂ ਜ਼ੋਰ ਨਾਲ ਬੋਲਦਾ ਹਾਂ। ਦਰਅਸਲ ਜਦੋਂ ਮੈਂ ਰਸੋਈ 'ਚ ਗਈ ਤਾਂ ਜੂਠੇ ਭਾਂਡਿਆਂ ਦਾ ਢੇਰ ਪਿਆ ਸੀ। ਅੱਜ ਕੱਲ੍ਹ ਹਰੇਕ ਮਿਲਵਰਤਨ ਵਾਲਾ ਬੰਦਾ ਪਤਾ ਲੈਣ ਆਉਂਦਾ ਹੈ। ਜੇ ਆਏ ਗਏ ਨੂੰ ਚਾਹ ਪਾਣੀ ਨਾ ਪਿਲਾਉਣ
ਤਾਂ ਬੁਰਾ ਲੱਗਦਾ ਹੈ। ਮੈਂ ਸੋਚਿਆ ਕਿ ਚਲੋ ਭਾਂਡਿਆਂ 'ਚ ਹੀ ਹੱਥ ਫੇਰ ਦਿੰਨੀ ਆ, ਇਸ ਕਰਕੇ ਟਾਈਮ ਲੱਗ ਗਿਆ। ਉਹ ਜਿੱਦਿਆਂ ਮੈਨੂੰ ਪੂਰੀ ਗੱਲ ਦੱਸਦੀ ਹੈ। ਇਹ ਸੁਣਨ ਤੋਂ ਬਾਅਦ ਮੈਂ ਕੁਝ ਬੋਲ ਨਾ ਸਕਿਆ। ਮੇਰੀਆਂ ਨਜ਼ਰਾਂ ਦੇ ਵਿੱਚ ਉਹਦਾ ਕੱਦ ਹੋਰ ਉੱਚਾ ਹੋ ਗਿਆ ਸੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਦੋਸਤੋ। ਬਹੁਤ ਸੋਹਣਾ ਜਗਦੀਸ਼ ਰਾਏ ਕੁਲਰੀਆ ਜੀ। ਬਿਲਕੁਲ ਅਕਸਰ ਜਿਹੜੀ ਹੈਗੀ ਆ ਔਰਤ ਥੋੜਾ ਜਿਹਾ ਵੱਧ ਸੋਚ ਜਾਂਦੀ ਹੈ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਨੇ ਜਿੱਥੇ ਭਾਵੁਕ ਜਿਹੜਾ ਅਟੈਚਮੈਂਟ ਦੀ ਜਾਂ ਸਪੋਰਟ ਦੀ ਲੋੜ ਹੁੰਦੀ ਹੈ। ਤੇ ਸਾਡੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ, ਮੈਂ ਇੱਕ ਵਾਰ ਫਿਰ ਉਹਨਾਂ ਦਾ ਧੰਨਵਾਦ ਕਰਦੀ ਹਾਂ। ਤੁਹਾਡੇ ਕਮੈਂਟਸ ਜਿਹੜੇ ਹੈਗੇ ਨੇ ਉਹ ਸਾਨੂੰ ਸਕਰੀਨ ਦੇ ਉੱਪਰ ਨਜ਼ਰ ਆ ਰਹੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਜੁੜੇ ਰਹਿਣ ਲਈ। ਤੇ ਜੇ ਤੁਹਾਡੀ ਸਾਰਿਆਂ ਦੀ ਆਗਿਆ ਹੋਵੇ ਤੇ ਆਪਾਂ ਇੱਕ ਰਾਊਂਡ ਹੋਰ ਲਾ ਲਈਏ, ਇੱਕ ਕਹਾਣੀ ਹੋਰ ਸੁਣ ਲਈਏ। ਹੁਣ ਤੇ ਮਾਹੌਲ ਬਣਿਆ ਹੋਇਆ ਤੇ ਥੋੜੇ ਜਿਹੇ ਵਿਸ਼ੇ ਜਿਹੜੇ ਹੈਗੇ ਆ ਹੋਰ ਛੂਹ ਲਏ ਜਾਣ, ਤਾਂ ਕਿ ਸਾਨੂੰ ਇੱਕ ਤਾਂ ਅੱਗੇ ਹੋਰ ਭਵਿੱਖ ਦੀ ਗੱਲਬਾਤ ਕਰਨ ਦੇ ਜਿਹੜੇ ਹੈਗੇ ਆ ਮੁੱਦੇ ਸਮਝ ਆ ਜਾਣ, ਤੇ ਨਾਲ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਅੱਜ ਦਾ ਮੰਤਵ ਹੈ ਕਿ ਨਵੀਆਂ ਤੇ ਮੱਝੀਆਂ ਹੋਈਆਂ ਕਲਮਾਂ ਦਾ ਮਿਲਵਰਤਨ ਤੇ ਉਹਨਾਂ ਦਾ ਜਿਹੜਾ ਹੈਗਾ ਦੇਖਣਾ ਕਿ ਕਿਸ ਪੜਾਅ ਵੱਲ ਨੂੰ ਜਾ ਰਹੇ ਆ ਪੰਜਾਬੀ ਮਿੰਨੀ ਕਹਾਣੀ ਦਾ ਭਵਿੱਖ, ਉਹ ਵੀ ਜਿਹੜਾ ਹੈਗਾ ਪੂਰਾ ਹੋਏਗਾ। ਤੇ ਆ ਜਾਓ ਫਿਰ ਇੱਕ ਰਾਊਂਡ। ਹਾਂਜੀ, ਸਾਨੂੰ ਮੈਸੇਜ ਆ ਗਏ ਨੇ ਕਿ ਆ ਹੋ ਜਾਵੇ ਇੱਕ ਰਾਊਂਡ ਹੋਰ। ਚਲੋ ਫਿਰ ਆਪਾਂ ਇੱਕ ਰਾਊਂਡ ਹੋਰ ਲੈਣ ਚੱਲਦੇ ਹਾਂ। ਤੇ ਆਪਾਂ ਪਹਿਲਾਂ ਪਹੁੰਚਾਂਗੇ ਜੀ ਜਗਦੀਸ਼ ਸਿੰਘ ਡੱਲ ਜੀ ਕੋਲ, ਉਹਨਾਂ ਦੀ ਇੱਕ ਹੋਰ ਮਿੰਨੀ ਕਹਾਣੀ ਸੁਣਨ ਤੇ ਇੱਕ ਹੋਰ ਨਵਾਂ ਰੰਗ ਜਿਹੜਾ ਹੈਗਾ ਮਾਨਣ। ਜਗਦੀਸ਼ ਸਿੰਘ ਡੱਲ ਜੀ। ਹਾਂਜੀ, ਧੰਨਵਾਦ ਜੀ। ਇੱਕ ਜਿਹੜਾ ਅੱਜ ਦਾ ਵਿਸ਼ਾ ਹੀ ਉਸੇ ਵਿਸ਼ੇ ਤੇ ਹੀ ਇੱਕ ਕਹਾਣੀ ਹੈਗੀ ਆ, ਫੇਕ ਆਈਡੀ। ਆਪਣੀ ਪਤਨੀ ਨੂੰ ਅਸਕਰ ਹੀ ਪਿਆਰ ਜਤਾਉਣ ਲਈ ਹਰ ਕੋਸ਼ਿਸ਼ ਕਰਦਾ ਸੀ ਮੈਂ, ਪਰ ਉਸਨੂੰ ਜ਼ਿਆਦਾ ਯਕੀਨ ਨਹੀਂ ਸੀ ਸ਼ਾਇਦ ਮੇਰੇ ਤੇ। ਮੈਂ ਆਮ ਪਤੀਆਂ ਦੀ ਤਰ੍ਹਾਂ ਉਸਦੀ ਸ਼ਾਪਿੰਗ ਅਤੇ ਹਰ ਦੁੱਖ ਸੁੱਖ ਦਾ ਖਿਆਲ ਰੱਖਦਾ ਸੀ ਤੇ ਫਰਜ਼ ਵੀ ਸੀ ਮੇਰਾ। ਸਾਡੇ ਪਿਆਰ ਤੇ ਕਈ ਵਾਰ ਉਹ ਸ਼ੱਕ ਵੀ ਕਰ ਲੈਂਦੀ। ਇੱਕ ਦਿਨ ਵਿੱਚ ਇੱਕ ਗੱਲ ਜ਼ਰੂਰ ਕਹਿਣੀ ਉਸਨੇ ਕਿ ਲੱਗਦਾ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ। ਪਿਆਰ ਦੀ ਤਸੱਲੀ ਦੇਣ ਲਈ ਮੈਂ ਵੀ ਕਈ ਕੁਛ ਕਹਿ ਦੇਣਾ, ਨਹੀਂ ਝੱਲੀਏ ਤੇਰੇ ਬਿਨਾਂ ਕੌਣ ਮੇਰਾ ਪਿਆਰ ਕਰਨ ਵਾਲਾ। ਮੈਂ ਲੋਕਾਂ ਦੀ ਤਰ੍ਹਾਂ ਅਸਮਾਨ ਤੋਂ ਤਾਰੇ ਤੋੜ ਲਿਆਉਣ ਅਤੇ ਪਤਾ ਨਹੀਂ ਹੋਰ ਕੀ ਕੀ ਵਾਅਦੇ ਕਰਦੇ ਨੇ। ਚਲੋ ਉਸਨੇ ਇੰਨਾ ਕਹਿ ਕੇ ਮੰਨ ਜਾਣਾ ਕਿ ਜੇ ਕਿਤੇ ਹੋਰ ਚੱਕਰ ਹੋਇਆ ਨਾ ਤੁਹਾਡਾ, ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ। ਯਾਦ ਰੱਖਿਓ। ਮੈਂ ਵੀ ਕਹਿ ਦੇਣਾ, ਠੀਕ ਹੈ ਜਨਾਬ, ਜਦੋਂ ਮਰਜ਼ੀ ਪਰਖ ਲਿਓ, ਭਾਵੇਂ ਅੱਗ ਤੇ ਤੋਰ ਕੇ ਪਰਖ ਲਿਓ, ਚਾਹੇ ਹੋਰ ਕੋਈ ਤੁਸੀਂ ਜਿਸ ਤਰ੍ਹਾਂ ਵੀ ਪਰਖਣਾ ਚਾਹੁੰਦੇ ਹੋ। ਫੇਸਬੁੱਕ ਉੱਪਰ ਕਈ ਦੋਸਤਾਂ ਸੀ, ਕਦੇ ਗੱਲਬਾਤ ਹੁੰਦੀ ਰਹਿੰਦੀ ਸੀ। ਹੁਣ ਇੱਕ ਹੋਰ ਰਿਕਵੈਸਟ ਆਈ ਸੀ ਸੋਨੀਆ ਚੰਡਾਲ ਦੇ ਨਾਮ ਤੋਂ। ਮੈਂ ਐਕਸੈਪਟ ਕੀਤੀ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਅਸੀਂ ਆਪੋ ਆਪਣੀ ਪਛਾਣ ਦੱਸੀ। ਉਹ ਵੀ ਵਿਆਹੀ ਸੀ, ਮੈਂ ਵੀ ਵਿਆਹਿਆ ਕਹਿ ਦਿੱਤਾ। ਪਿਆਰ ਦਾ ਸਿਲਸਿਲਾ ਸ਼ੁਰੂ ਹੋ ਗਿਆ। ਗੱਲਾਂ ਗੱਲਾਂ ਵਿੱਚ ਪਿਆਰ ਇੰਨਾ ਵੱਧ ਗਿਆ ਕਿ ਮੈਂ ਵੀ ਹੋਸ਼ ਭੁੱਲ ਬੈਠਾ। ਨਾ ਫੋਟੋ ਦੇਖੀ ਉਸਦੀ, ਨਾ ਕਦੇ ਕਾਲ ਕੀਤੀ, ਬਸ SMS ਹੀ ਇਸਦਾ ਜ਼ਰੀਆ ਸੀ। ਤੇ ਉਹ ਵੀ ਇੱਕ ਦਿਨ ਕਹਿਣ ਲੱਗੀ ਕਿ ਦੱਸੋ ਕਿੰਨਾ ਕੁ ਪਿਆਰ ਕਰਦੇ ਹੋ ਮੈਨੂੰ। ਤਾਂ ਮੈਂ ਵੀ ਝੂਠੇ ਮਜਨੂਆਂ ਦੀ ਤਰ੍ਹਾਂ ਵਾਹ ਨੂੰ ਤਲਵਾਰਾਂ ਮਾਰਨ ਲੱਗਾ ਕਿ ਇੰਨਾ ਜ਼ਿਆਦਾ ਕਿ ਜੋ ਤੁਸੀਂ ਕਹੋ ਉਹੀ ਕਰਨ ਨੂੰ ਤਿਆਰ ਹਾਂ। ਉਸਨੇ ਹਾਹਾ ਲਿਖ ਕੇ ਕਿਹਾ, ਜੇ ਇੰਨਾ ਪਿਆਰ ਕਰਦੇ ਹੋ ਤਾਂ ਆਪਣੀ ਪਤਨੀ ਨੂੰ ਧੋਖਾ ਦੇ ਰਹੇ ਹੋ। ਮੈਂ ਕਿਹਾ, ਨਹੀਂ ਜੀ, ਉਹ ਤਾਂ ਬਾਹਲੀ ਉਹ ਜੀ ਹੈ ਜੀ, ਮੇਰੀ ਕਿੱਥੇ ਬਣਦੀ ਉਸ ਨਾਲ। ਨਾਲੇ ਜ਼ਿਆਦਾ ਮੂੰਹ ਨਹੀਂ ਲਗਾਉਂਦਾ ਉਸਨੂੰ, ਐਵੇਂ ਸਾਰਾ ਦਿਨ ਚਿੜਚਿੜ ਕਰਦੀ ਰਹਿੰਦੀ ਹੈ। ਵੈਸੇ ਵੀ ਪਿਆਰ ਦੀ ਅਕਲ ਉਕਲ ਨਹੀਂ ਹੈ ਉਸਨੂੰ। ਮੈਨੂੰ ਤਾਂ ਵੇਖ ਕੇ ਹੀ ਡਰ ਲੱਗਦਾ ਉਸਦੀ ਸ਼ਕਲ ਤੋਂ। ਮੈਂ ਤਾਂ ਤੁਹਾਨੂੰ ਪਿਆਰ ਕਰਦਾ, ਤੁਸੀਂ ਮੇਰੀ ਜਿੰਦ ਜਾਨ ਹੋ। ਜਦੋਂ ਮਰਜ਼ੀ ਮੇਰੀ ਜਾਨ ਲੈ ਲਓ, ਗੁਲਾਮ ਹਾਜ਼ਰ ਆ। ਉਹ ਵੀ ਕਹਿਣ ਲੱਗੀ, ਠੀਕ ਹੈ ਮੇਰੀ ਜਾਨ, ਮੈਂ ਕਿਉਂ ਜਾਨ ਲਵਾਂ ਆਪਣੀ ਜਾਨ ਦੀ। ਚਲੋ ਜੀ, ਪਿਆਰ ਨੂੰ ਹੋਰ ਹਲਾਰਾ ਮਿਲ ਗਿਆ। ਦਿਲ ਬਹੁਤ ਖੁਸ਼ ਕਿ ਇੰਨੀ ਪਿਆਰ ਵਾਲੀ ਮਿਲ ਗਈ ਹੈ। ਪੈਰ ਧਰਤੀ ਤੇ ਨਾ ਲੱਗਣੇ,
ਘਰ ਵਾਲੀ ਵੀ ਕਹਿਣਾ ਬੜੇ ਮਜਾਜੀ ਹੋ ਗਏ ਹੋ ਜੀ। ਉਹਨੂੰ ਹੁਣ ਕੀ ਦੱਸਦਾ। ਅਗਲੇ ਦਿਨ ਸਵੇਰੇ ਸੈਰ ਤੇ ਜਾ ਰਿਹਾ ਸੀ, ਮੈਸੇਜ ਵੱਜਾ, ਜਾਣੂ ਗੁੱਡ ਮਾਰਨਿੰਗ। ਦਿਲ ਬਾਗੋ ਬਾਗ ਹੋ ਗਿਆ। ਕਹਿੰਦੀ ਰੁਕ ਕੇ ਗੱਲ ਕਰਦੇ ਆ। ਉਹਨੂੰ ਕੀ ਦੱਸ। ਤਾਂ ਅੱਜ ਕਿਤੇ ਰਿਸ਼ਤੇਦਾਰੀ 'ਚੋਂ ਜਾਣਾ ਸੀ। ਘਰ ਵਾਲੀ ਬੜੀ ਤਪੀ ਜਿਹੀ ਲੱਗ ਰਹੀ ਸੀ। ਜਦੋਂ ਮੈਂ ਗੱਡੀ ਵਿੱਚ ਬੈਠੇ ਤਾਂ ਦੂਰ ਜਾਣਾ ਸੀ ਅਸੀਂ। ਜ਼ਿਆਦਾ ਬੋਲੀ ਨਹੀਂ, ਮੈਨੂੰ ਵੀ ਲੱਗਾ ਕੋਈ ਗੜਬੜ ਆ। ਥੋੜਾ ਦੂਰ ਗਏ ਤਾਂ ਕਹਿਣ ਲੱਗੀ ਅੱਗੇ ਹੋਟਲ ਆ, ਉੱਥੇ ਚਾਹ ਪਾਣੀ ਪੀਨੇ ਆ, ਗੱਡੀ ਰੋਕਿਓ। ਮੈਂ ਰੋਕ ਕੇ ਹੱਥ ਧੋ ਕੇ ਇਸ ਦੇ ਨਾਲ ਟੇਬਲ ਦੇ ਸਾਹਮਣੇ ਬੈਠ ਗਿਆ। ਹੋਟਲ ਵਿੱਚ ਕਾਫੀ ਭੀੜ ਸੀ ਅਤੇ ਆਰਡਰ ਦੇ ਕੇ ਚਾਹ ਦੀ ਉਡੀਕ ਕਰਨ ਲੱਗੇ। ਟਾਈਮ ਪਾਸ ਕਰਨ ਲਈ ਮੈਂ ਆਪਣਾ ਮੋਬਾਈਲ ਕੱਢ ਲਿਆ ਅਤੇ ਪਤਨੀ ਨੇ ਵੀ। ਮੈਂ ਸੋਨੀਆ ਨੂੰ ਹੈਲੋ ਕੀਤਾ, ਉਸਨੇ ਵੀ ਝੱਟ ਹੈਲੋ ਦਾ ਜਵਾਬ ਦਿੱਤਾ। ਕਹਿਣ ਲੱਗੀ ਕਿੱਥੇ ਹੋ? ਮੈਂ ਅੱਗੋਂ ਕਹਿ ਦਿੱਤਾ ਚੜੇਲ ਨੂੰ ਲੈ ਕੇ ਕਿਤੇ ਚੱਲਿਆ ਬਾਹਰ। ਹਾ ਕੌਣ ਆ? ਮੈਂ ਕਿਹਾ ਉਹੀ ਜੋ ਸਾਰਾ ਦਿਨ ਖੂਨ ਚੂਸਦੀ ਆ ਮੇਰਾ। ਐਵੇਂ ਨਹੀਂ ਕਹੀਦਾ, ਤੁਹਾਡੀ ਪਤਨੀ ਆ ਜੀ। ਮੈਂ ਉਸਨੂੰ ਖੁਸ਼ ਕਰਨ ਲਈ ਕਹਿ ਦਿੱਤਾ ਹਾਂ, ਇਹੋ ਜਿਹੀਆਂ 20 ਤੁਰੀਆਂ ਫਿਰਦੀਆਂ। ਗੱਲਾਂ ਵਿੱਚ ਇੰਨਾ ਮਗਨ ਹੋਇਆ ਕਿ ਪਤਨੀ ਵੱਲੋਂ ਨਜ਼ਰ ਹੀ ਨਾ ਪਈ। ਲਾਲੋ ਲਾਲ ਚਿਹਰਾ। ਮੈਨੂੰ ਕੀ ਪਤਾ ਸੀ ਇਹੀ ਸੋਨੀਆ ਦੀ ਫੇਕ ਆਈਡੀ ਬਣਾ ਕੇ ਬੈਠੀ ਆ ਮੇਰੇ ਸਾਹਮਣੇ। ਗੁੱਸਾ ਇੰਨਾ ਕਿ ਦੇਖਿਆ ਕੰਬਣ ਲੱਗੇ ਬੰਦਾ। ਬਸ ਇੰਨਾ ਹੀ ਪੁੱਛਿਆ ਤੈਨੂੰ ਕੀ ਸੱਪ ਸੌਂ ਗਿਆ? ਇੱਕ ਡੱਬਾ ਜਿਹਾ ਟੇਬਲ ਤੇ ਪਿਆ ਸੀ, ਸ਼ਾਇਦ ਉਸ ਵਿੱਚ ਹੱਥ ਸਾਫ਼ ਕਰਨ ਵਾਲੇ ਨੈਪਕਿਨ ਪੇਪਰ ਸੀ। ਉਸਨੇ ਚੁੱਕਿਆ ਤੇ ਮੇਰੇ ਮੱਥੇ ਵਿੱਚ ਮਾਰਿਆ। ਉੱਚੀ ਸਾਰੀ ਬੋਲੀ ਸੋਨੀਆ ਚੰਡਾਲ ਹਾਂ ਮੈਂ। ਜਦੋਂ ਸੋਨੀਆ ਚੰਡਾਲ ਦਾ ਨਾਮ ਸੁਣਿਆ ਤਾਂ ਮੈਂ ਲੱਗੀਆਂ ਕੁਰਸੀਆਂ ਨੂੰ ਟੱਪਦਾ ਕਈ ਵਾਰ ਡਿੱਗਾ ਤੇ ਜਾਨ ਬਚਾਉਣ ਨੂੰ ਕਾਹਲਾ ਹੋਇਆ। ਮੇਰੇ ਮੂੰਹੋਂ ਇੰਨੀ ਨਿਕਲੀ ਸੋਨੀਆ ਤੂੰ ਫੇਕ ਆਈਡੀ ਬਣਾਈ? ਤੁਸੀਂ ਬਸ ਜੀ ਸੁਣਦੇ ਰਹੋ, ਫੇਰ ਕੁਛ ਨਾ ਪੁੱਛੋ। ਨਾ ਮੈਂ ਜਾਣਦਾ ਨਾ ਉੱਥੇ ਬੈਠੇ ਲੋਕ। ਇਹ ਤਾਂ ਉਹਨਾਂ ਨੂੰ ਪਤਾ ਜੋ ਮੇਰੇ ਨਾਲ ਬੀਤੀ। ਮੈਨੂੰ ਤਾਂ ਪਤਾ ਨਹੀਂ ਸੀ ਕਿ ਮੇਰੀ ਭੋਲੀ ਭਾਲੀ ਪਤਨੀ ਇੰਨੀ ਤੇਜ਼ ਨਿਕਲੂ ਜਿੰਨਾ ਮੇਰਾ ਜਲੂਸ ਉੱਥੇ ਨਿਕਲਿਆ। ਮੈਨੂੰ ਪਤਾ, ਪਰ ਅੱਜ ਤੱਕ ਉਹੀ ਸੁਪਨੇ ਵਿੱਚ ਡਰ ਆਈ ਜਾਂਦਾ ਕਦੇ ਕਿ ਸੋਨੀਆ ਚੰਡੇਲ ਨਾ ਆ ਜਾਵੇ। ਬਹੁਤ ਬਹੁਤ ਧੰਨਵਾਦ ਵਾਹ ਜੀ। ਵਾਹ ਵਾਹ ਜਗਦੀਸ਼ ਸਿੰਘ ਜਲ ਜੀ, ਤੁਸੀਂ ਤਾਂ ਮੂਡ ਵੀ ਹਲਕਾ ਕਰਤਾ ਤੇ ਬਹੁਤ ਸੋਹਣਾ ਜਿਹੜਾ ਵਿਸ਼ਾ ਵੀ ਤੁਸੀਂ ਬਿਲਕੁਲ ਲੇਟੈਸਟ ਵਿਸ਼ਾ ਜਿਹੜਾ ਉਹ ਤੁਸੀਂ ਛੂਹਿਆ ਆਪਦੀ ਕਹਾਣੀ ਦੇ ਵਿੱਚ। ਮਜ਼ਾ ਆ ਗਿਆ। ਮੈਨੂੰ ਲੱਗਦਾ ਸੀ ਸਾਡੇ ਸਾਰਿਆਂ ਨੂੰ ਜਿਹੜਾ ਹੱਸ ਪੀੜਾਂ ਪੈਣ ਲੱਗ ਗਈਆਂ। ਰੱਬ ਨਾ ਕਰੇ ਇਹ ਕਹਾਣੀ ਕਿਸੇ ਨਾਲ ਵੀ ਜਿਹੜਾ ਉਹ ਸੱਚੀ ਹੋਵੇ। ਇਹ ਫੇਕ ਆਈਡੀਆਂ ਦੇ ਭਰਮ ਭੁਲੇਖੇ ਜਿਹੜੇ ਉਹ ਬਣੇ ਰਹਿਣ ਦੁਨੀਆ ਦੇ ਵਿੱਚ। ਹੋ ਮੁਹੱਬਤਾਂ ਸਕਦਾ ਜ਼ਿੰਦਾਬਾਦ ਚਲੋ ਰਹਿਣ। ਹਾਂਜੀ ਵਧੀਆ ਗੱਲ ਆ, ਪਰ ਇਹ ਆ ਵੀ ਇਸ ਵਿਸ਼ੇ ਤੇ ਕੋਈ ਜਿਹੜਾ ਜੋੜਾ ਨਾ ਹੀ ਟਰਾਈ ਕਰੇ ਤੇ ਵਧੀਆ ਗੱਲ ਆ। ਹਾਂਜੀ, ਮੈਸੇਜ ਬਹੁਤ ਸੋਹਣਾ ਦਿੱਤਾ ਤੁਸੀਂ। ਬਹੁਤ ਮਜ਼ਾ ਹਾਂਜੀ ਆਇਆ। ਬਹੁਤ ਮਜ਼ੇਦਾਰ ਮੈਸੇਜ ਹੈ। ਪਰ ਆਪਾਂ ਨੂੰ ਵੀ ਪਤਾ ਹੈ ਕਿ ਜੇ ਆਪਣੀ ਆਈਡੀ ਦੇ ਵਿੱਚ 5000 ਲੋਕ ਐਡ ਨੇ ਤੇ ਉਹਦੇ ਵਿੱਚੋਂ 3000 ਫੇਕ ਆਈਡੀਆਂ ਵਾਲੇ ਹੀ ਆ। ਤੇ ਇਸ ਲਈ ਹਾਂਜੀ ਫੇਕ ਆਈਡੀਆਂ ਤੋਂ ਸਾਵਧਾਨ ਰਹੋ। ਇਹ ਨਹੀਂ ਪਤਾ ਵੀ ਤੁਹਾਡੇ ਹੀ ਮਾਂ ਪਿਓ, ਭੈਣ ਭਰਾ, ਘਰ ਵਾਲਾ ਘਰ ਵਾਲੀ ਤੁਹਾਨੂੰ ਟੈਸਟ ਕਰ ਰਹੇ ਹੋਣ। ਸੋ ਬੀ ਕੇਅਰਫੁਲ। ਬਹੁਤ ਸੋਹਣਾ ਮੈਸੇਜ ਦਿੱਤਾ ਤੁਸੀਂ। ਅੱਛਾ ਜੀ, ਹੁਣ ਬਹੁਤ ਬਹੁਤ ਆਪਾਂ ਧੰਨਵਾਦ ਜੀ। ਜੀ ਥੈਂਕ ਯੂ। ਡਾਕਟਰ ਸਾਹਿਬ, ਡਾਕਟਰ ਦੀਪਤੀ ਜੀ ਕਿਉਂਕਿ ਬਹੁਤ ਬਿਜ਼ੀ ਨੇ, MBBS ਡਾਕਟਰ ਨੇ, ਉੱਤੋਂ ਬਿਮਾਰੀਆਂ ਦਾ ਜਿਹੜਾ ਹੈਗਾ ਸੀਜ਼ਨ ਚੱਲ ਰਿਹਾ ਤੇ ਉਹਨਾਂ ਨੂੰ ਜਿਹੜਾ ਹੈਗਾ ਅੱਗੇ ਉਹਨਾਂ ਦੀਆਂ ਕੁਝ ਅਪਾਇੰਟਮੈਂਟ ਨੇ। ਇਸ ਲਈ ਆਪਾਂ ਹੁਣ ਸਿੱਧਾ ਜਿਹੜਾ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਕੋਲ ਜਾਵਾਂਗੇ ਤਾਂ ਕਿ ਉਹ ਜਾਣ ਤੋਂ ਪਹਿਲਾਂ ਸਾਨੂੰ ਜਿਹੜਾ ਹੈਗਾ ਕੁਝ ਰੰਗ ਹੋਰ ਵਿਖਾ ਜਾਣ ਆਪਣੀ ਕਹਾਣੀ ਦੇ। ਇਸ ਤੋਂ ਪਹਿਲਾਂ ਕਿ ਉਹ ਆਪਣੇ ਜਿਹੜਾ ਹੈਗਾ ਪ੍ਰੈਕਟੀਕਲ ਲਾਈਫ ਵੱਲ ਜਾਣ, ਮਰੀਜ਼ਾਂ ਵੱਲ ਜਾਣ, ਸਾਡੇ ਸਾਹਿਤ ਦੇ ਮਰੀਜ਼ਾਂ ਨੂੰ ਜਿਹੜਾ ਹੈਗਾ ਠੀਕ ਕਰਕੇ ਜਾਣ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੇਰੀ ਰਿਕੁਐਸਟ ਨੂੰ ਮੰਨਿਆ। ਮੇਰੀ ਮਿੰਨੀ ਕਹਾਣੀ ਹੈ, ਉਹਦਾ ਨਾਮ ਹੈ ਰਿਸ਼ਤਾ। ਮੋਗੇ ਤੋਂ ਰਾਹ ਦੀ ਸਵਾਰੀ ਕੋਈ ਨਾ ਹੋਵੇ, ਇੱਕ ਵਾਰ ਫਿਰ ਦੇਖ ਲਓ ਸਾਰੇ, ਕਹਿ ਕੇ ਰਾਮ ਸਿੰਘ ਨੇ ਸੀਟੀ ਮਾਰੀ ਤੇ ਬੱਸ ਆਪਣੇ ਰਾਹ ਪੈ ਗਈ। ਬੱਸ ਵਿੱਚ ਬੈਠੇ ਨਿਹਾਲ ਸਿੰਘ ਨੇ ਜਦੋਂ ਆਪਣਾ ਪਿੰਡ ਆਉਂਦੇ ਦੇਖਿਆ ਤਾਂ ਸੀਟ ਤੋਂ ਉੱਠ ਕੇ ਡਰਾਈਵਰ ਦੇ ਨੇੜੇ ਆ ਗਿਆ ਤੇ ਹੌਲੀ ਜਿਹੀ ਕਹਿਣ ਲੱਗਿਆ, ਡਰਾਈਵਰ ਸਾਹਿਬ ਜਿਹੜਾ ਨਹਿਰ ਦੇ ਪੁੱਲ ਉੱਤੇ ਬ੍ਰੇਕ ਤੇ ਪੈਰ ਮਾਰਿਓ। ਕੀ ਗੱਲ, ਕੰਡਕਟਰ ਦੀ ਗੱਲ ਨਹੀਂ ਸੀ ਸੁਣੀ? ਡਰਾਈਵਰ ਨੇ ਕਿਹਾ, ਭਾਈ
जरा कम सी, थोड़ी जल्दी सी, बाई बन के रोक दे, देख तू भी जट ते मैं भी जट, कोई नहीं जरा रोक। निहाल सिंह ने गुजारिश की। ड्राइवर ने निहाल सिंह वाल देखा ते उसने भी उसे सुर च कहा, मैं तो नहीं जट जुट, मैं तो। इस तो पहला कि अगों बोलदा निहाले ने इको दम गल संभाली ते कहा, तां की होया, सिख भरा आपां वीर बन के रोक दे। ड्राइवर इस बार मिन्ना जिहा मुस्कुराया ते पग उपरों सिर दे वालां नूं हत्थ फेरदा कहन लगा, मैं भी सिख भी नहीं हाँ जे तू सच्ची मन्ने तां। भाई इन्हां गल्लां च की पिया, बंदा ही बंदे दी दारू हुंदा है, इस तो वध कुछ नहीं। जद निहाल सिंह ने इन्ना कहा तां ड्राइवर ने एक बारी उस नूं पूरे गौर नाल देखिया ते ब्रेक ते पैर रखता। की गल, पहलों नहीं सी कहा, खास तो रोकी। कंडक्टर ने पिछों कड़ाकदे ने आवाज मारी, कोई ना एक नवा रिश्ता निकल आया सी, ड्राइवर ने कहा ते तद तक निहाल सिंह बस तो उतर चुका। बहुत बहुत मेहरबानी। ਜੀ ਜੀ ਜੀ, ਬਹੁਤ ਵਧੀਆ ਡਾਕਟਰ ਸਾਹਿਬ। ਤੇ ਜਿਹੜਾ ਹੈਗਾ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜਿਹੜਾ ਜੁੜੇ, ਤੁਸੀਂ ਆਪਦਾ ਇੰਨਾ ਕੀਮਤੀ ਸਮਾਂ ਸਾਨੂੰ ਦਿੱਤਾ। ਤੇ ਅਸੀਂ ਫਿਰ ਕਦੇ ਮਾਣ ਲਵਾਂਗੇ ਤੁਹਾਡੇ ਨਾਲ ਜੁੜਨ ਦਾ ਤੇ ਹੋਰ ਵਿਸ਼ਿਆਂ ਤੇ, ਸਮਾਜਿਕ ਤੇ ਖਾਸ ਕਰਕੇ ਮਨੋਵਿਗਿਆਨ ਦੇ ਵਿਸ਼ਿਆਂ ਤੇ ਤੁਹਾਡੇ ਨਾਲ ਗੱਲਬਾਤ ਕਰਨ ਦਾ, ਕਿਉਂਕਿ ਉਹ ਵਿਸ਼ੇ ਵੀ ਸੁਣੇ ਬਹੁਤ ਜ਼ਰੂਰੀ ਨੇ। ਤੇ ਜਿਹੜਾ ਹੈਗਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦਾ। बहुत बहुत धन्यवाद सारिਆਂ ਦਾ। मैं मतलब कि ਇਹਨਾਂ ਸਾਥੀਆਂ ਦੀਆਂ ਕਹਾਣੀਆਂ ਜ਼ਰੂਰ ਸੁਣਨਾ ਚਾਹੁੰਦਾ, ਪਰ ਚਲੋ ਮੈਨੂੰ ਪਤਾ ਹੈ ਵੀ ਫੇਸਬੁੱਕ ਤੇ ਰਿਕਾਰਡਿੰਗ ਤੇ ਮੈਂ ਜ਼ਰੂਰ ਸੁਣਾਂਗਾ। ਤੇ ਹੋ ਸਕਣਗੀਆਂ ਤਾਂ ਅਸੀਂ ਆਪਣੇ ਮਿੰਨੀ ਮੈਗਜ਼ੀਨ ਦੇ ਵਿੱਚ ਵੀ ਇਹਨਾਂ ਨੂੰ ਕਿਤੇ ਸ਼ਾਮਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਤੇ ਇਹਨਾਂ ਤੋਂ ਸੰਪਰਕ ਕਰਕੇ ਸਿੱਧੀਆਂ ਮਿੰਨੀ ਕਹਾਣੀਆਂ ਵੀ ਅਸੀਂ ਮੈਗਜ਼ੀਨ ਦਾ ਹੀ ਮੰਗਵਾ ਸਕਦੇ ਆ। ਬਾਕੀ ਜਗਦੀਸ਼ ਕੁਲਦੀਆ ਅਜੇ ਤੱਕ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਅੱਜ ਤੱਕ ਜੁੜੇ ਵੀ ਰਹਿਣਗੇ। ਜੇ ਕੋਈ ਹੋਰ ਗੱਲ ਹੋਏਗੀ ਤਾਂ ਅਸੀਂ ਫਿਰ ਉਸ ਦੇ ਬਾਰੇ ਵਿਚਾਰ ਲਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਹਾਂਜੀ ਦੋਸਤੋ, ਜਿਹੜੇ ਲਾਈਵ ਸੁਣ ਰਹੇ ਨੇ ਤੇ ਜਿਹੜੇ ਮਿੰਨੀ ਕਹਾਣੀਆਂ ਲਿਖ ਰਹੇ ਨੇ, ਉਹ ਜ਼ਰੂਰ ਜਿਹੜਾ ਹੈਗਾ ਮਿੰਨੀ ਮੈਗਜ਼ੀਨ ਦੇ ਵਿੱਚ ਲਿਖੀਆਂ ਕਹਾਣੀਆਂ ਭੇਜੋ। ਜੇ ਉਸ ਸਟੈਂਡਰਡ ਤੱਕ ਜਾਣਗੀਆਂ ਤੇ ਜ਼ਰੂਰ ਛਾਪੀਆਂ ਜਾਣਗੀਆਂ ਜਿਹੜਾ ਹੈਗਾ ਮੈਗਜ਼ੀਨ ਦੇ ਵਿੱਚ। ਤੇ ਨਾਲ ਹੀ ਨਾਲ ਜਿਹੜੇ ਸਾਡੇ ਨਾਲ ਬਹੁਤ ਸਾਰੇ ਸਾਥੀ ਜੁੜੇ ਹੋਏ ਨੇ, ਬਹੁਤ ਸੋਹਣੇ ਜਿਹੜੇ ਕਮੈਂਟ ਲਿਖ ਰਹੇ ਨੇ, ਬਹੁਤ ਸਾਰਾ ਜਿਹੜਾ ਹੈਗਾ ਹੌਸਲਾ ਵਧਾ ਰਹੇ ਨੇ ਤੇ ਬਹੁਤ ਸਾਰੇ ਸੁਝਾਅ ਵੀ ਦੇ ਰਹੇ ਨੇ ਨਵੀਆਂ ਕਲਮਾਂ ਨੂੰ, ਜਿਹੜੀ ਕਿ ਬਹੁਤ ਹੀ ਵਧੀਆ ਗੱਲ ਹੈ। ਇਹੀ ਇਸੇ ਮਕਸਦ ਨਾਲ ਹੀ ਇਹ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਨਵੀਆਂ ਤੇ ਪੁਰਾਣੀਆਂ ਕਲਮਾਂ ਨੂੰ ਜੋੜਿਆ ਜਾਂਦਾ ਹੈ, ਤਾਂ ਕਿ ਇੱਕ ਤਾਂ ਇਹ ਫਰਕ ਦਾ ਪਤਾ ਲੱਗ ਜੇ ਕਿ ਜਿਹੜਾ ਇੱਕ ਮੱਝਿਆ ਹੋਇਆ ਕਲਮਕਾਰ ਹੈ ਉਸ ਦੇ ਲਈ ਮਿੰਨੀ ਕਹਾਣੀ ਕੀ ਹੈ, ਤੇ ਇੱਕ ਜਿਹੜੀ ਨਵੀਂ ਕਲਮ ਹੈ ਉਹ ਮਿੰਨੀ ਕਹਾਣੀ ਦਾ ਕਿਹੜਾ ਰੂਪ ਲੈ ਕੇ ਆਉਂਦੀ ਹੈ, ਤੇ ਉਹਨੂੰ ਕਿੰਨਾ ਹੋਰ ਜਿਹੜਾ ਹੈਗਾ ਬਦਲਾਵ ਕਰਨ ਦੀ ਲੋੜ ਹੈ, ਇਸ ਵਿਧਾ ਦੇ ਵਿੱਚ ਕਿੰਨਾ ਹੋਰ ਪ੍ਰੈਕਟਿਸ ਕਰਨ ਦੀ ਲੋੜ ਹੈ। ਹਾਂਜੀ, ਬਿਲਕੁਲ ਵੀ ਸਮਾਂ ਨਾ ਗਵਾਉਂਦੇ ਹੋਏ ਆਪਾਂ ਚੱਲਦੇ ਹਾਂ ਜੀ ਜਸਵੀਰ ਕੌਰ ਇਨਾਇਤ ਜੀ ਕੋਲ, ਤੇ ਆਪਾਂ ਉਹਨਾਂ ਦੀ ਜਿਹੜੀ ਹੈਗੀ ਦੂਸਰੀ ਮਿੰਨੀ ਕਹਾਣੀ ਸੁਣਦੇ ਹਾਂ। ਜਲਦੀ ਪਹੁੰਚਦੇ ਹਾਂ ਜਸਵੀਰ ਕੌਰ ਇਨਾਇਤ ਜੀ ਕੋਲ। ਹਾਂਜੀ, ਮੇਰੀ ਅਗਲੀ ਕਹਾਣੀ ਦਾ ਵਿਸ਼ਾ ਹੈ ਜੀ ਲਾਲ ਰੰਗਾ ਸ਼ੋ ਪੀਸ। ਰਮਨ ਸਕੂਲ ਤੋਂ ਜਦ ਘਰ ਪਹੁੰਚੀ ਤਾਂ ਆਉਂਦੇ ਹੀ ਮਾਂ ਨੂੰ ਗੁੱਸੇ ਹੋਣ ਲੱਗ ਪਈ ਤੇ ਕਹਿੰਦੀ, ਤੁਸੀਂ ਬੁਖਾਰ 'ਚ ਵੀ ਆਰਾਮ ਕਰ ਲਿਆ ਕਰੋ। ਮੈਂ ਸਵੇਰੇ ਸਕੂਲ ਜਾਣ ਲੱਗਿਆ ਵੀ ਕਹਿ ਕੇ ਗਈ ਸੀ ਕਿ ਕੋਈ ਕੰਮ ਹੋਏ ਤਾਂ ਤੁਸੀਂ ਨਾ ਕਰਨਾ, ਮੈਂ ਘਰ ਆ ਕੇ ਕਰ ਲਵਾਂਗੀ। ਪਰ ਨਾ ਤੁਸੀਂ ਮੇਰੀ ਕਦੀ ਅੱਜ ਮੰਨੀ ਹੈ ਤੇ ਨਾ ਹੀ ਕਦੀ ਬਾਅਦ ਚੋਂ ਮੰਨੀ ਹੈ। ਨਾ ਧੀਏ, ਇੰਜ ਨਾ ਕਹਿ, ਤੂੰ ਤਾਂ ਮੇਰਾ ਸਾਰਾ ਸੰਸਾਰ ਹੈ। ਤੇਰੀ ਗੱਲ ਨਹੀਂ ਮੰਨੀ ਤਾਂ ਹੋਰ ਕਿਸ ਦੀ ਗੱਲ ਮੰਨੀ ਹੈ। ਮਾਂ ਨੇ ਧੀ ਦਾ ਗੁੱਸਾ ਠੰਡਾ ਕਰਨ ਲਈ ਨਾਕਾਮਯਾਬ ਕੋਸ਼ਿਸ਼ ਕੀਤੀ। ਹਜੇ ਤਾਂ ਮੰਨੀ ਨਹੀਂ, ਕਈ ਵਾਰ ਕਹਿ ਚੁੱਕੀ ਹਾਂ ਕਿ ਇਹ ਨਸ਼ਈ ਵਿਹਲੜ ਨੂੰ ਛੱਡ ਦੇ, 24 ਘੰਟੇ ਮੰਜੇ ਤੇ ਸ਼ੋਅ ਪੀਸ ਵਾਂਗ ਬੈਠਾ ਰਹਿੰਦਾ। ਤੇਰਾ ਤਾਂ ਬਿਮਾਰੀ 'ਚ ਵੀ ਸਾਥ ਨਹੀਂ ਦਿੰਦਾ। ਰਮਨ ਨੇ ਬਹੁਤ ਹੀ ਭਰੇ ਮਨ ਨਾਲ ਮਾਂ ਨੂੰ ਕਿਹਾ। ਮਾਂ ਨੇ ਰਮਨ ਦਾ ਹੱਥ ਫੜਿਆ ਤੇ ਘਰ ਦੇ ਬਾਹਰ ਮੁਹੱਲੇ 'ਚ ਲੈ ਗਈ, ਸਮਝਾਉਂਦੀ ਹੋਈ ਕਹਿਣ ਲੱਗੀ, ਧੀਏ, ਇਹ ਸ਼ੋਅ ਪੀਸ ਨੇ ਚਾਹੇ ਮੇਰਾ ਸਾਥ ਕਦੀ ਨਹੀਂ ਦਿੱਤਾ, ਪਰ ਇਸ ਭੈੜੇ ਸਮਾਜ ਦੇ ਵਿੱਚ ਵਸਦੇ ਦਰਿੰਦਿਆਂ ਦੀ ਭੈੜੀ ਨਜ਼ਰ ਤੋਂ ਮੈਨੂੰ ਜ਼ਰੂਰ ਬਚਾਇਆ। ਇਸ ਦੇ ਨਾਮ ਦਾ ਲਾਲ ਰੰਗ ਮੇਰੇ ਮੱਥੇ ਤੇ ਦੇਖ ਕੇ ਕਈਆਂ ਦੀ ਮਾੜੀ ਨਜ਼ਰ ਮੇਰੇ ਤੇ ਨਹੀਂ ਪਈ। ਇਹ ਸਮਾਜ ਬਰਾਬਰਤਾ ਦੀ ਗੱਲ ਤਾਂ ਕਰਦਾ ਹੈ, ਪਰ ਅਪਣਾਉਣ ਲਈ ਅਜੇ ਤਿਆਰ ਨਹੀਂ ਹੋਇਆ। ਇਹ ਸ਼ੋਅ ਪੀਸ ਦਾ ਨਾਮ ਮੇਰੇ ਨਾਲ ਜੁੜੇ ਹੋਣ ਕਰਕੇ ਹੀ ਮੈਂ ਤੇਰੀ ਤੇ ਤੇਰੇ ਭਰਾ ਦੀ ਪੜ੍ਹਾਈ ਕਰਵਾ ਸਕੀ ਹਾਂ। ਵੱਡਾ ਹੋਕਾ ਭਰਦੀ ਮਾਂ ਕਹਿੰਦੀ ਹੈ, ਚੱਲ ਛੱਡ ਪਰਾਂ ਇਹਨਾਂ ਗੱਲਾਂ ਨੂੰ, ਆ ਜਾ ਮੇਰੀ ਧੀ, ਰੋਟੀ ਖਾ ਲੈ। ਫਿਰ ਮੁਸਕਰਾ ਕੇ ਕਹਿੰਦੀ ਹੈ ਕਿ ਨਾਲੇ ਸ਼ੋਅ ਪੀਸ ਨੂੰ ਵੀ ਭੁੱਖ ਲੱਗੀ ਹੋਣੀ ਹੈ। ਇਹ ਕਹਿ ਕੇ ਦੋਨੇ ਜਣੀਆਂ ਮੁਸਕਰਾਉਂਦੀਆਂ ਹੋਈਆਂ ਅੰਦਰ ਚਲੀਆਂ ਜਾਂਦੀਆਂ ਹਨ।
ਥੈਂਕ ਯੂ ਜੀ। ਵਾਹ ਜਸਵੀਰ ਜੀ, ਵਾਹ, ਬਹੁਤ। ਇਹਨੂੰ ਕਹਿੰਦੇ ਨੇ ਗਾਗਰ ਵਿੱਚ ਸਾਗਰ। ਬਹੁਤ ਥੈਂਕ ਥੋੜੇ ਯੂ ਜਿਹੇ ਜੀ। ਸ਼ਬਦਾਂ ਥੈਂਕ ਦੇ ਯੂ। ਵਿੱਚ ਤੁਸੀਂ ਬਹੁਤ ਜਿਹੜਾ ਡੂੰਘਾ ਤੇ ਜਿਹੜਾ ਸੰਵੇਦਨਸ਼ੀਲ ਮੁੱਦਾ ਜਿਹੜਾ ਕਿਹਾ ਹੈ। ਤੇ ਜ਼ਰੂਰ ਇਹਨਾਂ ਵਿਸ਼ਿਆਂ ਤੇ ਵੀ ਆਵਾਂਗੇ, ਕਦੇ ਇਹਨਾਂ ਵਿਸ਼ਿਆਂ ਤੇ ਵੀ ਗੱਲ ਕਰਾਂਗੇ। ਅੱਜ ਸਿਰਫ ਜ਼ਰੂਰ। ਆਪਾਂ ਮਿੰਨੀ ਕਹਾਣੀ ਤੇ ਹੀ ਗੱਲ ਕਰਦੇ ਹਾਂ, ਤੇ ਕਿਹੋ ਜਿਹੇ ਰੰਗ ਮਿੰਨੀ ਕਹਾਣੀਆਂ ਲੈ ਕੇ ਆ ਰਹੀਆਂ ਉਹਨਾਂ ਤੇ ਗੱਲ ਕਰਦੇ ਹਾਂ। ਤੇ ਆਪਾਂ ਜਿਹੜਾ ਹੈਗਾ, ਬਹੁਤ ਬਹੁਤ ਸ਼ੁਕਰੀਆ ਜਸਵੀਰ ਜੀ, ਬਹੁਤ ਬਹੁਤ ਧੰਨਵਾਦ ਬਹੁਤ ਜੀ। ਵਧੀਆ ਕਿਹਾ ਤੁਸੀਂ, ਬਹੁਤ ਸੋਹਣਾ ਥੈਂਕ ਲਿਖਿਆ। ਹਾਂਜੀ, ਆਪਾਂ ਹੁਣ ਬਿਲਕੁਲ ਵੀ ਸਮਾਂ ਨਹੀਂ ਬਰਬਾਦ ਕਰਦੇ, ਕਿਉਂਕਿ ਆਪਾਂ ਜਿਹੜਾ ਆਪਣੇ ਸਮੇਂ ਦੀ ਮਿੱਥੀ ਹੱਦ ਦੇ ਵੱਲ ਨੂੰ ਵੱਧ ਰਹੇ ਹਾਂ। ਤੇ ਆਪਾਂ ਪਹੁੰਚਦੇ ਹਾਂ ਜੀ ਸੰਦੀਪ ਕੌਰ ਇਬਾਰਤ ਜੀ ਕੋਲ, ਬੈਲਾਰਾਟ, ਤੇ ਸੁਣਦੇ ਹਾਂ ਉਹਨਾਂ ਤੋਂ ਉਹਨਾਂ ਦੀ ਅਗਲੀ ਮਿੰਨੀ ਕਹਾਣੀ। ਹਾਂਜੀ ਸੰਦੀਪ ਜੀ। ਹਾਂਜੀ, ਥੈਂਕ ਯੂ ਮਧੂ ਜੀ। ਮੇਰੀ ਅਗਲੀ ਕਹਾਣੀ ਦਾ ਵਿਸ਼ਾ ਹੈ ਜੀ ਵਿਆਹ ਦੀ ਵਰ੍ਹੇਗੰਢ। ਅਸਲ ਵਿੱਚ ਉਦੋਂ ਨਕਲੀ ਪਿੱਤਲ ਦੇ ਬਣੇ ਸੋਹਣੇ ਰੰਗੇ ਗਹਿਣਿਆਂ ਦਾ ਰਿਵਾਜ ਚੱਲਿਆ ਹੀ ਸੀ, ਤਾਂ ਕਰਕੇ ਬਹੁਤਿਆਂ ਨੂੰ ਪਤਾ ਹੀ ਨਾ ਲੱਗਿਆ ਵੀ ਮੇਰੇ ਗਲ ਵਿੱਚ ਪਾਏ ਤਿੰਨੇ ਹਾਰ ਨਕਲੀ ਨੇ। ਸੋ ਜਦੋਂ ਮੈਂ ਨਵੀਂ ਵਿਆਹ ਕੇ ਆਈ ਤਾਂ ਹਾਰ ਸ਼ਿੰਗਾਰ ਨਾਲ ਲੱਦੀ ਦੇਖ ਕੇ ਲੋਕਾਂ ਦੇ ਮੂੰਹ ਅੱਡੇ ਰਹਿ ਗਏ। ਸ਼ਾਇਦ ਉਦੋਂ ਲੋਕ ਭੋਲੇ ਹੋਣ ਕਰਕੇ ਅੱਜ ਦੇ ਸਮੇਂ ਵਾਂਗ ਇੰਨਾ ਸੋਚਦੇ ਜਾਂ ਚਿੰਤਾ ਨਹੀਂ ਸੀ ਕਰਦੇ ਵੀ ਕਿਸੇ ਦਾ ਘਰ ਵਿੱਚ ਇੰਨਾ ਪੈਸਾ ਜਾਂ ਸੋਨਾ ਕਿਉਂ ਆ ਗਿਆ, ਜਾਂ ਕਹਿ ਲਓ ਵੀ ਸਭ ਨੂੰ ਕਿਸੇ ਦੀ ਵਡਿਆਈ ਕਰਨ ਵਿੱਚ ਹੀ ਖੁਸ਼ੀ ਮਿਲਦੀ। ਸੋ ਨਾ ਕਿਸੇ ਨੇ ਮਿਹਣਾ ਮਾਰਿਆ, ਨਾ ਮਜ਼ਾਕ ਬਣਾਇਆ, ਤੇ ਨਾ ਹੀ ਸੱਸ ਨੂੰ ਕਿਸੇ ਨੇ ਲੁੱਤੀ ਲਾਈ, ਤੇ ਉਹ ਹਾਰਾਂ ਵਾਲੀ ਗੱਲ ਹਾਸਾ ਬਣ ਕੇ ਉੱਡ ਪੁੱਡ ਗਈ। ਮੈਂ ਆਂਢ ਗੁਆਂਢ ਤੇ ਸਕਿਆਂ ਘਰਾਂ ਵਿੱਚੋਂ ਪਹਿਲੀ ਵਹੁਟੀ ਸੀ। ਸੁਭਾਅ ਦੀ ਮੈਂ ਖੁੱਲੀ ਡੁੱਲੀ ਹੋਣ ਕਰਕੇ ਮੇਰੇ ਚਾਰੇ ਪੰਜੇ ਨਨਾਣਾਂ ਤੇ ਘਰਾਂ ਦੀਆਂ ਕੁੜੀਆਂ ਅਕਸਰ ਮੇਰੀਆਂ ਸੁਰਖੀਆਂ ਬਿੰਦੀਆਂ ਅਤੇ ਸੂਟ ਮੰਗ ਕੇ ਲੈ ਜਾਂਦੀਆਂ। ਤੇ ਨਾ ਸਿਰਫ ਉਹ ਖੁੱਲੇ ਡੁੱਲੇ ਉੱਚੇ ਨੀਵੇਂ ਸੂਟਾਂ ਨਾਲ ਆਪਣੇ ਸ਼ਗਨ ਵਿਹਾਰ ਹੀ ਮਨਾਉਂਦੀਆਂ, ਸਗੋਂ ਆਪਣੀਆਂ ਸਹੇਲੀਆਂ ਨੂੰ ਵੀ ਮਾਣ ਨਾਲ ਦੱਸ ਕੇ ਆਉਂਦੀਆਂ ਵੀ ਮੇਰੀ ਭਰਜਾਈ ਦਾ ਬਿਲਕੁਲ ਨਵਾਂ ਸੂਟ ਹੈ ਤੇ ਉਹਨੇ ਮੈਨੂੰ ਪਾਉਣ ਲਈ ਦਿੱਤਾ। ਇਹ ਦੱਸਣ ਵਿੱਚ ਉਹ ਇੱਕ ਰੋਹਬ ਤੇ ਫਖਰ ਜਿਹਾ ਮਹਿਸੂਸ ਕਰਦੀਆਂ। ਸੱਚੀ ਬਿਲਕੁਲ ਉਲਟ ਸੀ ਅੱਜ ਦੇ ਸਮੇਂ ਤੋਂ। ਅੱਜ ਹਰ ਰੋਜ਼ ਨਵੀਆਂ ਤਸਵੀਰਾਂ ਦੇਖਦੀਆਂ ਮੈਂ ਨਨਾਣਾਂ ਭਰਜਾਈਆਂ ਦੀਆਂ, ਵਿਆਹ ਸ਼ਾਦੀਆਂ ਵਿੱਚ ਇਕੱਠੀਆਂ ਖਾਂਦੀਆਂ ਪੀਂਦੀਆਂ, ਨੱਚਦੀਆਂ ਟੱਪਦੀਆਂ ਘੁੰਮਦੀਆਂ। ਪਰ ਉਹ ਨਿੱਕੀਆਂ ਨਿੱਕੀਆਂ ਸੂਟਾਂ ਬਿੰਦੀਆਂ ਵਾਲੀਆਂ ਸਾਂਝਾਂ, ਨੋਕ ਝੋਕ, ਰੁੱਸਣ ਮਨਾਉਣ ਤੇ ਪਿਆਰ ਵਾਲੀਆਂ ਸਾਂਝਾਂ ਸ਼ਾਇਦ ਮੈਨੂੰ ਕਿਤੇ ਨਹੀਂ ਦਿਸਦੀਆਂ। ਮੇਰੀ ਇੱਕ ਨਨਾਣ ਨੂੰ ਦੰਦਾਂ ਨਾਲ ਚੁੰਨੀ ਚੱਬਣ ਦੀ ਆਦਤ ਸੀ। ਉਹ ਜਦੋਂ ਵੀ ਮੇਰਾ ਸੂਟ ਪਾਉਂਦੀ ਤਾਂ ਵਾਪਸ ਕਰਨ ਵੇਲੇ ਹਮੇਸ਼ਾ ਚੁੰਨੀ ਵਿੱਚ ਵੱਡੀਆਂ ਵੱਡੀਆਂ ਮੋਰੀਆਂ ਹੁੰਦੀਆਂ। ਪਰ ਜਦੋਂ ਵੀ ਨਨਾਣ ਅਗਲੀ ਵਾਰ ਮੇਰੇ ਤੋਂ ਫਿਰ ਸੂਟ ਮੰਗਦੀ, ਮੇਰੀ ਕਦੇ ਹਿੰਮਤ ਨਾ ਹੋਈ ਉਹਨੂੰ ਜਵਾਬ ਦੇਣ ਲਈ। ਹਾਂ, ਮੈਂ ਡਰਦੀ ਸੀ ਇਸ ਗੱਲ ਤੋਂ ਘੱਟ ਕਿ ਸਾਡੀ ਲੜਾਈ ਹੋ ਜੂ ਤੇ ਮੈਨੂੰ ਬੁਰਾ ਕਿਹਾ ਜਾਊ, ਸਗੋਂ ਇਸ ਗੱਲ ਤੋਂ ਜ਼ਿਆਦਾ ਕਿ ਮੇਰੀ ਨਨਾਣ ਕੀ ਸੋਚੂ। ਹਾਏ, ਮੇਰਾ ਘਰ ਵਾਲਾ ਜਾਂ ਆਂਢ ਗੁਆਂਢ ਕੀ ਮਹਿਸੂਸ ਕਰੂ ਕਿ ਇਹ ਕੱਪੜੇ ਪਿੱਛੇ ਹੁਣ ਮੈਂ ਘਰ ਵਾਲੇ ਨੂੰ ਦੱਸਾਂ ਉਹਦੀ ਭੈਣ ਬਾਰੇ। ਹੈ ਤਾਂ ਇੱਕ ਕੱਪੜਾ ਹੀ ਹੈ ਨਾ, ਜੋ ਕਦੋਂ ਵੀ ਕਿਤੇ ਵੀ ਹੋਰ ਮਿਲ ਜਾਊ। ਮੇਰੇ ਦਿਓਰਾਂ ਨੇ ਆ ਕੇ ਹੱਕ ਨਾਲ ਰੋਟੀ ਮੰਗ ਕੇ ਖਾਣੀ, ਨਾਲ ਮਖੌਲਾਂ ਕਰਨੀਆਂ, ਇਕੱਠਿਆਂ ਬੈਠ ਕੇ ਤਾਸ਼ ਖੇਡਣੀ। ਉਦੋਂ ਅੱਜ ਵਾਂਗ ਰਿਸ਼ਤਿਆਂ ਨੂੰ ਬਦਨਾਮ ਨਹੀਂ ਸੀ ਕੀਤਾ ਜਾਂਦਾ, ਤੇ ਨਾ ਹੀ ਕਦੇ ਅੱਜ ਕੱਲ੍ਹ ਦੇ ਨਿਆਣਿਆਂ ਵਾਂਗੂ ਮੈਂ ਘਰਵਾਲੇ ਨੂੰ ਜਾਂ ਘਰ ਵਾਲਿਆਂ ਨੂੰ ਆਪਣੇ ਚਰਿੱਤਰ ਦੀਆਂ ਸਫਾਈਆਂ ਦਿੱਤੀਆਂ ਸੀ। ਸੱਚੀ ਇੱਕ ਸ਼ਰਮ ਹੁੰਦੀ ਸੀ ਹਰ ਰਿਸ਼ਤੇ ਵਿੱਚ, ਇੱਕ ਰੀਝ ਹੁੰਦੀ ਸੀ ਰਿਸ਼ਤਾ ਨਿਭਾਉਣ ਦੀ, ਤੇ ਹਰ ਇੱਕ ਰਿਸ਼ਤਾ ਆਪਣੀ ਆਪਣੀ ਥਾਂ ਤੇ ਖਾਸ ਹੁੰਦਾ ਸੀ। ਇੰਨਾ ਕੁ ਕਹਿੰਦੀ ਹੋਈ ਉਹ ਚੁੱਪ ਹੋ ਗਈ, ਜਿਵੇਂ ਸਮੁੰਦਰ ਦੀਆਂ ਭਾਰੀਆਂ ਛੱਲਾਂ ਸ਼ਾਂਤੀ ਨਾਲ ਵਹਿਣ ਲੱਗ ਗਈਆਂ ਹੋਣ। ਉਹ ਬਹੁਤ ਸ਼ਬਦ ਬਿਨਾਂ ਸੋਚੇ ਸਮਝੇ ਬੋਲ ਗਈ ਸੀ, ਜੋ ਹੁਣ ਉਹਨੂੰ ਸੋਚਣ ਲਈ ਮਜਬੂਰ ਕਰਨ ਲੱਗੇ। ਹੈਲੋ ਹੈਲੋ ਮਾਂ, ਪੁੱਤ ਨੇ ਫੋਨ ਦੇ ਦੂਜੇ ਪਾਸਿਓਂ ਮਾਂ ਨੂੰ ਆਵਾਜ਼ ਦਿੱਤੀ। ਪਾਪਾ ਕਿੱਥੇ ਨੇ? ਮੈਂ ਤੁਹਾਨੂੰ ਵਧਾਈ ਦੇਣ ਲਈ ਫੋਨ ਕੀਤਾ ਸੀ। ਹੈਪੀ ਮੈਰਿਜ ਐਨਵਰਸਰੀ। ਬਹੁਤ ਬਹੁਤ ਮੁਬਾਰਕਾਂ ਵਿਆਹ ਦੇ ਵਰ੍ਹੇਗੰਢ ਦੀਆਂ। ਤੁਸੀਂ ਫਿਰ ਉਹੀ ਪੁਰਾਣੀਆਂ ਗੱਲਾਂ ਲੈ ਕੇ ਬੈਠ ਗਏ। ਤੁਸੀਂ ਤਾਂ ਵਿਹਲੇ ਹੋ, ਮੈਂ ਬਿਜੀ ਹਾਂ। ਪੁੱਤ ਤੇਰੇ ਪਾਪਾ ਵੀ ਕੋਲ ਹੀ ਨੇ, ਸੁਣੀ ਜਾਂਦੇ ਸੀ ਉਹ ਵੀ ਆਪਣੀਆਂ ਗੱਲਾਂ। ਮੈਂ ਕਰਾਉਣੀ ਆ ਗੱਲ, ਮਾਂ ਨੇ ਅੱਗੋਂ ਜਵਾਬ ਦਿੱਤਾ, ਪਰ ਉਦੋਂ ਤੱਕ ਫੋਨ ਕੱਟਿਆ ਜਾ ਚੁੱਕਿਆ ਸੀ। ਹੁਣ ਪੁੱਤ ਦੀ ਬੇਰੁਖੀ ਦੇਖ ਕੇ ਫੋਨ ਦੇ ਦੂਜੇ ਪਾਸੇ ਮਾਂ ਪਿਓ ਬੈਠੇ ਰਿਸ਼ਤਿਆਂ ਵਿੱਚ ਆਈ ਦੂਰੀ ਨੂੰ ਮਾਪ ਤੋਲ ਰਹੇ ਸੀ, ਤੇ ਜਿਵੇਂ ਸ਼ਾਇਦ ਉਹਨਾਂ ਦੇ ਬੇਵਸ ਚਿਹਰੇ ਕਹਿ ਰਹੇ ਹੋਣ, ਪੁੱਤ ਤੇਰੇ ਨਾਲ ਦੁੱਖ ਸੁੱਖ ਕਰਨਾ ਤੇ ਯਾਦਾਂ ਦੀ ਸਾਂਝ ਪਾਉਣਾ ਹੀ ਸਾਡੇ ਲਈ ਵਰ੍ਹੇਗੰਢ ਮਨਾਉਣਾ ਹੈ, ਨਾ ਕਿ ਤੇਰੀਆਂ ਫੋਨ ਜਾਂ ਮੈਸੇਜ ਕਰਕੇ ਸਿਰਫ ਵਧਾਈਆਂ ਕਹਿ ਦੇਣਾ। ਬਹੁਤ ਸੋਹਣਾ ਸੰਦੀਪ ਜੀ, ਧੰਨਵਾਦ। ਬਹੁਤ ਸੋਹਣਾ। ਬਹੁਤ ਸੋਹਣੇ ਵਿਸ਼ੇ ਲਏ ਤੁਸੀਂ ਆਪਣੀਆਂ ਕਹਾਣੀਆਂ ਦੇ ਵਿੱਚ। ਥੈਂਕ ਯੂ। ਤੇ ਮੈਨੂੰ ਉਮੀਦ ਹੈ ਕਿ ਜਿਹੜੀਆਂ ਬੱਝੀਆਂ ਹੋਈਆਂ ਕਲਮਾਂ ਜ਼ਰੂਰ ਤੁਹਾਨੂੰ ਜਿਹੜਾ ਹੈਗਾ ਰਾਹ ਦਸੇਰੇ ਬਣਨਗੀਆਂ ਤੁਹਾਡੇ ਇਸ ਪ੍ਰੋਗਰਾਮ ਤੋਂ ਬਾਅਦ, ਤੇ ਤੁਹਾਨੂੰ ਜਿਹੜਾ ਹੈਗਾ ਹੋਰ
ਬਹੁਤ ਸਾਰੀਆਂ ਬੁਲੰਦੀਆਂ ਤੇ ਦੁਆਵਾਂ। ਹਾਂਜੀ, ਆਪਾਂ ਪਹੁੰਚਣਾ ਸੀ ਜੀ ਬਿਕਰਮਜੀਤ ਸਿੰਘ ਨੂਰ ਜੀ ਕੋਲ, ਪਰ ਮੈਨੂੰ ਲੱਗਦਾ ਸ਼ਾਇਦ ਕੋਈ ਕਨੈਕਸ਼ਨ ਮੁਸ਼ਕਲ ਆ ਗਈ ਹੈ, ਤੇ ਆਪਾਂ ਉਹਨਾਂ ਚਿਰ ਲਈ ਆ ਗਏ ਨੇ। ਬਿਕਰਮ ਜੀ ਪਹੁੰਚ ਰਹੇ ਨੇ ਸਾਡੇ ਕੋਲ। ਅੱਛਾ, ਮੈਂ ਆਪਣੇ ਮਨ ਦੇ ਵਿੱਚ ਸੋਚ ਹੀ ਰਹੀ ਸੀ ਕਿ ਅੱਜ ਪ੍ਰੋਗਰਾਮ ਬਹੁਤ ਵਧੀਆ ਲਾਈਵ ਚੱਲਿਆ, ਅੱਜ ਕਿਸੇ ਨੂੰ ਕੋਈ ਇੰਟਰਨੈਟ ਦੀ ਪ੍ਰੋਬਲਮ ਨਹੀਂ ਆਈ। ਤੇ ਮੈਨੂੰ ਉਹ ਕਹਿੰਦੇ ਨਹੀਂ ਹੁੰਦੇ ਵੀ ਅੰਤਰਯਾਮੀ ਹੁੰਦਾ ਰੱਬ, ਮੈਨੂੰ ਲੱਗਦਾ ਇੰਟਰਨੈਟ ਵੀ ਅੰਤਰਯਾਮੀ ਹੈ। ਮੇਰੇ ਮਨ ਦੀ ਗੱਲ ਬੁੱਝ ਲਈ, ਮੈਂ ਕਹਿਣਾ ਹੀ ਸੀ ਤੇ ਮੇਰੇ ਅੰਦਰੋਂ ਹੀ ਜਿਹੜਾ ਬਾਹਰ ਆ ਗਿਆ ਕਿ ਹੁਣ ਬਿਕਰਮਜੀਤ ਸਿੰਘ ਨੂਰ ਜੀ ਨੂੰ ਇੰਟਰਨੈਟ ਦੀ ਕੋਈ ਆ ਗਈ ਆ ਮੁਸ਼ਕਲ। ਪਰ ਆਪਾਂ ਉਹਨਾਂ ਚਿਰ ਲਈ ਚੱਲਦੇ ਹਾਂ ਜੀ ਜਗਦੀਸ਼ ਰਾਏ ਕੁਲਰੀਆ ਜੀ ਕੋਲ, ਤੇ ਉਹਨਾਂ ਦੀ ਮਿੰਨੀ ਕਹਾਣੀ ਸੁਣਦੇ ਹਾਂ। ਹੋਪਫੁਲੀ ਉਦੋਂ ਤੱਕ ਜਿਹੜਾ ਹੈਗਾ ਬਿਕਰਮਜੀਤ ਜੀ ਦਾ ਜੀ ਇੰਟਰਨੈਟ ਠੀਕ ਹੋ ਜਾਏਗਾ। ਹਾਂਜੀ ਜਗਦੀਸ਼ ਰਾਏ ਜੀ। ਹਾਂਜੀ, ਸ਼ੁਕਰੀਆ ਮੈਡਮ। ਮੇਰੀ ਅਗਲੀ ਮਿੰਨੀ ਕਹਾਣੀ ਦਾ ਸਿਰਲੇਖ ਹੈ ਜੀ ਰੁਦਨ। ਰਾਤ ਪਸਰ ਚੁੱਕੀ ਸੀ ਤੇ ਉਹ ਰੋਜ਼ ਵਾਂਗ ਜ਼ੋਰ-ਜ਼ੋਰ ਨਾਲ ਰੋਣ ਲੱਗਿਆ। ਕਦੇ ਆਪਦਾ ਸਿਰ ਜ਼ੋਰ ਨਾਲ ਕੰਧ ਨਾਲ ਮਾਰਦਾ ਤੇ ਕਦੇ ਇੱਕ ਪਾਸੇ ਭੱਜਦਾ ਤੇ ਕਦੇ ਦੂਜੇ ਪਾਸੇ, ਪਾਗਲਾਂ ਵਾਂਗ। ਪਰ ਉਹ ਪਾਗਲ ਨਹੀਂ ਸੀ। ਉਹਦੇ ਕੋਲ ਨਾ ਕੋਈ ਆਉਂਦਾ ਤੇ ਨਾ ਕੋਈ ਜਾਂਦਾ। ਜਦੋਂ ਦੇ ਮਾਂ-ਬਾਪ ਜਹਾਨੋਂ ਤੁਰੇ ਨੇ, ਉਦੋਂ ਤੋਂ ਪਿੰਡ ਵਾਲੇ ਹੀ ਤਰਸ ਖਾ ਕੇ ਦੂਰੋਂ ਹੀ ਰੋਟੀ ਸੁੱਟ ਦਿੰਦੇ ਨੇ। ਸਾਰਾ ਦਿਨ ਤਾਂ ਪਿਆ ਰਹਿੰਦਾ, ਪਰ ਜਿਵੇਂ ਜਿਵੇਂ ਹਨੇਰਾ ਹੋਣ ਲੱਗਦਾ ਹੈ, ਉਹਦਾ ਰੁਦਨ ਸ਼ੁਰੂ ਹੋ ਜਾਂਦਾ। ਉਹ ਕੰਧਾਂ ਨਾਲ ਗੱਲਾਂ ਕਰਨ ਲੱਗਦਾ। ਹੋਰ ਹੈ ਵੀ ਕੌਣ ਜਿਹਦੇ ਨਾਲ ਉਹ ਬੋਲੇ। ਅੱਜ ਵੀ ਉਹੀਓ ਕੁਝ ਕਰ ਰਿਹਾ ਹੈ, ਤੁਸੀਂ ਵੀ ਸੁਣੋ। ਮੈਂ ਕੋਈ ਪਾਗਲ ਹਾਂ? ਮੈਂ ਤਾਂ ਬਹੁਤ ਸਿਆਣਾ ਮੁੰਡਾ ਸੀ। ਇਹਦੇ ਵਿੱਚ ਭਲਾ ਮੇਰਾ ਕੀ ਕਸੂਰ ਜੇ ਮੇਰੀ ਚਾਲ ਢਾਲ ਕੁੜੀਆਂ ਵਰਗੀ ਸੀ? ਉਹਨੇ ਜ਼ੋਰ ਦੀ ਚੀਕ ਮਾਰੀ, ਫਿਰ ਬਾਂਹ ਨਾਲ ਨੱਕ ਨੂੰ ਪੂੰਝਦੇ ਹੋਏ ਕੰਧ ਨਾਲ ਦੁਬਾਰਾ ਬੋਲਣ ਲੱਗਿਆ। ਮੈਨੂੰ ਸਾਰੇ ਜਨਾਨੜਾ ਕਹਿ ਕੇ ਛੇੜਦੇ। ਮੇਰੇ ਵਿੱਚੋਂ ਦੱਸ ਕੀ ਘਾਟ ਸੀ? ਸਾਰੇ ਅੰਗ ਸਾਬਤ ਹੋਣ ਦੇ ਬਾਵਜੂਦ ਵੀ ਮੈਨੂੰ ਮਜ਼ਾਕ ਦਾ ਪਾਤਰ ਬਣਨਾ ਪੈਂਦਾ। ਥੋੜਾ ਜਵਾਨ ਹੋਇਆ ਤਾਂ ਮੁੰਡੇ ਮੇਰੇ ਨਾਲ ਸੰਗ ਕਰਨਾ ਲੋਚਦੇ। ਤੂੰ ਦੱਸ ਮੈਂ ਕੀ ਕਰਦਾ? ਦੱਸ ਤਾਂ ਸਹੀ ਕੀ ਕਰਦਾ? ਉਸਨੇ ਜ਼ੋਰ ਦੀ ਇੱਕ ਮੁੱਕੀ ਵੱਟ ਕੇ ਕੰਧ ਤੇ ਮਾਰੀ। ਫੇਰ ਕਹਿਣ ਲੱਗਿਆ, ਮੈਂ ਸੋਚ ਲਿਆ ਸੀ ਕੁਝ ਕਰਨ ਨੂੰ। ਇੱਕ ਦਿਨ ਪਿੰਡ ਵਿੱਚ ਵਧਾਈ ਲੈਣ ਆਏ ਮਹੰਤਾਂ ਦੀ ਟੋਲੀ ਦੇ ਢੋਲ ਦੀ ਥਾਪ ਤੇ ਥਿਰਕਦਾ ਹੋਇਆ ਉਹ ਉਹਨਾਂ ਵਿੱਚ ਜਾ ਰਲਿਆ। ਉਦੋਂ ਤਾਂ ਮਾਂ-ਬਾਪ ਜਿਉਂਦੇ ਸੀ। ਬਥੇਰੀ ਮਿਹਨਤ ਕੀਤੀ, ਪਰ ਲੱਗਦਾ ਸੀ ਉਦੋਂ ਕਿਸੇ ਨੇ ਸਵਾਹ ਪਾ ਦਿੱਤੀ ਹੋਵੇ ਉਹਦੇ ਸਿਰ 'ਤੇ। ਮੈਂ ਇੱਕ ਨਾ ਸੁਣੀ ਕਿਸੇ ਦੀ। ਇਹ ਕਹਿੰਦੇ ਹੋਏ ਉਹਨੇ ਜ਼ੋਰ-ਜ਼ੋਰ ਦੀ ਮੱਥਾ ਕੰਧ ਨਾਲ ਮਾਰਨਾ ਸ਼ੁਰੂ ਕੀਤਾ। ਜਦੋਂ ਥੱਕ ਗਿਆ ਫੇਰ ਬੋਲਣਾ ਸ਼ੁਰੂ ਕਰ ਦਿੱਤਾ। ਸਮਾਜ ਦੇ ਤਾਨੇ ਮਿਹਣੇ ਵੀ ਕਈ ਵਾਰ ਬੰਦੇ ਨੂੰ ਵੱਡਾ ਕਦਮ ਚੁੱਕਣ ਵਾਸਤੇ ਮਜਬੂਰ ਕਰ ਦਿੰਦੇ ਨੇ, ਤੇ ਇਹ ਮਜਬੂਰੀ ਉਸ ਲਈ ਸਾਬਤ ਬੰਦਾ ਹੋਣ ਦੇ ਬਾਵਜੂਦ ਵੀ ਨਾ ਬੰਦੇ ਵਾਲੀ ਤੇ ਨਾ ਤੀਵੀਂ ਵਾਲੀ ਬਣ ਗਈ ਸੀ। ਅਚਾਨਕ ਉਹਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਆ ਗਈ ਅਤੇ ਉਹਨੇ ਜ਼ੋਰ ਨਾਲ ਤਾੜੀ ਮਾਰੀ ਤੇ ਬੋਲਣ ਲੱਗਿਆ। ਮੈਨੂੰ ਨਾਲ ਜਾ ਕੇ ਡੇਰੇ ਦਾ ਮਹੰਤ ਤਾਂ ਬੜਾ ਹੀ ਖੁਸ਼ ਹੋਇਆ ਸੀ। ਮੈਂ ਜਦੋਂ ਵੀ ਪਿੰਡ ਜਾ ਕੇ ਕੁੜੀਆਂ ਵਾਲੇ ਕੱਪੜੇ ਪਾ ਕੇ ਨੱਚਦਾ ਤਾਂ ਵੱਡੇ ਵੱਡਿਆਂ ਦੇ ਦਿਲ ਨੂੰ ਹੌਲ ਪੈਂਦੇ। ਪੈਸਿਆਂ ਦਾ ਮੀਂਹ ਵਰਨ ਲੱਗਦਾ। ਉਹ ਫੇਰ ਰੋਣ ਲੱਗਿਆ। ਕੰਧ ਤੇ ਹੌਲੀ ਹੌਲੀ ਹੱਥ ਫੇਰਦਾ ਹੋਇਆ ਕਹਿਣ ਲੱਗਿਆ, ਮੈਂ ਵੀ ਕੀ ਕਰਦਾ, ਮੇਰਾ ਉੱਥੇ ਵੀ ਮਨ ਨਹੀਂ ਲੱਗਿਆ। ਮੈਂ ਮਹੰਤ ਨੂੰ ਜਦੋਂ ਇਸ ਬਾਰੇ ਦੱਸਿਆ ਤਾਂ ਉਹਨਾਂ ਦੀਆਂ ਅੱਖਾਂ 'ਚੋਂ ਅੱਥਰੂ ਵਹਿ ਤੁਰੇ, ਪਰ ਬੋਲੇ ਇੱਕ ਸ਼ਬਦ ਵੀ ਨਹੀਂ, ਜਿਵੇਂ ਉਹਨਾਂ ਦੇ ਦਿਮਾਗ ਅੰਦਰ ਕੁਝ ਚੱਲਦਾ ਹੋਵੇ। ਅਸੀਂ ਸਾਰੇ ਜਣਿਆਂ ਨੇ ਉਸ ਰਾਤ ਖੂਬ ਦਾਰੂ ਪੀਤੀ ਤੇ ਉਸੇ ਰਾਤ ਮਹੰਤ ਨੇ ਤੇਜ਼ ਹਥਿਆਰ ਨਾਲ ਉਹਨੇ ਇੱਕ ਡੰਡਾ ਚੱਕਿਆ ਤੇ ਜ਼ੋਰ ਨਾਲ ਕੰਧ ਤੇ ਮਾਰਨ ਲੱਗਿਆ। ਉਹ ਸਾਲੇ ਹਰਾਮਜ਼ਾਦੇ ਨੇ ਹੀ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰਤੀ। ਕੀੜੇ ਪੈਣਗੇ। ਇਹ ਕੀ ਕੀਤਾ ਹੋਏ? ਮੇਰਾ ਸਮਾਨ ਮੈਨੂੰ ਵਾਪਸ। ਉਹ ਲਗਾਤਾਰ ਚੀਕ ਚਿਹਾੜਾ ਪਾ ਰਿਹਾ ਸੀ। ਉਸ ਦਾ ਰੁਦਨ ਚੁੱਪ ਰਾਤ ਨੂੰ ਚੀਰ ਰਿਹਾ ਸੀ, ਪਰ ਉਸ ਦੀ ਆਵਾਜ਼ ਸੁਣਨ ਵਾਲਾ ਹਰ ਰੋਜ਼ ਵਾਂਗ ਕੋਈ ਨਹੀਂ ਸੀ। ਧੰਨਵਾਦ, ਸ਼ੁਕਰੀਆ। ਕਿਆ ਬਾਤ ਜਗਦੀਸ਼ ਰਾਏ ਕੁਲਰੀਆ ਸਰ, ਕਿਆ ਬਾਤ। ਇਹੋ ਜਿਹਾ ਵਿਸ਼ਾ ਜਿਹਦੇ ਤੇ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਭਾਰਤੀ ਸਮਾਜ ਦੇ ਵਿੱਚ ਤੇ ਬਿਲਕੁਲ ਵੀ ਖੁੱਲ੍ਹ ਕੇ ਗੱਲ ਨਹੀਂ ਹੁੰਦੀ ਹੈ,
ਪਿਛਲੇ ਦਿਨੀ ਮੈਂ ਤੇ ਜਸਬੀਰ ਕੌਰ ਜੀ ਜਦੋਂ ਕਹਾਣੀਆਂ ਬਾਰੇ ਗੱਲ ਕਰ ਰਹੇ ਸੀ, ਤੇ ਇਸ ਵਿਸ਼ੇ ਤੇ ਅਸੀਂ ਜਿਹੜਾ ਸੀਗਾ ਗੱਲ ਕੀਤੀ ਸੀਗੀ ਕਿ ਇਹ ਵਿਸ਼ਾ ਜੇ ਨਾ ਠੀਕ ਤਰੀਕੇ ਨਾਲ ਨਜਿੱਠਿਆ ਜਾਵੇ ਤੇ ਜਿਹੜਾ ਹੈਗਾ ਬਹੁਤ ਸਾਰੀਆਂ ਜਾਨਾਂ ਲਈ ਇੱਕ ਖੌਫ, ਇੱਕ ਡਰ, ਇੱਕ ਦਰਦ ਦਾ ਵਿਸ਼ਾ ਬਣ ਜਾਂਦਾ ਹੈ। ਬਹੁਤ ਹੀ ਸੰਵੇਦਨਸ਼ੀਲ, ਬਹੁਤ ਹੀ ਸੂਖਮ ਵਿਸ਼ਾ ਹੈ, ਤੇ ਇਹੋ ਜਿਹੇ ਵਿਸ਼ਿਆਂ ਤੇ ਹੋਰ ਚਰਚਾਵਾਂ ਵੀ ਹੋਣੀਆਂ ਚਾਹੀਦੀਆਂ, ਤੇ ਸਮਾਜ ਨੂੰ ਜਿਹੜਾ ਹੈਗਾ ਖੁੱਲ੍ਹਦਿਲੀ ਲਿਆਉਣ ਦੀ ਵੀ ਜ਼ਰੂਰਤ ਹੈ ਬਹੁਤ ਸਾਰੇ ਇਹੋ ਜਿਹੇ ਵਿਸ਼ਿਆਂ ਤੇ ਜਿਨ੍ਹਾਂ ਤੇ ਕਿ ਅੱਜ ਤੱਕ ਸਾਡੇ ਸਮਾਜ ਦੇ ਵਿੱਚ ਪਰਦੇ ਪਾਏ ਗਏ ਨੇ। ਖੈਰ, ਮੈਂ ਸੋਚਿਆ ਸੀ ਕਿ ਇਸ ਵਿਸ਼ੇ ਤੇ ਮੇਰੀ ਵੀ ਲਿਖੀ ਹੋਈ ਕਹਾਣੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਾਂਗੀ, ਪਰ ਹੁਣ ਮੈਨੂੰ ਲੱਗਦਾ ਕਿ ਸਮਾਂ ਇਜਾਜ਼ਤ ਨਹੀਂ ਦੇਵੇਗਾ ਸਾਨੂੰ। ਅਸੀਂ ਜਿਹੜਾ ਹੈਗਾ ਲਗਭਗ ਆਪਣੇ ਪ੍ਰੋਗਰਾਮ ਦੇ ਅੰਤ ਤੇ ਪਹੁੰਚ ਚੁੱਕੇ ਹਾਂ। ਅਸੀਂ ਬਿਕਰਮਜੀਤ ਸਿੰਘ ਨੂਰ ਜੀ ਸਾਡੇ ਨਾਲੋਂ ਡਿਸਕਨੈਕਟ ਹੋ ਚੁੱਕੇ ਨੇ, ਸ਼ਾਇਦ ਕਨੈਕਟ ਹੋ ਰਹੇ ਨੇ। ਲਓ ਜੀ ਵਿਕਰਮ ਜੀ ਆ ਗਏ ਨੇ ਜੀ, ਤੇ ਆਪਾਂ ਆਪਣੇ ਪ੍ਰੋਗਰਾਮ ਦਾ ਅੰਤ ਜਿਹੜਾ ਹੈਗਾ ਉਹ ਬਿਕਰਮਜੀਤ ਸਿੰਘ ਨੂਰ ਜੀ ਦੀ ਮਿੰਨੀ ਕਹਾਣੀ ਦੇ ਨਾਲ ਕਰਾਂਗੇ। ਤੇ ਆ ਜਾਓ ਦੇਖਦੇ ਆ ਕਿ ਉਹ ਕਿਹੜਾ ਰੰਗ ਹੈ ਜਿਹੜਾ ਹੁਣ ਉਹਨਾਂ ਦੀ ਦੂਸਰੀ ਮਿੰਨੀ ਕਹਾਣੀ ਸਾਡੇ ਲਈ ਲੈ ਕੇ ਆਏਗੀ। ਜੀ ਨੂਰ ਜੀ। ਹਾਂਜੀ, ਤਾਂ ਹਾਂਜੀ, ਮੇਰੀ ਜਿਹੜੀ ਮਿੰਨੀ ਕਹਾਣੀ ਹੈ ਉਸ ਦਾ ਸਿਰਲੇਖ ਹੈ ਗੁਰਸਿੱਖ। ਮੈਂ ਜ਼ਰੂਰ ਪਤਾ ਕਰੂੰਗਾ ਮਾਸੀ, ਤਸੱਲੀ ਦੇਣ ਤੇ ਮੇਰੀ ਮਾਸੀ ਬਾਗੋ ਬਾਗ ਹੋ ਗਈ। ਮੇਰਾ ਸਿਰ ਪਲੋਸਦਿਆਂ ਉਸਨੇ ਅਸੀਸ ਦਿੱਤੀ, ਜਿਉਂਦਾ ਰਹਿ ਮੇਰਾ ਪੁੱਤ। ਚੰਡੀਗੜ੍ਹ ਵਾਪਸ ਆਉਂਦਿਆਂ ਮੈਂ ਥੋੜੀ ਦੇਰ ਲਈ ਆਪਣੀ ਮਾਸੀ ਕੋਲ ਪਟਿਆਲੇ ਰੁਕ ਗਿਆ ਸੀ। ਚਾਹ ਬਣਾ ਕੇ ਲਿਆਉਣ ਤੋਂ ਬਾਅਦ ਮਾਸੀ ਨੇ ਫਿਕਰਮੰਦ ਹੁੰਦਿਆਂ ਬੇਟੀ ਦੇ ਸਾਹਮਣੇ ਹੀ ਮੈਨੂੰ ਬੇਨਤੀ ਭਰੇ ਲਹਿਜੇ ਵਿੱਚ ਕਿਹਾ, ਤੂੰ ਤਾਂ ਤੁਰਦਾ ਫਿਰਦਾ ਰਹਿਣਾ ਹੈ, ਆਪਣੀ ਸਿਮਰਨ ਵਾਸਤੇ ਕੋਈ ਮੁੰਡਾ ਹੀ ਦੇਖੀ ਭਲਾ। ਜਦ ਸਿਮਰਨ ਥੋੜਾ ਜਿਹਾ ਪਰੇ ਨੂੰ ਹੋ ਗਈ ਤਾਂ ਮਾਸੀ ਨੇ ਇਹ ਵੀ ਸਪਸ਼ਟ ਕਰ ਦਿੱਤਾ, ਜ਼ਮੀਨ ਬੇਸ਼ੱਕ 2 ਕਿੱਲੇ ਹੀ ਹੋਵੇ, ਪਰ ਮੁੰਡਾ ਹੋਵੇ ਪੂਰਾ ਗੁਰਸਿੱਖ। ਮੈਂ ਘਰ ਆ ਕੇ ਆਪਣਾ ਦਿਮਾਗ ਲੜਾਇਆ। ਇੱਧਰ ਮੁਕਤਸਰ ਵਾਲੇ ਪਾਸੇ ਮੇਰੇ ਬਹੁਤ ਹੀ ਨਜ਼ਦੀਕੀ ਬਰਾੜ ਪਰਿਵਾਰ ਦਾ ਇੱਕ ਅਤਿਅੰਤ ਜ਼ਹੀਨ ਲੜਕਾ ਉੱਭਰ ਕੇ ਮੇਰੇ ਸਾਹਮਣੇ ਆ ਖੜਾ। ਮੈਂ ਝੱਟ ਮਾਸੀ ਨੂੰ ਫੋਨ ਮਿਲਾ ਦਿੱਤਾ। ਮਾਸੀ ਵਧਾਈਆਂ। ਮੈਂ ਗੱਲ ਸ਼ੁਰੂ ਕੀਤੀ, ਭੈਣ ਸਿਮਰਨ ਵਾਸਤੇ ਮੁੰਡਾ ਲੱਭ ਲਿਆ। ਵੇ ਪੁੱਤ, ਤੇਰੀ ਲੰਮੀ ਉਮਰ ਹੋਵੇ। ਮਾਸੀ ਦੀ ਇੱਛਾ ਜਾਂ ਮੰਗ ਅਨੁਸਾਰ ਹੀ ਮੁੰਡਾ ਸਰਵ ਗੁਣ ਸੰਪੰਨ ਸੀ। ਮੈਂ ਵਾਰੋ ਵਾਰੀ ਸਾਰੇ ਗੁਣਾਂ ਦੀ ਗਿਣਤੀ ਕਰ ਦਿੱਤੀ। ਮੁੰਡਾ ਪੜ੍ਹਿਆ ਲਿਖਿਆ ਹੈ, ਅੰਮ੍ਰਿਤਪਾਨ ਕੀਤਾ ਹੋਇਆ ਹੈ, ਪੂਰਨ ਗੁਰਸਿੱਖ ਸੇ ਨਿਤਨੇਮੀ ਹੈ, ਦਾੜਾ ਪ੍ਰਕਾਸ਼ ਕਰ ਰੱਖਦਾ ਹੈ, ਸੋਹਣਾ ਹੈ, ਕੱਦ ਕਾਠ ਵੀ ਚੰਗਾ ਹੈ। ਮੇਰੇ ਵੱਲੋਂ ਬਿਆਨ ਕੀਤੀਆਂ ਗਈਆਂ ਮੁੰਡੇ ਦੀਆਂ ਖੂਬੀਆਂ ਬਾਰੇ ਮਾਸੀ ਇੱਥੋਂ ਤੱਕ ਤਾਂ ਸ਼ਾਬਾਸ਼ ਹੈ, ਬਹੁਤ ਵਧੀਆ, ਹੂੰ, ਅੱਛਾ, ਮੈਂ ਸਦਕੇ ਜਾਵਾਂ ਬੋਲਦੀ ਰਹੀ। ਜਦ ਮੈਂ ਖੁਸ਼ੀ ਵਿੱਚ ਖੀਵੇ ਹੋਏ ਨੇ, ਮਾਸੀ ਨੂੰ ਇੱਕ ਹੋਰ ਗੱਲ, ਮੁੰਡਾ ਗੋਲ ਦਸਤਾਰ, ਘੋਟਵਾਂ ਪਜਾਮਾ ਤੇ ਲੰਬਾ ਚੋਲਾ ਵੀ ਪਹਿਨ ਕੇ ਰੱਖਦਾ ਹੈ, ਤਾਂ ਮਾਸੀ ਚੁੱਪ ਜਿਹੀ ਕਰ ਗਈ। ਮੈਂ 2 ਵਾਰੀ ਹੈਲੋ ਹੈਲੋ ਕਹਿਣ ਤੇ ਉਪਰੰਤ ਬੋਲਿਆ, ਇਸ ਪਹਿਰਾਵੇ ਵਿੱਚ ਉਹ ਜੱਚਦਾ ਬਹੁਤ ਹੈ। ਮਾਸੀ ਬੋਲੀ, ਉਹ ਤਾਂ ਠੀਕ ਹੈ ਪੁੱਤ, ਪਰ ਇਹਨਾਂ ਗੁਰਸਿੱਖ ਵੀ ਤਾਂ ਨਾ ਹੋਵੇ। ਉਸਨੇ ਕੁਝ ਧੀਮੀ ਸੁਰ ਵਿੱਚ ਕਿਹਾ, ਆਖਿਰ ਪੈਂਟ ਕਮੀਜ਼ ਤਾਂ ਪਾਉਂਦਾ ਹੀ ਹੋਵੇ। ਮੈਥੋਂ ਰਿਸ਼ਤੇ ਦੀ ਗੱਲ ਅੱਗੇ ਨਾ ਤੋਰੀ ਗਈ। ਬਹੁਤ ਬਹੁਤ ਸ਼ੁਕਰੀਆ ਜੀ। ਜੀ ਬਹੁਤ ਬਹੁਤ ਵਧੀਆ ਵਿਸ਼ਾ ਨੂਰ ਸਰ ਤੁਸੀਂ ਸੁਣਾਇਆ ਸਾਨੂੰ। ਬਿਲਕੁਲ ਅੱਜ ਦਾ ਮਿੰਨੀ ਕਹਾਣੀ ਦਾ ਪ੍ਰੋਗਰਾਮ ਸੁਣ ਕੇ ਮੈਨੂੰ ਤੇ ਬਹੁਤ ਮਜ਼ਾ ਆਇਆ। ਮੈਂ ਬੜੇ ਚਿਰ ਬਾਅਦ ਜਿਹੜਾ ਹੈਗਾ ਮਿੰਨੀ ਕਹਾਣੀ ਵੱਲ ਮੁੜ ਕੇ ਆਈ ਹਾਂ, ਤੇ ਮੈਨੂੰ ਲੱਗਦਾ ਸੀ ਕਿ ਬਹੁਤ ਸਾਰੇ ਵਿਸ਼ੇ ਨੇ ਜਿਹੜੇ ਸ਼ਾਇਦ ਛੂਹੇ ਨਹੀਂ ਜਾ ਰਹੇ, ਪਰ ਮੈਨੂੰ ਬਹੁਤ ਖੁਸ਼ੀ, ਹੈਰਾਨੀ ਤੇ ਜਿਹੜਾ ਹੈਗਾ ਸੰਤੁਸ਼ਟੀ ਵੀ ਹੋਈ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ ਜਿੱਥੇ ਸੋਸ਼ਲ ਮੀਡੀਆ, ਫੇਕ ਆਈਡੀਆਂ ਤੇ ਦਾਜ ਤੇ ਔਰਤ, ਨਾਰੀਵਾਦੀ, ਮਰਦ ਦੇ ਅੰਦਰਲੇ ਸੰਤਾਪ, ਹਰ ਤਰ੍ਹਾਂ ਦੇ ਵਿਸ਼ੇ ਨੂੰ ਜਿਹੜਾ ਹੈਗਾ ਸਾਡੇ ਅੱਜ ਦੀਆਂ ਕਲਮਾਂ ਨੇ ਛੂਹਿਆ ਹੈ। ਤੇ ਜਿਹੜਾ ਹੈਗਾ ਮੈਨੂੰ ਉਮੀਦ ਹੈ ਕਿ ਜਿਹੜੇ ਸਾਡੇ ਨਾਲ ਹੋਰ ਵੀ ਸਰੋਤੇ ਜੁੜੇ ਹੋਏ ਨੇ ਉਹਨਾਂ ਨੂੰ ਵੀ ਲੱਗਿਆ ਹੋਏਗਾ ਕਿ ਹਾਂ, ਵਾਕਈ ਮਿੰਨੀ ਕਹਾਣੀ ਦੇ ਵਿੱਚ ਵੀ ਜਿਹੜਾ ਹੈਗਾ ਬਹੁਤ ਸੋਹਣਾ ਸਾਹਿਤ ਰਚਿਆ ਜਾ ਰਿਹਾ ਹੈ, ਤੇ ਬਹੁਤ ਸੋਹਣੇ ਸੋਹਣੇ ਜਿਹੜੇ ਹੈਗੇ ਆ ਤਰੀਕਿਆਂ ਦੇ ਨਾਲ ਜਿਹੜਾ ਗੱਲਾਂ ਬਾਤਾਂ ਨੂੰ ਆਮ ਜਨਤਾ ਦੇ ਮੂਹਰੇ ਰੱਖਿਆ ਜਾ ਰਿਹਾ, ਜਿਹੜੇ ਸ਼ਾਇਦ ਅਸੀਂ ਖੁੱਲ੍ਹਦਿਲੀ ਨਾਲ ਬੋਲਣ ਦੀ ਜਿਹੜੀ ਹੈਗੀ ਹੈ ਹਿੰਮਤ ਨਹੀਂ ਰੱਖਦੇ ਕਿਤੇ ਨਾ ਕਿਤੇ। ਮੈਂ ਇੱਕ ਵਾਰੀ ਫੇਰ ਜਾਣ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਆਨਲਾਈਨ ਦੋਸਤ ਜੁੜੇ ਹੋਏ ਨੇ
ਉਹਨਾਂ ਦਾ ਸ਼ੁਕਰੀਆ ਕਰਦਿਆਂ ਤੇ ਥੋੜੇ ਜਿਹੇ ਦੋਸਤਾਂ ਦੇ ਨਾਮ ਮੈਂ ਮਾਫੀ ਚਾਹਾਂਗੀ ਜੇ ਕਿਸੇ ਦਾ ਨਾਮ ਮੈਥੋਂ ਛੁੱਟ ਗਿਆ, ਪਰ ਮੈਂ ਕੋਸ਼ਿਸ਼ ਕਰਾਂਗੀ ਕਿ ਜਿੰਨੇ ਕੁ ਮੇਰੇ ਇਹਦੇ ਤੇ ਸਕਰੀਨ ਤੇ ਨਜ਼ਰ ਆ ਰਹੇ ਨੇ ਮੈਂ ਉਹਨਾਂ ਦੇ ਨਾਮ ਜ਼ਰੂਰ ਬੋਲਾਂ। ਸਾਡੇ ਨਾਲ ਜੁੜੇ ਹੋਏ ਨੇ ਜੀ ਰਮਾ ਸੇਖੋਂ ਜੀ, ਸਾਡੇ ਨਾਲ ਹੀ ਜੁੜੇ ਨੇ ਹਰਜੋਤ ਰੰਧਾਵਾ ਜੀ, ਰਮਨ ਮਾਰੂਪੁਰ ਜੀ, ਦਰਸ਼ਨ ਬਰੇਟਾ ਜੀ, ਗੁਰਸੇਵਕ ਸਿੰਘ ਸੰਧੂ ਜੀ, ਪ੍ਰਦੀਪ ਥਿੰਦ ਜੀ, ਹੋਰ ਮੈਨੂੰ ਨਾਮ ਫਿਲਹਾਲ ਨਜ਼ਰ ਨਹੀਂ ਆ ਰਹੇ ਹੈਗੇ। ਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ। ਨਾਲ ਹੀ ਸਾਡੇ ਨਾਲ ਨੇ ਜੀ ਕੁਲਜੀਤ ਕੌਰ ਗਜ਼ਲ ਜੀ, ਕਮਲ ਬਰਾੜ ਜੀ, ਜਸਵੀਰ ਕੌਰ ਜੀ, ਤੇ ਇਹਨਾਂ ਨੇ ਸਾਡੇ ਬਹੁਤ ਸਾਰੇ ਕਮੈਂਟ ਕੀਤੇ ਨੇ, ਜਿਹੜਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਬਾਅਦ ਦੇ ਵਿੱਚ ਜ਼ਰੂਰ ਪੜ੍ਹਨਾ, ਕਿਉਂਕਿ ਇਹਦੇ ਵਿੱਚ ਮੈਂ ਨੋਟ ਕੀਤਾ ਕਿ ਕਮੈਂਟਸ ਦੇ ਵਿੱਚ ਬਹੁਤ ਸਾਰੇ ਸੁਝਾਅ ਦਿੱਤੇ ਗਏ ਨੇ, ਖਾਸ ਕਰਕੇ ਨਵੀਆਂ ਕਲਮਾਂ ਨੂੰ ਬਹੁਤ ਜਿਹੜਾ ਵਧੀਆ ਹੌਸਲਾ ਅਫਜ਼ਾਈ ਵੀ ਕੀਤੀ ਗਈ ਹੈ। ਤੇ ਇਹ ਜਿਹੜੇ ਸਾਰੇ ਸੁਝਾਅ ਨੇ ਸਾਡੇ ਸਾਰਿਆਂ ਦੇ ਕੰਮ ਆਉਣ ਵਾਲੇ ਨੇ। ਦੋਸਤੋ ਮੈਨੂੰ ਵੀ ਦੱਸ ਦਿਆ ਕਰੋ, ਕਿਉਂਕਿ ਮੈਂ ਵੀ ਬਹੁਤ ਘਬਰਾ ਜਾਂਦੀ ਆ। ਇੱਕ ਇੱਕ ਸੀੜੀ ਹੈ ਜਿਹੜੀ, ਇੱਕ ਇੱਕ ਕਦਮ ਹੈ ਜਿਹੜਾ ਪੌੜੀ ਚੜ੍ਹ ਰਹੇ ਆ, ਤੇ ਜਿਹੜਾ ਤੁਹਾਡਾ ਹੌਸਲਾ ਤੇ ਪਿਆਰ ਤੇ ਮੁਹੱਬਤ ਹੈ, ਇਹੀ ਜਿਹੜਾ ਬੰਦੇ ਨੂੰ ਅੱਗੇ ਵਧਣ ਦਾ ਹੌਸਲਾ ਦਿੰਦੀਆਂ ਨੇ, ਤਾਕਤ ਦਿੰਦੀਆਂ ਨੇ। ਤੇ ਚਲੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੇ ਆਖਰੀ ਪੜਾਅ, ਜਿਹੜਾ ਕਿ ਸਭ ਤੋਂ ਔਖਾ ਪੜਾਅ ਹੁੰਦਾ ਹੈ, ਗੁੱਡ ਬਾਏ ਕਹਿਣ ਦਾ ਪੜਾਅ, ਉਸ ਤੇ ਪਹੁੰਚਦੇ ਆ। ਜਾਣ ਤੋਂ ਪਹਿਲਾਂ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਜੀ ਡਾਕਟਰ ਦੀਪਤੀ ਜੀ ਦਾ, ਜਿਨ੍ਹਾਂ ਨੂੰ ਕਿ ਕਿਸੇ ਵਜ੍ਹਾ ਕਰਕੇ ਸਾਡੇ ਨਾਲੋਂ ਪਹਿਲਾਂ ਜਿਹੜਾ ਜਾਣਾ ਪਿਆ। ਉਸ ਤੋਂ ਬਾਅਦ ਬਹੁਤ ਬਹੁਤ ਸ਼ੁਕਰੀਆ ਬਿਕਰਮਜੀਤ ਸਿੰਘ ਨੂਰ ਜੀ, ਬਹੁਤ ਸੋਹਣੇ ਵਿਸ਼ੇ ਛੂਏ। ਸੌਰੀ ਤੁਹਾਨੂੰ ਵੀ ਜਿਹੜਾ ਹੈਗਾ ਇੰਟਰਨੈਟ ਨੇ ਥੋੜੀਆਂ ਜਿਹੀਆਂ ਮੁਸ਼ਕਲਾਂ ਦਿੱਤੀਆਂ ਅਖੀਰ ਦੇ ਵਿੱਚ, ਪਰ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜਗਦੀਸ਼ ਰਾਏ ਕੁਲਰੀਆ ਜੀ, ਬਹੁਤ ਸੋਹਣੇ ਤੇ ਬਹੁਤ ਖੂਬਸੂਰਤ ਤੇ ਸੰਵੇਦਨਸ਼ੀਲ ਵਿਸ਼ੇ ਤੁਸੀਂ ਸਾਡੇ ਲਈ ਲੈ ਕੇ ਆਏ, ਬਹੁਤ ਮਜ਼ਾ ਆਇਆ ਤੇ ਬਹੁਤ ਜਿਹੜਾ ਹੈਗਾ ਦਿਲ ਨੂੰ ਸਕੂਨ ਵੀ ਮਿਲਿਆ ਕਿ ਕਿਆ ਬਾਤ ਹੈ। ਬਹੁਤ ਬਹੁਤ ਸ਼ੁਕਰੀਆ ਹੈਗਾ ਜੀ ਨਾਲ ਦੀ ਨਾਲ ਜਗਜੀਤ ਸਿੰਘ ਡੱਲ ਜੀ ਦਾ, ਬਹੁਤ ਹੀ ਮਾਡਰਨ ਵਿਸ਼ੇ ਲੈ ਕੇ ਆਏ। ਤੇ ਜਿਹੜਾ ਹੈਗਾ ਜਗਦੀਸ਼ ਸਿੰਘ ਜੀ, ਤੁਹਾਡੇ ਲਈ ਬਹੁਤ ਸਾਰੇ ਜਿਹੜੇ ਨੇ ਕਮੈਂਟ ਆਏ ਨੇ, ਤੇ ਮੈਂ ਤੁਹਾਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਜ਼ਰੂਰ ਪੜ੍ਹਨਾ ਉਹਨਾਂ ਕਮੈਂਟਸ ਨੂੰ। ਇਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਬਹੁਤ ਸਾਰਾ ਇੱਕ ਕਮੈਂਟ ਮੈਂ ਵੇਖਿਆ, ਉਹਦਾ ਮੈਂ ਹੁਣੇ ਜਵਾਬ ਦੇ ਦਿੰਦਾ। ਉਹ ਇੱਕ ਕਿਸੇ ਵੀਰ ਨੇ ਕਮੈਂਟ ਕੀਤਾ ਵੀ ਜਿਹੜੀ ਉਹ ਰਚਨਾ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਸੀ ਫੇਕ ਆਈਡੀ ਤੇ, ਉਹ ਇਸ ਕਰਕੇ ਆ ਰਹੀ ਸੀ, ਮੇਰੀ ਪਤਨੀ ਸਾਹਮਣੇ ਬੈਠੀ ਸੀ ਮੇਰੀ, ਉਹ ਤਾਂ ਕਰਕੇ ਮੇਰੇ ਤੋਂ ਥੋੜਾ ਜਿਹਾ ਬੋਲ ਨਹੀਂ ਹੋ ਰਿਹਾ ਸੀ, तो थोड़ी मिस्टेक हुई। ਉਮੀਦ ਹੈ ਜਵਾਬ ਮਿਲ ਗਿਆ ਹੋਏਗਾ ਹਨਾ ਜੀ, ਜਿਨ੍ਹਾਂ ਨੇ ਸਵਾਲ ਪੁੱਛਿਆ ਸੀ। ਬਿਲਕੁਲ ਹਨਾ, ਤੇ ਬਿਲਕੁਲ। ਅੱਛਾ, ਅੱਗੇ ਬਹੁਤ ਬਹੁਤ ਸ਼ੁਕਰੀਆ ਜੀ ਜਸਵੀਰ ਕੌਰ ਇਨਾਇਤ ਜੀ ਦਾ, ਬਹੁਤ ਸੋਹਣੇ ਟੌਪਿਕਸ ਲੈ ਕੇ ਸਾਡੇ ਕੋਲ ਆਏ, ਬਹੁਤ ਵਧੀਆ ਮਿੰਨੀ ਕਹਾਣੀ। ਤੇ ਅਖੀਰ ਤੇ ਜੀ ਬਹੁਤ ਬਹੁਤ ਸ਼ੁਕਰੀਆ ਸੰਦੀਪ ਕੌਰ ਜੀ, ਸੰਦੀਪ ਕੌਰ ਇਬਾਰਤ, ਜਿਨ੍ਹਾਂ ਨੇ ਅੱਜ ਪਹਿਲੀ ਵਾਰੀ ਸਾਹਿਤ ਦੇ ਖੇਤਰ ਦੇ ਵਿੱਚ ਸਾਹਮਣੇ ਆ ਕੇ ਜਿਹੜਾ ਹੈਗਾ ਸਾਰਿਆਂ ਦੇ ਰੂਬਰੂ ਹੋਏ ਨੇ, ਤੇ ਅਸੀਂ ਬਹੁਤ ਸਾਰੀਆਂ ਜਿਹੜੀਆਂ ਦੁਆਵਾਂ ਤੁਹਾਡੇ ਲਈ ਲੈ ਕੇ ਆਏ ਆ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜੋ ਸਾਡੇ ਨਾਲ ਜੁੜਿਓ, ਜਿਨ੍ਹਾਂ ਨੇ ਆਪਣਾ ਇੰਨਾ ਸਾਰਾ ਕੀਮਤੀ ਟਾਈਮ ਜਿਹੜਾ ਸਾਨੂੰ ਦਿੱਤਾ। ਤੇ ਹੁਣ ਗੁੱਡ ਬਾਏ ਆ, ਤੇ ਹਮੇਸ਼ਾ ਦੀ ਤਰ੍ਹਾਂ ਬੁਲੰਦ ਰਹੋ, ਖੁਸ਼ ਰਹੋ, ਆਬਾਦ ਰਹੋ। ਸਤਿ ਸ਼੍ਰੀ ਅਕਾਲ, ਨਮਸਤੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ।